सो हाज़रीन आप जी का सब का मंच ते शोभित ते सामने बैठे प्रोफैसर साहिबाना का बहुत स्वागत है। लास्ट 15 मिनट साढ़े दोस्तों के लिए ने, जे बाहरों सामने कोई सवाल पूछना चाहे तो पूछ सकते हैं। सब तो पहला मैं सरदार ज्ञान सिंह जी ਵੱਲ ਜਾਵਾਂਗਾ कि ਤੁਸੀਂ पंजाब के ਉੱਘੇ अर्थ शास्त्री हो, पंजाब के आर्थिक मसलों की समझ रखते हो। सब तो पहली गल मैं ਤੁਹਾਨੂੰ ਇਹ जाननी ਚਾਹਾਂਗਾ कि पंजाब की आर्थिकता के ਜਿਹੜੇ मूल आधार ने ਉਹ ਕੀ ਨੇ ਤੇ ਉਹਨਾਂ ਵਿੱਚ ਪਿਛਲੇ ਸਮਿਆਂ ਦੇ ਵਿੱਚ ਕੀ ਤਬਦੀਲੀਆਂ ਵਾਪਰੀਆਂ ਨੇ ਜਾਂ ਉਸ ਦੇ ਵਿੱਚ ਕੀ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ ਕਿ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਪੰਜਾਬ ਦੇ ਵਿੱਚ ਆਪਣਾ ਸੁਨਹਿਰਾ ਭਵਿੱਖ ਦੇਖ ਸਕੇ ਤੇ ਇੱਕ ਨਿਰਾਸ਼ਾ ਦੇ ਆਲਮ ਤੋਂ ਬਾਹਰ ਨਿਕਲ ਸਕੇ। ਜੇ ਨਿਰਾਸ਼ਤਾ ਅਤੇ ਉਮੀਦ ਦੀ ਗੱਲ ਕਰੀਏ ਤੇ ਡਿੱਕ ਡੋਲਿਆਂ ਦੀ ਗੱਲ ਕਰੀਏ ਤਾਂ ਉੱਥੇ ਜਿਸ ਤਰ੍ਹਾਂ ਦਾ ਸਵਾਲ ਹੈ, ਅੱਜ ਨਿਰਾਸ਼ਤਾ ਡਿੱਕ ਟੋਲੇ ਨਹੀਂ ਖਾ ਰਹੀ, ਸਗੋਂ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਦਿਖਾਈ ਦਿੰਦੀ ਹੈ ਕਿ ਜਿਹੜਾ ਅੱਜ ਪੰਜਾਬ ਦਾ ਮਾਹੌਲ ਬਣਿਆ ਹੈ, ਜੇ ਆਰਥਿਕ ਪੱਧਰ 'ਤੇ ਵੀ ਦੇਖਿਆ ਜਾਵੇ ਤਾਂ ਬਹੁਤੀ ਜਗ੍ਹਾ ਸਾਨੂੰ ਨਿਰਾਸ਼ਤਾ ਤੇਜ਼ੀ ਨਾਲ ਅੱਗੇ ਵੱਧਦੀ ਨਜ਼ਰ ਆਉਂਦੀ ਹੈ। ਭਾਵੇਂ ਪ੍ਰਤੀਜੀ ਆਮਦਨ ਦਾ ਰੌਲਾ ਹੈ, ਭਾਵੇਂ ਸਟੇਟ ਡੋਮੈਸਟਿਕ ਪ੍ਰੋਡਕਟ ਦਾ ਰੌਲਾ ਹੈਗਾ, ਜਾਂ ਵੱਖ-ਵੱਖ ਹੋਰ ਇੰਡੀਕੇਟਰ ਦਾ ਰੌਲਾ ਹੈਗਾ। ਉਹ ਜਿੱਥੇ ਵੀ ਅਸੀਂ ਦੇਖਦੇ ਹਾਂ ਅਸੀਂ ਪਛੜ ਰਹੇ ਹਾਂ। ਅਤੇ ਇਹਦੇ ਨਾਲ ਇੱਕ ਜਿਹੜੀ ਵੱਡੀ ਸਮੱਸਿਆ ਮੈਂ ਦੇਖ ਰਿਹਾ ਕਿ ਪੰਜਾਬ ਵੱਖ-ਵੱਖ ਪੱਖਾਂ ਤੋਂ ਖੋਲੇ ਜਾਂ ਤਾਂ ਬਣ ਗਿਆ ਜਾਂ ਬਣਨ ਜਾ ਰਿਹਾ ਹੈਗਾ। ਉਹ ਸਾਫ਼ ਦਿਖਾਈ ਦਿੰਦਾ ਹੈ। ਉਹ ਸਾਡੇ ਘਰ ਹੋ ਸਕਦੇ ਨੇ, ਸਾਡੀਆਂ ਸੱਥਾਂ ਹੋ ਸਕਦੀਆਂ ਨੇ, ਸਾਡੇ ਸਮਾਜਿਕ ਸੱਭਿਆਚਾਰਕ ਸੰਬੰਧ ਹੋ ਸਕਦੇ ਹੈ, ਜਾਂ ਉਹਨਾਂ ਦੇ ਵੱਖ-ਵੱਖ ਲੱਛਣ ਹੋ ਸਕਦੇ ਹੈ। ਉਹ ਜਿਹੜਾ ਗੱਲ ਹੈ ਉਹ ਬਹੁਤ ਹੀ ਦੁਖਦਾਈ ਹੈ, ਬਹੁਤ ਹੀ ਚਿੰਤਾ ਵਾਲੀ ਹੈ ਅਤੇ ਬਹੁਤ ਤੇਜ਼ੀ ਨਾਲ ਵੱਧ ਰਹੀ ਹੈਗੀ। ਅਸੀਂ ਜਿਹੜਾ ਆਰਥਿਕ ਪ੍ਰਬੰਧ ਲੈ ਕੇ ਚੱਲੇ ਹਾਂ ਪੂਰੇ ਭਾਰਤ ਲਈ, ਪੰਜਾਬ ਉਹਦੇ ਵਿੱਚ ਹੈ। ਜਿਸ ਤਰ੍ਹਾਂ ਦਾ ਸਾਡਾ ਸੰਘੀ ਢਾਂਚਾ ਹੈ ਅਤੇ ਸੂਬਿਆਂ ਦੀ ਹਾਲਤ ਕਮਜ਼ੋਰ ਹੈ, ਉਹ ਕੁੱਲ ਮਿਲਾ ਕੇ ਜਿਹੜਾ ਭਾਰਤ 'ਚ ਅਪਣਾਇਆ ਹੋਇਆ ਆਰਥਿਕ ਵਿਕਾਸ ਮਾਡਲ ਹੈ, ਉਹ ਜੋ ਉਪਜੀਆਂ ਹੋਈਆਂ ਬਹੁਤੀਆਂ ਸਮੱਸਿਆਵਾਂ ਹੰਢਾਉਣ ਲਈ ਅਸੀਂ ਮਜਬੂਰ ਹਾਂ। ਖਾਸ ਕਰਕੇ ਸਾਡੇ ਨੌਜਵਾਨ ਦੋਸਤ ਜਿਹੜੇ ਬੈਠੇ ਨੇ, ਇਹ ਲੰਬੀ ਜ਼ਿੰਦਗੀ ਇਹਨਾਂ ਨੇ ਜਿਉਣੀ ਹੈ, ਇਹ ਉਹ ਸਮੱਸਿਆਵਾਂ ਜ਼ਿਆਦਾ ਉਹਨਾਂ ਨਾਲ ਜੂਝ ਰਹੇ ਨੇ ਅਤੇ ਆਉਣ ਵਾਲੇ ਟਾਈਮ 'ਚ ਹੋਰ ਇਹਨਾਂ ਨੂੰ ਹੰਢਾਉਣੀਆਂ ਪੈ ਸਕਦੀਆਂ ਨੇ। ਇਹ ਨਿਰਾਸ਼ਤਾ ਵਾਲੇ ਪਾਸੇ ਨੂੰ ਹੈਗਾ। ਇਸੇ ਕਰਕੇ ਜੇ ਅੱਜ ਦੇਖਦੇ ਹਾਂ ਅਤੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਿੱਥੇ ਵੀ ਰਹਿਣ ਦਾ ਏਰੀਆ ਹੈਗਾ, ਉੱਥੇ ਜਾਂਦੇ ਹਾਂ ਤਾਂ ਸਾਨੂੰ ਮਕਾਨਾਂ ਨੂੰ ਬਹੁਤੇ ਜਿੰਦੇ ਲੱਗੇ ਹੋਏ ਮਿਲਦੇ ਨੇ, ਬਹੁਤ ਜ਼ਿਆਦਾ ਜਿੰਦੇ ਲੱਗੇ ਹੋਏ ਮਿਲਦੇ ਨੇ। ਅਤੇ ਜਾਂ ਤਾਂ ਕੋਈ ਬੰਦਾ ਜਿਹੜਾ ਹੈਗਾ ਪੈਸੇ ਦੇ ਕੇ ਉਠਾਇਆ ਗਿਆ, ਜਾਂ ਕੋਈ ਰਿਸ਼ਤੇਦਾਰ ਉਠਾਇਆ ਗਿਆ, ਜਾਂ ਇਕੱਲੇ ਜਿੰਦਿਆਂ ਦੇ ਆਸਰੇ 'ਤੇ ਜਿਹੜੇ ਕੈਮਰੇ ਨੇ ਉਹ ਵੱਡੇ ਲਵਾ ਦਿੱਤੇ ਗਏ, ਉਹ ਵੀ ਬੈਠੇ ਦੇਖੀ ਜਾਂਦੇ ਨੇ ਵੀ ਸਾਡਾ ਮਕਾਨ ਠੀਕ ਆ ਜਾਂ ਨਹੀਂ। ਉੱਧਰ ਨੂੰ ਖੋਲਿਆਂ ਵੱਲ ਨੂੰ ਅਸੀਂ ਜਾ ਰਹੇ ਹਾਂ। ਸੱਥਾਂ ਦੇ ਵਿੱਚੋਂ ਸਾਨੂੰ ਬਹੁਤ ਹੀ ਕੁਛ ਚੰਗਾ ਮਿਲਦਾ ਜਿੱਥੇ ਹੈਗੀਆਂ, ਪਰ ਸੱਥਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਸੱਥਾਂ ਵੀ ਖੋਲਿਆਂ ਵੱਲ ਨੂੰ ਵੱਧ ਰਹੀਆਂ ਨੇ ਕਿ ਉਹ ਵੱਖ-ਵੱਖ ਕਾਰਨਾਂ ਕਰਕੇ ਸੱਥਾਂ 'ਚੋਂ ਨਿਕਲ ਕੇ ਅਸੀਂ ਵੱਖ-ਵੱਖ ਥਾਵਾਂ 'ਤੇ ਪਹੁੰਚ ਗਏ। ਇਹਦੇ ਨਾਲ ਸਮਾਜਿਕ ਸੱਭਿਆਚਾਰਕ ਸੰਬੰਧ ਉਹ ਵੀ ਅਸੀਂ ਨਿਮਾਣ ਵੱਲ ਆ ਰਹੇ ਹੈਗੇ। ਅਤੇ ਜੇ ਦੇਖਿਆ ਜਾਵੇ ਆਰਥਿਕ ਵਿਕਾਸ ਮਾਡਲ 'ਚੋਂ ਜੋ ਕੁਛ ਸਾਨੂੰ ਦਿੱਤਾ ਗਿਆ, ਉਹਦੇ ਵਿੱਚੋਂ ਬਹੁਤ ਹੀ ਜਿਹੜੇ ਭੈੜੇ ਪੱਖ ਨੇ ਉਹ ਹੈ ਕਿ ਨੌਕਰੀਆਂ ਦੀ ਗੱਲ ਤਾਂ ਦੂਰ ਦੀ ਗੱਲ ਹੈ, ਸਾਨੂੰ ਕਿਸੇ ਵੀ ਤਰ੍ਹਾਂ ਦੀ ਘੱਟੋ ਘੱਟ ਆਮਦਨ ਹੈ ਜਿਹੜੀ ਉਹਦੀ ਗਰੰਟੀ ਨਹੀਂ ਹੈਗੀ ਕਿ ਜਿੰਨੀਆਂ ਕੁ ਮਨੁੱਖ ਦੀਆਂ ਮੁੱਢਲੀਆਂ 7 ਲੋੜਾਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ, ਉਹ ਕਿਸੇ ਵੀ ਤਰੀਕੇ ਨਾਲ ਪੂਰੀਆਂ ਨਹੀਂ ਹੋ ਰਹੀਆਂ। ਜੇ ਉਹ ਪੂਰੀਆਂ ਨਹੀਂ ਹੋ ਰਹੀਆਂ ਤਾਂ ਨਿਰਾਸ਼ਤਾ ਵਾਲੇ ਪਾਸੇ ਨੂੰ ਵੱਧ ਰਿਹਾ। ਕੁਛ ਸਾਡੀ ਜ਼ਿਆਦਾ ਨੌਜਵਾਨ ਪੀੜ੍ਹੀ ਜਿਹੜੀ ਹੈਗੀ, ਮੈਂ ਕੀ ਲੈਣਾ, ਇਟ ਇਜ਼ ਨਨ ਆਫ ਮਾਈ ਬਿਜ਼ਨਸ, ਇਹ ਉਸ ਅਪਰੋਚ ਨਾਲ ਚੱਲੇ, ਮੇਰਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਅਤੇ ਇੱਕ ਥੋੜ੍ਹੀ ਗਿਣਤੀ 'ਚ ਉਹ ਵੀ ਲੋਕ ਨੇ ਜਿਹੜੇ ਇੰਨੇ ਨਿਰਾਸ਼ ਹੋ ਗਏ, ਇੱਕ ਪਾਸੇ ਹੋ ਕੇ ਖੁਦਕਸ਼ੀਆਂ ਵੱਲ ਨੂੰ ਵੀ ਚੱਲ ਰਹੇ ਨੇ। ਪਰ ਹਾਲੇ ਵੀ ਜਿਉਂਦਾ ਜਾਗਦਾ ਵਰਗ, ਭਾਵੇਂ ਉਹਦੀ ਗਿਣਤੀ ਥੋੜ੍ਹੀ ਹੈ, ਉਹ ਵੀ ਹੈਗੇ ਜਿਹੜੇ ਕਹਿੰਦੇ ਵੀ ਸੰਘਰਸ਼ ਕਰਾਂਗੇ, ਜ਼ਿੰਦਗੀ 'ਚ ਅੱਗੇ ਵਧਾਂਗੇ, ਸਾਡਾ ਸੂਬਾ ਹੈ, ਸਾਡਾ ਦੇਸ਼ ਹੈ, ਇਹ ਸਾਡੀਆਂ ਸਮੱਸਿਆਵਾਂ ਨੇ, ਅਸੀਂ ਹੱਲ ਕਰਾਂਗੇ। ਪਰ ਵੱਡੀ ਗਿਣਤੀ 'ਚ ਜਦ ਮੈਂ ਸੁਬਾਹ ਸਾਜਰੇ ਆ ਗਿਆ, ਮੈਂ ਵੱਖ-ਵੱਖ ਬੁੱਕ ਸਟੈਂਡ 'ਤੇ ਗਿਆ ਕਿ ਜਿਹੜੀ ਕੋਈ ਚੰਗੀ ਕਿਤਾਬ ਮਿਲਦੀ ਹੈ ਮੈਂ ਉੱਥੋਂ ਉਹਨੂੰ ਦੇਖ ਸਕਾਂ, ਲੈ ਸਕਾਂ। ਤਾਂ ਇੱਕ ਪੂਰਾ ਬੁੱਕ ਸਟੈਂਡ ਆਈਲੈਟਸ 'ਤੇ ਲੱਗਿਆ ਹੈਗਾ। ਅਜੀਬ ਫਨੋਮਨ ਹੈ ਕਿ ਇੱਕ ਪੂਰਾ ਮਤਲਬ ਬੁੱਕ ਸਟੈਂਡ ਜਿਹੜਾ ਜਾਂ ਮਤਲਬ ਬੁੱਕ ਸ਼ਾਪ ਹੈ ਪੂਰੀ ਆਈਲੈਟਸ 'ਤੇ ਹੈਗੀ, ਅਤੇ ਉਸ ਆਈਲੈਟਸ 'ਚੋਂ
ਖੋਲਿਆਂ ਨਾਲ ਕੀ ਸੰਬੰਧ ਹੈਗਾ? ਖੋਲਿਆਂ ਨਾਲ ਸੰਬੰਧ ਵੱਡਾ ਹੈਗਾ। ਜਿੰਨੀ ਵੱਡੀ ਗਿਣਤੀ 'ਚ ਆਈਲੈਟਸ ਕਰਕੇ 12ਵੀਂ ਤੋਂ ਬਾਅਦ ਬੱਚੇ ਪੰਜਾਬ ਛੱਡ ਕੇ ਜਾਂ ਪੂਰੇ ਭਾਰਤ 'ਚੋਂ ਵੱਖ-ਵੱਖ ਜਗ੍ਹਾ ਤੋਂ ਛੱਡ ਕੇ ਸਾਡੀ ਗਿਣਤੀ ਜ਼ਿਆਦਾ ਆਉਂਦੀ ਹੈ, ਬਾਹਰ ਜਾ ਰਹੇ ਨੇ। ਅਤੇ ਉਹਦੇ ਨਾਲ ਸਾਡੇ ਖੋਲੇ ਬਣਨ 'ਚ ਜਿਹੜੇ ਵੱਖ-ਵੱਖ ਪੱਖ ਨੇ। ਪਹਿਲਾ ਪੱਖ ਹੈ ਕਿ ਬੌਧਿਕ ਹੁੰਜਾ, ਜਿੰਨੇ ਬੱਚੇ ਜਾ ਰਹੇ ਨੇ ਉਹ +2 ਤੋਂ ਬਾਅਦ ਜਾ ਰਹੇ ਨੇ ਅਤੇ ਉਹ ਪੜ੍ਹਨ ਲਈ ਵੀ ਥੋੜ੍ਹੇ ਜਿਹੇ ਉੱਪਰਲਿਆਂ 'ਚੋਂ ਆਉਂਦੇ ਨੇ। ਅਤੇ ਪੰਜਾਬ 'ਚੋਂ ਜਾਣ ਵਾਲਿਆਂ 'ਚੋਂ ਜ਼ਿਆਦਾ ਗਿਣਤੀ, ਇੱਕ ਸਰਵੇ ਅਸੀਂ ਸ਼ੁਰੂ ਕੀਤਾ ਸੀ ਜਿਹੜਾ ਕੋਵਿਡ-19 ਕਰਕੇ ਸਾਨੂੰ ਰੋਕਣਾ ਪਿਆ ਦੀ ਵਿਚਾਲੇ, ਪਟਿਆਲਾ ਜ਼ਿਲ੍ਹੇ ਦਾ ਹੋਇਆ ਸੀ। ਬਾਕੀ ਹੁਣ ਜਿਹੜਾ ਹੈਗਾ 23 ਜ਼ਿਲ੍ਹਿਆਂ ਦਾ ਅਸੀਂ ਕਰ ਰਹੇ ਹਾਂ। ਉਹ ਜੋ ਆਇਆ ਸੀ ਕਿ 92% ਬੱਚੇ ਜਿਹੜੇ ਹੈਗੇ ਪੰਜਾਬ 'ਚੋਂ ਬਾਹਰ ਜਾ ਰਹੇ ਨੇ, ਉਹ ਜਨਰਲ ਕਾਸਟ 'ਚੋਂ ਜਾ ਰਹੇ ਨੇ ਅਤੇ ਇਹ 'ਚੋਂ ਸਿਰਫ 1.5% ਬੱਚੇ ਦੂਜੀਆਂ ਜਨਰਲ ਕਾਸਟਾਂ ਤੋਂ ਨੇ। 91% ਤੋਂ ਥੋੜ੍ਹਾ ਜਿਹਾ ਵੱਧ ਜਿਹੜੇ ਹੈਗੇ ਉਹ ਜੱਟ ਕਾਸਟ ਤੋਂ ਜਾ ਰਹੇ ਨੇ। ਜਿਹੜੇ ਇਹ ਬੱਚੇ ਜਾ ਰਹੇ ਨੇ ਇਹ ਬੌਧਿਕ ਹੁੰਜਾ ਤਾਂ ਹੈ ਹੀ ਹੈ ਕਿ ਦੂਜਿਆਂ ਨਾਲੋਂ ਆਈਲੈਟਸ ਪਾਸ ਕਰਕੇ ਜਾ ਰਹੇ ਨੇ ਅਤੇ ਉਹਦਾ ਇੰਟਲੈਕਟ ਦਾ ਲੈਵਲ ਰਿਲੇਟਿਵਲੀ ਥੋੜ੍ਹਾ ਬਹੁਤਾ ਉੱਤੇ ਹੈਗਾ। ਜਦ ਬੌਧਿਕ ਹੁੰਜਾ ਫਿਰ ਰਿਹਾ ਹੈਗਾ ਤਾਂ ਪਿੱਛੇ ਕੀ ਹੋਊਗਾ? ਅਤੇ ਦੂਜੀ ਗੱਲ ਹੈ ਪੂੰਜੀ ਦਾ ਹੁੰਜਾ। ਪਹਿਲਾਂ ਜਦੋਂ ਮਾਈਗ੍ਰੇਸ਼ਨ ਹੁੰਦੀ ਸੀ, ਇੰਟਰਨੈਸ਼ਨਲ ਮਾਈਗ੍ਰੇਸ਼ਨ ਹੁੰਦੀ ਸੀ, ਤਾਂ ਪੈਸਾ ਪਿੱਛੇ ਨੂੰ ਆਉਂਦਾ, ਜਿਹਨੂੰ ਰੈਮਿਟੈਂਸਸ ਕਹਿੰਦੇ ਆ। ਉਹਦੇ ਨਾਲ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਵਿਕਾਸ ਦੇ ਕੰਮ ਸ਼ੁਰੂ ਹੋਏ। ਪਰ ਹੁਣ ਸਾਡੇ ਬੱਚੇ ਬਾਅਦ 'ਚ ਜਾ ਰਹੇ ਨੇ, ਪੈਸਾ ਉਹਨਾਂ ਦਾ ਪਹਿਲਾਂ ਜਾ ਰਿਹਾ ਅਤੇ ਉਹ ਪਹੁੰਚਦੇ ਨੇ, ਪੈਸਾ ਫੇਰ ਜਾ ਰਿਹਾ। ਉਹ ਪਹੁੰਚ ਚੁੱਕੇ ਹੁੰਦੇ ਨੇ PR, ਜਿਸ ਤਰ੍ਹਾਂ ਹੀ ਮਿਲਦੀ ਹੈ PR ਲੈ ਕੇ, ਫਿਰ ਪੈਸਾ ਹੋਰ ਜ਼ਿਆਦਾ ਜਾ ਰਿਹਾ ਹੈਗਾ। ਜਿਹੜਾ ਇਹ ਹੁੰਜਾ ਹੈ ਪੂੰਜੀ ਦਾ, ਇਹ 'ਚ ਅਸੀਂ ਦੇਖਿਆ ਕਿ ਜਿੰਨੇ ਪੈਸੇ ਆ ਰਹੇ ਨੇ ਸਿਰਫ 34% ਬੱਚੇ ਸੀ ਜਿਨ੍ਹਾਂ ਨੇ 4 ਲੱਖ ਤੋਂ ਘੱਟ ਪੈਸੇ ਪਿੱਛੇ ਵਾਪਸ ਭੇਜੇ ਨੇ, 4 ਲੱਖ ਰੁਪਏ ਤੋਂ ਘੱਟ ਭੇਜੇ ਨੇ। ਅਤੇ ਜਦੋਂ ਉਹਨਾਂ ਦਾ ਕਰਜ਼ਾ ਜਿਹੜਾ ਹੈਗਾ ਉਦੋਂ 20 ਤੋਂ 25 ਲੱਖ ਵਾਲਿਆਂ ਦੇ ਵਿੱਚ ਆਉਂਦਾ ਹੈਗਾ। ਬਾਕੀ ਤਾਂ ਦੂਜੇ ਪਾਸੇ ਨੂੰ ਹੈਗਾ ਕਿ ਪਹਿਲਾਂ ਜਿਹੜਾ ਸਰਬਣ ਪੁੱਤਰ ਹੁੰਦਾ ਸੀ ਜਾਂ ਬੱਚਾ ਮਾਂ ਪਿਓ ਨੂੰ ਲੱਗਦਾ ਸਾਡਾ ਸਰਬਣ ਪੁੱਤ ਹੈਗਾ, ਉਹ ਕੁਛ ਹੋਰ ਪੁੱਤ ਬਣ ਗਿਆ ਅਤੇ ਉਹ ਤਾਂ ਟੇਢਾ ਝਾਕਣ ਲੱਗ ਪਿਆ। ਉਹ ਕਹਿੰਦਾ ਕਿ ਬਾਪੂ ਜਾਂ ਬੇਬੇ ਤੁਰਦੇ ਫਿਰਦੇ ਜਲਦੀ ਚੱਲ ਜਾਣ ਠੀਕ ਹੈ, ਜੇ ਲੰਬੇ ਪੈ ਗਏ ਫਿਰ ਕੋਈ ਗੇੜਾ ਮਾਰਨਾ ਪਊਗਾ, ਜਿਹੜਾ ਅਸੀਂ ਮਾਰਨਾ ਨਹੀਂ। ਜ਼ਿਆਦਾ ਦੀ ਟੈਂਡੈਂਸੀ ਇਹ ਹੈਗੀ। ਜਿਹੜਾ ਸਰਬਣ ਪੁੱਤਰ ਦੀ ਜਗ੍ਹਾ ਉਹ ਡਾਲਰ ਦਾ, ਪਾਉਂਡ ਦਾ, ਯੂਰੋ ਦਾ ਪੁੱਤ ਹੋ ਗਿਆ ਅਤੇ ਪਿੱਛੇ ਖੋਲਾ ਬਣ ਰਿਹਾ ਹੈਗਾ। ਅਤੇ ਉਹਦੇ ਵਿੱਚੋਂ ਜਿਹੜੀ ਸਮੱਸਿਆ ਹੈ, ਅਤੇ ਇੱਥੇ ਮਾਂ ਪਿਓ, ਹਾਲਾਂਕਿ ਸਾਡੇ ਸਮਾਜਿਕ ਸੰਬੰਧ ਇੱਥੇ ਵਾਲੇ ਪਹਿਲਾਂ ਨਾਲੋਂ ਘੱਟ ਨਿੱਘੇ ਨੇ, ਪਰ ਫਿਰ ਵੀ ਕੋਈ ਨਾ ਕੋਈ ਤਾਇਆ, ਚਾਚਾ, ਬਾਬਾ, ਬੇਬੇ, ਅੰਮਾ ਕਹਿਣ ਵਾਲਾ ਮਿਲਦਾ, ਮਾੜਾ ਮੋਟਾ ਕੋਈ ਪੁੱਛ ਜਾਂਦਾ ਹੈ, ਠੀਕ ਹੈ। ਪਰ ਜਿਹੜੇ ਉੱਥੇ ਚਲੇ ਗਏ ਉਹਨਾਂ ਬਾਰੇ ਰਾਜ ਕਾਕੜੇ ਦਾ ਇੱਕ ਗੀਤ ਹੈਗਾ, ਸਹੁੰ ਰੱਬ ਦੀ ਬਿਸ਼ਨ ਕੁਰੇ ਮਹਿੰਗਾ ਪਿਆ ਕੈਨੇਡਾ। ਉਹ 'ਚ ਜਿਹੜਾ ਗੀਤ ਹੈ ਉਹ 4-4.5 ਮਿੰਟ ਦਾ ਗੀਤ ਹੈ। ਇੱਕ ਵਾਰੀ ਮਹਿੰਗਾ ਪਿਆ ਕੈਨੇਡਾ ਕਹਿੰਦਾ, ਦੂਜੀ ਵਾਰੀ ਕਹਿੰਦਾ ਸਾਨੂੰ ਮਹਿੰਗਾ ਪਿਆ ਕੈਨੇਡਾ, ਤੀਜੀ ਵਾਰੀ ਉਹਦੇ ਵਿੱਚ ਕਹਿੰਦਾ ਆਪਾਂ ਨੂੰ ਮਹਿੰਗਾ ਪਿਆ ਕੈਨੇਡਾ। ਉਹ ਤਿੰਨਾਂ ਦੇ ਵੱਖ-ਵੱਖ ਅਰਥ ਨੇ, ਪਰ ਗੱਲ ਉਹ ਖੋਲਿਆਂ ਵੱਲ ਦੀ ਹੈਗੀ ਕਿ ਉਹ ਜੋ ਜ਼ਿਆਦਾ ਗਿਣਤੀ ਬੱਚੇ ਉਹ ਨੇ ਜਿਹੜੇ ਕਹਿੰਦੇ ਜਿਹੜੀ ਪਹਿਲਾਂ ਤਾਂ ਪੂੰਜੀ ਸਾਨੂੰ ਦਿੱਤੀ ਆ ਉਹ ਠੀਕ ਹੈ, ਤੁਸੀਂ ਜਲਦੀ ਚੱਲਦੇ ਬਣੋ ਕਿ ਅਸੀਂ ਇੱਥੇ ਘਰ ਲੈਣੇ ਨੇ, ਅਸੀਂ ਇੱਥੇ ਗੱਡੀਆਂ ਲੈਣੀਆਂ ਨੇ, ਅਸੀਂ ਆਪਦਾ ਲਿਵਿੰਗ ਸਟੈਂਡਰਡ ਉੱਚਾ ਕਰਨਾ ਹੈ ਅਤੇ ਇੱਥੇ ਵਾਲੀ ਜਿਹੜੀ ਜਾਇਦਾਦ ਆ ਉਹਨੂੰ ਵੇਚ ਕੇ ਸਾਨੂੰ ਪੈਸਾ ਮਿਲੇ। ਇਹਦਾ ਇੱਕ ਹੋਰ ਮਾਰੂ ਪੱਖ, ਜ਼ਮੀਨ ਦੀ ਵੰਡ ਪਹਿਲਾਂ ਹੀ ਇਹ ਸਾਂਭੀ ਹੈ, ਜ਼ਮੀਨ ਵੱਡਿਆਂ ਕੋਲ ਇਕੱਠੀ ਹੋ ਰਹੀ ਹੈ ਅਤੇ ਜਦੋਂ ਇਹਨਾਂ ਦੀ ਜ਼ਮੀਨ ਵਿਕਦੀ ਹੈ ਤਾਂ ਉਹਨੂੰ ਜ਼ਿਆਦਾ ਜ਼ਮੀਨ ਵਾਲੇ ਜਾਂ ਜ਼ਿਆਦਾ ਅਮੀਰ ਬੰਦੇ ਲੈ ਰਹੇ ਨੇ। ਅੱਜ ਕੱਲ੍ਹ ਜਿਹਨਾਂ ਦੀ ਵੱਡੇ ਸ਼ਹਿਰਾਂ 'ਚ ਖਾਸ ਕਰਕੇ ਚੰਡੀਗੜ੍ਹ ਜਾਂ ਉਹਦੇ ਆਲੇ ਦੁਆਲੇ ਸ਼ਹਿਰਾਂ 'ਚ ਜ਼ਮੀਨ ਵਿਕਦੀ ਹੈ, ਉਹ ਆ ਕੇ ਜ਼ਮੀਨ 'ਤੇ ਕਾਬਜ਼ ਹੋ ਰਹੇ ਨੇ, ਉਹਨਾਂ 'ਚੋਂ ਖੇਤੀ ਕਰਨ ਵਾਲੇ ਵੀ ਘੱਟ ਨੇ। ਇਹ ਦੂਜਾ ਹੁੰਜਾ ਹੈਗਾ। ਇਹ ਤੀਜਾ ਹੁੰਜਾ ਜਿਹੜਾ ਹੈਗਾ ਉਹ ਹੈਗਾ ਡੈਮੋਗ੍ਰਾਫਿਕ ਡਿਵੀਡੈਂਡ ਦਾ। ਨੌਜਵਾਨ ਉਮਰ ਦੇ ਬੱਚੇ ਪੂਰੇ ਦੇਸ਼ ਕਲੇਮ ਕਰਦਾ ਹੈ, ਸਾਡੇ ਹੁਕਮਰਾਨ ਕਲੇਮ ਕਰਦੇ ਨੇ, ਇਹ ਸੂਬੇ ਵਾਲੇ ਕਲੇਮ ਕਰਦੇ ਆ ਸਾਡੇ ਕੋਲ ਡੈਮੋਗ੍ਰਾਫਿਕ ਡਿਵੀਡੈਂਡ ਹੈਗਾ, ਜਨਸੰਖਿਅਕ ਲਾਭਅੰਸ਼, ਕਿ ਨੌਜਵਾਨ ਪੀੜ੍ਹੀ ਸਾਡੇ ਕੋਲ ਬਾਕੀ ਮੁਲਕਾਂ ਦੇ ਮੁਕਾਬਲੇ ਜ਼ਿਆਦਾ ਹੈ। ਪਰ ਇਹ ਤਾਂ ਅਸੀਂ ਇੱਕ ਭੁਲੇਖਾ ਪਾਲ ਰਹੇ ਹਾਂ, ਸਾਡੀ ਨੌਜਵਾਨ ਪੀੜ੍ਹੀ ਤਾਂ ਘਟ ਰਹੀ ਹੈ, ਅਸੀਂ ਤਾਂ ਕਿਸੇ ਪਾਸੇ ਨੂੰ ਹੋਰ ਜਾ ਰਹੇ ਹਾਂ, ਨਵੇਂ ਅੰਕੜੇ ਵੀ ਆਉਣੇ ਸ਼ੁਰੂ ਹੋ ਗਏ ਨੇ। ਪਰ ਜਿਹੜੀ ਪਿੱਛੇ ਸਮੱਸਿਆਵਾਂ ਖੜੀਆਂ ਹੋ ਰਹੀਆਂ ਨੇ ਉਹ ਸਮੱਸਿਆਵਾਂ ਬਹੁਤ ਜ਼ਿਆਦਾ ਵੱਡੀਆਂ ਖੜੀਆਂ ਹੋ ਰਹੀਆਂ ਨੇ ਕਿ ਅਸੀਂ ਕੀ ਕਰ ਰਹੇ ਹਾਂ, ਕਿੱਧਰ ਨੂੰ ਜਾ ਰਹੇ ਹਾਂ। ਇੱਕ ਜਿੰਨੇ ਨੌਜਵਾਨ ਦੋਸਤ ਬੈਠੇ ਨੇ ਇਹ ਜ਼ਿਆਦਾ ਅਵੇਅਰ ਹੋਣਗੇ, ਤੁਹਾਨੂੰ ਵੀ ਪਤਾ ਹੋਊਗਾ ਜਿਹੜੇ +2 ਕਰਕੇ ਸਾਡੇ ਬੱਚੇ ਉੱਥੇ ਜਾ ਰਹੇ ਨੇ ਉਹਨਾਂ ਦੀ ਜ਼ਿੰਦਗੀ ਕੀ ਹੈ, ਉੱਥੇ ਕੀ ਕਰਦੇ ਨੇ,
ਤੇ ਇੱਥੋਂ ਮਿਡਲ ਇਨਕਮ ਗਰੁੱਪ ਜਾਂ ਅਪਰ ਮਿਡਲ ਇਨਕਮ ਗਰੁੱਪ 'ਚੋਂ ਜਾ ਰਹੇ ਨੇ, ਪਰ ਉੱਥੇ ਤਾਂ ਜਿਹੜਾ ਹੈਗਾ ਉਹ ਬੇਸਮੈਂਟਾਂ 'ਚ ਰਹਿੰਦੇ ਨੇ ਤੇ ਲੋ ਇਨਕਮ ਗਰੁੱਪ 'ਚ ਪਲੇਸ ਹੁੰਦੇ ਨੇ ਤੇ ਆਉਣ ਵਾਲੀ ਪੀੜ੍ਹੀ ਵੀ ਉਹਦੀ ਉੱਥੇ ਹੀ ਪਲੇਸ ਹੋਣੀ ਹੈ। ਤੇ ਉਹ ਇਹ ਨਹੀਂ ਕਿ ਉਹ ਆਪਣੇ ਆਪ ਗਏ ਨੇ, ਉਹਨਾਂ ਨੂੰ ਭੇਜਣ ਲਈ ਸਾਡਾ ਆਰਥਿਕ ਪ੍ਰਬੰਧ, ਸਾਡਾ ਸਮਾਜਿਕ ਪ੍ਰਬੰਧ ਜ਼ਿੰਮੇਵਾਰ ਹੈ। ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ, ਸਭ ਤੋਂ ਵੱਡੀ ਗਿਣਤੀ 'ਚ ਜੇ ਉਹਨਾਂ ਦੇਸ਼ਾਂ 'ਚ ਕੋਈ ਸੰਘਰਸ਼ ਕਰ ਰਹੇ ਸੀ ਜਾਂ ਪ੍ਰੋਟੈਸਟ ਕਰ ਰਹੇ ਸੀ, ਉਹ ਸਾਡੇ ਨੌਜਵਾਨ ਪੀੜ੍ਹੀ ਵਾਲੇ ਬੱਚੇ ਸੀ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਇੱਥੇ ਤਾਂ ਅਸੀਂ ਆ ਗਏ, ਪਰ ਜਿਹੜੀ ਸਾਡੀ ਜੋ ਸੁੱਖ ਛੱਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ ਵਾਲੀ ਗੱਲ ਵੀ ਸਾਡੇ ਪਿੱਛੇ ਜਿਹੜੇ ਖੋਲੇ ਬਣਦੇ ਜੇ ਉਹ ਕਿਸ ਤਰ੍ਹਾਂ ਵੱਜ ਜਾਣ, ਉਹ ਵਾਪਸ ਆਉਣ ਦੀ ਵੀ ਅੰਦਰੋਂ ਰੀਝ ਉਹਨਾਂ ਦੇ ਅੰਦਰ ਹੈਗੀ। ਇਸ ਲਈ ਜਿੰਨੇ ਇਹ ਵੱਖ-ਵੱਖ ਹੁੰਝੇ ਫਿਰ ਰਹੇ ਨੇ, ਇਹਨਾਂ ਦੀਆਂ ਸਮੱਸਿਆਵਾਂ ਨੇ। ਜੇ ਆਰਥਿਕ ਪ੍ਰਬੰਧ 'ਚੋਂ ਬਹੁਤ ਹੀ ਮਤਲਬ ਘੱਟ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਗੁਰਸੇਵਕ ਲੰਬੀ ਵਾਲੀ ਗੱਲ, ਚੁੱਲ੍ਹਿਆਂ ਵਿੱਚ ਅੱਗ ਨਹੀਂ, ਸਿਰਾਂ ਉੱਤੇ ਪੱਗ ਨਹੀਂ, ਜਾਂ ਸੰਤ ਰਾਮ ਉਦਾਸੀ ਦੀ ਗੱਲ, ਕੰਬੀਆਂ ਦਾ ਵਿਹੜਾ, ਉਹ ਜਿਹੜਾ ਕੁਛ ਹੈ ਉਹ ਸਾਰਾ ਰਿਫਲੈਕਟ ਹੋ ਰਿਹਾ ਹੈਗਾ। ਅਤੇ ਜਿਹੜੀ ਪੰਜਾਬ 'ਚ ਨਿਰਾਸ਼ਤਾ ਹੈ, ਭਾਵੇਂ ਖੇਤੀਬਾੜੀ ਬਹੁਤ ਹੀ ਮਹੱਤਵਪੂਰਨ ਖੇਤਰ ਹੈ ਇਕੋਨਮੀ ਦਾ, ਪਰ ਖੇਤੀਬਾੜੀ ਖੇਤਰ 'ਚ ਤਿੰਨ ਵਰਗ ਨੇ, ਕਿਸਾਨ ਨੇ, ਖੇਤ ਮਜ਼ਦੂਰ ਨੇ, ਛੋਟਾ ਪੇਂਡੂ ਕਾਰੀਗਰ ਹੈ। ਛੋਟੇ ਪੇਂਡੂ ਕਾਰੀਗਰ ਨੂੰ ਸਾਡੀ ਟੈਕਨੋਲੋਜੀ ਜਾਂ ਹੋਰ ਕਾਰਨਾਂ ਕਰਕੇ ਰਿਡਿਊਸ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਮਜ਼ਦੂਰਾਂ ਵੱਲ ਨੂੰ ਆ ਰਹੇ ਨੇ। ਪਰ ਜਿਹੜੇ ਖੇਤ ਮਜ਼ਦੂਰ ਹੈ ਉਹਨਾਂ ਦੀ ਹਾਲਤ ਬਹੁਤ ਹੀ ਨਿਰਾਸ਼ਾ ਵਾਲੀ ਬਣਾਈ ਹੋਈ ਹੈ, ਕਿਉਂਕਿ ਜਿਹੜੀ ਨਵੀਂ ਖੇਤੀਬਾੜੀ ਦੀ ਯੁਗਤ ਅਪਣਾਈ ਹੈ ਉਹ 'ਚ ਮਸ਼ੀਨਰੀ ਦੀ ਵਰਤੋਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਨੇ ਉਹਨਾਂ ਦਾ ਰੁਜ਼ਗਾਰ ਖੋਹ ਲਿਆ ਅਤੇ ਹੋਰ ਜਿਹੜੀਆਂ ਤਕਨੀਕਾਂ ਆ ਰਹੀਆਂ ਉਹਨਾਂ ਦਾ ਰੁਜ਼ਗਾਰ ਲਗਾਤਾਰ ਖੋਹ ਰਹੀਆਂ ਨੇ। ਅਤੇ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਨੇ ਆਪਣੀ ਸਮਰੱਥਾ ਮੁਤਾਬਕ ਵੱਧ ਯੋਗਦਾਨ ਪਾਇਆ, ਪਰ ਉਸ ਤੋਂ ਬਾਅਦ ਇਹ ਜਿਹੜਾ ਸਾਡਾ ਜਗੀਰੂ ਰੁਚੀਆਂ ਨੇ, ਜਗੀਰੂ ਘੁਰਕਾਂ ਨੇ, ਜਗੀਰੂ ਗਾਲਾਂ ਨੇ, ਉਹ ਦੇਖਣ ਨੂੰ ਵੀ ਸਾਨੂੰ ਮਿਲਦੀਆਂ ਨੇ। ਜਦੋਂ ਕਦੇ ਲੇਬਰ ਦੀ ਸ਼ਾਰਟੇਜ ਆਉਂਦੀ ਹੈ, ਬਿਹਾਰ ਉੱਤਰ ਪ੍ਰਦੇਸ਼ ਤੋਂ ਲੇਬਰ ਘੱਟ ਆਉਂਦੀ ਹੈ, ਇੱਥੋਂ ਵਾਲੇ ਸਾਡੀ ਐਗਰੀਕਲਚਰ ਲੇਬਰ ਥੋੜ੍ਹੇ ਜਿਹੇ ਪੈਸੇ ਵੱਧ ਮੰਗਦੀ ਹੈ, ਤਾਂ ਉਹ ਦੇਖਣ ਨੂੰ ਵੀ ਗੱਲ ਮਿਲਦੀ ਹੈ। ਉਹ ਵੀ ਨਿਰਾਸ਼ਾ ਵਾਲੀ ਗੱਲ ਹੈਗੀ। ਪਰ ਅੱਜ ਕਿੰਨੇ ਦਹਾਕਿਆਂ ਬਾਅਦ ਆਜ਼ਾਦ ਹੋਣ ਤੋਂ ਜੇ ਉਹਨਾਂ ਦੇ ਘਰਾਂ ਜਾ ਕੇ ਦੇਖਦੇ ਹਾਂ ਤਾਂ ਉਹਨਾਂ ਦੇ ਘਰਾਂ ਦੀ ਹਾਲਤ ਉਹ ਸੰਤ ਰਾਮ ਉਦਾਸੀ ਵਾਲੇ ਜਿਹੜੀ ਚਿੱਤਰਨ ਕੀਤਾ ਉਹਨੇ, ਉਸ ਤੋਂ ਵੀ ਕਿਤੇ ਭੈੜੀ ਦਿਖਾਈ ਦਿੰਦੀ ਹੈਗੀ। ਇੱਕ ਬੰਦਾ ਕੋਈ EPW 'ਚ ਕੰਮ ਕਰਦਾ ਸੀ, ਕਿਸੇ ਦੇ ਰੈਫਰੈਂਸ ਨਾਲ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਤੁਸੀਂ ਜਿਹੜਾ ਦਲਿਤਾਂ 'ਤੇ ਕੰਮ ਕੀਤਾ ਇਹ ਵਧਾ ਚੜ੍ਹਾ ਕੇ ਕੀਤਾ ਹੈ। ਅਤੇ ਮੈਂ ਆਪਦੇ ਪਿੰਡ ਸੀ, ਖੰਨੇ ਨਜ਼ਦੀਕ ਪਿੰਡ ਈਸੜੂ ਹੈ, ਅਤੇ ਉਹਨੇ ਚਲੋ ਇੰਟਰਵਿਊ ਕੀਤੀ। ਇੰਟਰਵਿਊ ਕਰਨ ਤੋਂ ਬਾਅਦ ਕਹਿੰਦਾ ਵੀ ਮੈਨੂੰ ਤਾਂ ਇੱਥੇ ਕੋਈ ਗਰੀਬੀ ਗਰੂਬੀ ਦਿਖਦੀ ਨਹੀਂ ਹੈਗੀ। ਮੈਂ ਕਿਹਾ ਜੇ ਤੁਹਾਡੇ ਕੋਲ ਟਾਈਮ ਹੈ ਚਲੋ ਮੈਂ ਉਹਨੂੰ ਕਹਿੰਦਾ ਹੈਗਾ। ਉਹ ਮੇਰੇ ਨਾਲ ਬੈਠਿਆ ਕਾਰ 'ਚ, ਅਸੀਂ ਗਏ, ਪਹਿਲਾਂ 5-7 ਘਰ ਦੇਖੇ, ਕਹਿੰਦਾ ਮਹਿਲਨੁਮਾ ਘਰ ਨੇ, ਇੱਥੇ ਦਾ ਗਰੀਬੀ ਕਦੇ ਲਵੇ ਲਾਉਣੇ ਵੀ ਨਹੀਂ ਆ ਸਕਦੀ। ਮੈਂ ਕਿਹਾ ਆਪਾਂ ਦਲਤਾਂ ਵਾਲੇ ਵਿਹੜੇ ਚੱਲਦੇ ਹਾਂ, ਫਿਰ ਪਤਾ ਲੱਗੂ। ਜਦੋਂ ਦਲਤਾਂ ਵਾਲੇ ਵਿਹੜੇ ਗਏ, ਪਹਿਲੀਆਂ 2 ਬੀਹਾਂ ਦੇਖੀਆਂ, ਉਹ 4 ਫੁੱਟ ਚੌੜੀਆਂ, ਇਫੈਕਟਿਵ ਤੁਰਨ ਲਈ 3 ਫੁੱਟ ਥਾਂ, 6-6 ਇੰਚ ਦੀਆਂ ਨਾਲੀਆਂ। ਉਹ ਕਹਿੰਦਾ ਵੀ ਇੰਨੇ ਤੰਗ ਗਲੀਆਂ ਦੇ ਵਿੱਚ ਕਿਵੇਂ ਜ਼ਿੰਦਗੀ ਜਿਉਂਦੀ ਹੋਊਗੀ। ਮੈਂ ਨਹੀਂ, ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਢਿੱਡਾਂ ਨੂੰ ਗੱਠਾਂ ਦੇ ਕੇ ਜਾਂ ਸਰਕਾਰ ਵੱਲੋਂ ਦਿੱਤੀ ਹੋਈ ਰਿਜ਼ਰਵੇਸ਼ਨ ਦਾ ਕੋਈ ਫਾਇਦਾ ਲੈ ਕੇ ਜਿਹੜਾ ਥੋੜ੍ਹਾ ਬਹੁਤਾ ਕੰਮ ਕਰ ਲਿਆ। ਇਹ ਇੱਥੇ ਆ ਕੇ ਇਹ ਜ਼ਮੀਨ ਖਰੀਦੀ ਹੋਇਆ, ਉਹਦੇ ਵਿੱਚ 4 ਫੁੱਟ ਚੌੜੀਆਂ ਨੇ। ਮੈਂ ਕਿਹਾ ਅਸਲੀ ਵਿਹੜਾ ਜਿਹੜੇ ਸਾਡੇ ਬਜ਼ੁਰਗਾਂ ਨੇ ਜਨਰਲ ਕਾਸਟ ਵਾਲੇ ਨੇ ਦਿੱਤਾ, ਮੈਂ ਤੁਹਾਨੂੰ ਉਹ ਦਿਖਾ ਕੇ ਲਿਆਉਣਾ। ਜਾਂ ਉੱਥੇ ਗਏ, 3 ਫੁੱਟ ਚੌੜੀਆਂ ਬੀਹਾਂ ਦਿਖਾਈਆਂ, ਉਹ 'ਚੋਂ 6-6 ਇੰਚ ਦੀਆਂ ਨਾਲੀਆਂ ਜਿਹੜੀਆਂ ਸਰਪੰਚ ਨੇ ਹੁਣ ਬਣਾਈਆਂ ਹੋਏ ਨੇ, ਅਤੇ ਇਫੈਕਟਿਵ ਥਾਂ ਤੁਰਨ ਲਈ 2 ਫੁੱਟ ਸੀ, ਜਿਸ 'ਚ 2 ਬੰਦੇ ਸਿੱਧੇ ਹੋ ਕੇ ਤੁਰ ਨਹੀਂ ਸਕਦੇ। ਫਿਰ ਉਹ ਸਿਰ ਫੜ ਕੇ ਬਹਿ ਗਿਆ ਸੀ ਕਿ ਤੁਹਾਡਾ ਜਿਹੜਾ ਕੰਮ ਕੀਤਾ ਹੈ ਉਹ ਗਰਾਊਂਡ ਲੈਵਲ 'ਤੇ ਹੈ, ਗਰਾਸ ਰੂਟ ਲੈਵਲ 'ਤੇ ਹੈ, ਔਖਾ ਹੈਗਾ। ਇਸ ਲਈ ਜਦੋਂ ਪੰਜਾਬ ਦਾ ਓਵਰਆਲ ਸਿਨੈਰੀਓ ਦੇਖਦੇ ਹਾਂ ਤਾਂ ਉਹਦੇ ਵਿੱਚ ਨਿਰਾਸ਼ਤਾ ਜਿਹੜੀ ਹੈਗੀ ਬਹੁਤ ਤੇਜ਼ੀ ਨਾਲ ਵੱਧਦੀ ਨਜ਼ਰ ਆਉਂਦੀ ਹੈਗੀ। ਪਰ ਇਹ ਜਿਹੜੀ ਨਿਰਾਸ਼ਤਾ ਹੈ ਇਹਦੇ ਸਿਰਫ ਇੰਨੇ ਕੁ ਪੱਖ ਨਹੀਂ, ਇਹਦੇ ਪੱਖ ਤਾਂ ਹੋਰ ਵੀ ਬਹੁਤ ਜ਼ਿਆਦਾ ਨੇ। ਜੇ ਇਹ 'ਚੋਂ ਜਿਹੜਾ ਹੈਗਾ ਅਕਿਊਟ ਮਟੀਰੀਅਲਿਜ਼ਮ, ਐਕਸੈਸਿਵ ਇੰਡੀਵਿਜੂਅਲਿਜ਼ਮ ਵਾਲੀਆਂ ਟੈਂਡੈਂਸੀ ਦਿਖ ਰਹੀਆਂ ਨੇ, ਉਹ 'ਚੋਂ ਐਸਕੇਪਿਜ਼ਮ ਵਾਲੀ ਗੱਲ ਲੱਗਦੀ ਹੈ ਕਿ ਇੱਥੇ ਨਹੀਂ ਰਹਿਣਾ, ਉੱਥੇ ਜਾਣਾ ਹੈ, ਜਾਂ ਜਹਾਜ਼ ਚੜਾਉਣਾ ਜਾਂ ਜਹਾਜ਼ 'ਤੇ ਚੜ੍ਹਨਾ, ਉਹ ਸਮੱਸਿਆਵਾਂ ਵੀ ਨਜ਼ਰ ਆਉਂਦੀਆਂ ਨੇ। ਅਤੇ ਜੇ ਗੱਲ ਉਮੀਦ ਦੀ ਗੱਲ ਕਰਦੇ ਹਾਂ, ਉਮੀਦ ਜ਼ਰੂਰ ਡਿੱਕ ਡੋਲੇ ਖਾਂਦੀ ਹੈਗੀ, ਕਦੇ ਕਦੇ ਹੋ ਜਾਂਦੀ ਹੈ ਕਿ ਗੱਲ ਬਣੂ, ਪਰ ਗੱਲ ਬਣਨੀ ਹੈ ਸਿਰਫ ਅਤੇ ਸਿਰਫ ਨੌਜਵਾਨ ਪੀੜ੍ਹੀ ਦੇ ਨਾਲ, ਤੁਹਾਡੇ ਸੋਚਣ ਨਾਲ, ਤੁਹਾਡੇ ਕੁਛ ਕਰਨ ਨਾਲ ਗੱਲ ਬਣਨੀ ਹੈ। ਅਤੇ ਉੱਥੇ ਕੁਛ ਉਮੀਦ ਡਿੱਕ ਡੋਲਿਆਂ ਤੋਂ ਅੱਗੇ ਵੀ ਚੱਲ ਜਾਂਦੀ ਹੈ ਕਿ ਤੁਸੀਂ ਕੁਛ ਕਰ ਲਓਗੇ। ਜਿਸ ਤਰ੍ਹਾਂ ਕਿਸਾਨ ਸੰਘਰਸ਼ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਖਾਸ ਕਰਕੇ ਜਿਹੜੇ ਵੱਡੇ ਲੀਡਰ ਨੇ, ਬੁੱਢੇ ਲੀਡਰ ਹੈ, ਉਹਨਾਂ ਨੂੰ ਭੁਲੇਖਾ ਸੀ ਕਿ ਨੌਜਵਾਨ ਕੁਛ ਨਹੀਂ ਕਰਦੇ। ਉਹ ਭੁਲੇਖੇ ਵੀ ਟੁੱਟੇ ਅਤੇ ਉਹ ਅੱਗੇ ਵੀ ਆਏ। ਪਰ ਹੁਣ ਫੇਰ
ਜਿਹੜੀ ਡਾਵਾਡੋਲ ਸਿਚੁਏਸ਼ਨ ਹੈ ਉਹ 'ਚੋਂ ਸਾਨੂੰ ਨਿਕਲਣਾ ਪਊਗਾ ਤੇ ਪੰਜਾਬ ਨੂੰ ਵੀ ਬਚਾਉਣਾ ਪਊ, ਪੂਰੇ ਭਾਰਤ ਨੂੰ ਵੀ ਬਚਾਉਣਾ ਪਊ ਤੇ ਜਿਹੜੇ ਜਿੰਨੇ ਅਸੀਂ ਰਹਿੰਦੇ ਹਾਂ ਇਹਨਾਂ ਨੂੰ ਬਚਾਉਣਾ ਪਊ। ਇਸ ਲਈ ਇੱਧਰ ਨੂੰ ਸਾਨੂੰ ਹੰਭਲੇ ਮਾਰਨ ਦੀ ਲੋੜ ਪੈਣੀ ਹੈ। ਜੇ ਹੰਭਲੇ ਮਾਰਨ ਦੀ ਲੋੜ ਪੈਣੀ ਹੈ ਤਾਂ ਮੈਂ ਆਪਦੀ ਆਖਰੀ ਗੱਲ ਹਿੰਦੀ ਦੇ ਕਵੀ ਨੇ ਦੁਸ਼ਯੰਤ ਕੁਮਾਰ, ਉਹਨਾਂ ਦੀ ਇੱਕ ਕਵਿਤਾ ਜੋ ਲਿਖਿਆ 4 ਸਤਰਾਂ ਨਾਲ ਸਮਾਪਤ ਕਰ ਦਿੰਦਾ। ਇਹ ਸਾਰਾ ਜਿਸਮ ਬੋਝ ਨਾ ਪੰਜਾਬੀ ਦੇ ਵਿੱਚ ਬੋਲਦਾ, ਇਹ ਸਾਰਾ ਜਿਸਮ ਬੋਝ ਨਾ ਝੁੱਕ ਕੇ ਦੂਰਾ ਹੋਇਆ ਹੋਏਗਾ, ਮੈਂ ਸਜਦੇ ਵਿੱਚ ਨਹੀਂ ਤੁਹਾਨੂੰ ਧੋਖਾ ਲੱਗਿਆ ਹੋਏਗਾ, ਇੱਥੇ ਤੱਕ ਆਉਂਦੇ ਆਉਂਦੇ ਸੁੱਕ ਜਾਂਦੀਆਂ ਹਨ ਸਾਰੀਆਂ ਨਦੀਆਂ, ਮੈਨੂੰ ਪਤਾ ਪਾਣੀ ਕਿੱਥੇ ਰੁਕਿਆ ਹੋਏਗਾ। ਪਾਣੀ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿੱਥੇ ਰੁਕਿਆ ਹੈ। ਪਾਣੀ ਆਰਥਿਕ ਵਿਕਾਸ ਮਾਡਲ 'ਚ ਰੁਕਿਆ ਹੈ, ਜਿਹੜੇ ਉੱਪਰਲੇ 1% ਨੂੰ ਗੱਫੇ ਜਾ ਰਹੇ ਨੇ, ਬਾਕੀ ਜਿਹੜਾ ਹੈਗਾ 80% ਦਾ ਗਲ ਘੁੱਟਿਆ ਜਾ ਰਿਹਾ ਹੈਗਾ। ਇਸ ਲਈ ਜਦ ਤੱਕ ਅਸੀਂ ਆਰਥਿਕ ਵਿਕਾਸ ਮਾਡਲ ਲੋਕ ਪੱਖੀ ਤੇ ਕੁਦਰਤ ਪੱਖੀ ਨਹੀਂ ਬਣਾਉਂਦੇ, ਇਹ ਸਾਡੀ ਨਿਰਾਸ਼ਤਾ ਹੋਰ ਅੱਗੇ ਵਧੂਗੀ। ਪਰ ਇਹ ਨਿਰਾਸ਼ਤਾ ਅੱਗੇ ਵਧਣ ਤੋਂ ਰੋਕਣੀ ਪਊਗੀ। ਉਹ ਰੋਕਾਂਗੇ ਆਪਾਂ, ਉਹ ਰੋਕੋਗੇ ਤੁਸੀਂ, ਸਾਡੀ ਨੌਜਵਾਨ ਪੀੜ੍ਹੀ। ਤੁਹਾਡੇ ਤੇ ਆਸ ਕਰਦਾ ਹੋਇਆ ਮੈਂ ਆਪਦੀ ਗੱਲ ਨੂੰ ਸਮਾਪਤ ਕਰਦਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਤੇ ਹੁਣ ਮੈਂ ਸਰਦਾਰ ਹਮੀਰ ਸਿੰਘ ਜੀ ਤੋਂ, ਜੋ ਕਿ ਪੰਜਾਬੀ ਦੇ ਉੱਘੇ ਪੱਤਰਕਾਰ ਤੇ ਚਿੰਤਕ ਵੀ ਨੇ, ਉਹਨਾਂ ਤੋਂ ਵੀ ਇਸੇ ਹਵਾਲੇ ਨਾਲ ਗੱਲ ਪੁੱਛਣੀ ਚਾਹਾਂਗਾ ਕਿ ਤੁਹਾਡੇ ਅਨੁਸਾਰ ਪੰਜਾਬੀ ਸਮਾਜ ਦੇ ਕੀ ਦਰਪੇਸ਼ ਮੁਸ਼ਕਿਲਾਂ ਨੇ, ਕੀ ਚੁਣੌਤੀਆਂ ਨੇ, ਤੇ ਤੁਸੀਂ ਉਸ ਦਾ ਕੀ ਹੱਲ ਤੁਹਾਡੀ ਜਾਚੇ ਇੱਕ ਚਿੰਤਕ ਤੇ ਪੱਤਰਕਾਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਚਲੰਤ ਜਿਹੜਾ ਸਮਕਾਲੀ ਸਮਾਜ ਸੱਭਿਆਚਾਰਕ ਤੇ ਰਾਜਸੀ ਮੁਸ਼ਕਿਲਾਂ ਤੇ ਚੁਣੌਤੀਆਂ ਨੇ, ਉਹਨਾਂ ਦਾ ਕੀ ਹੱਲ ਤੁਹਾਨੂੰ ਨਜ਼ਰ ਆਉਂਦਾ? ਮੈਨੂੰ ਲੱਗਦਾ ਕਿ ਪੰਜਾਬ ਦੇ ਸਭ ਤੋਂ ਮੇਜਰ ਮੁੱਦਿਆਂ ਦੇ ਵਿੱਚ, ਜੇ ਮਿਲੀਟੈਂਸੀ ਤੋਂ ਬਾਅਦ ਦਾ ਜਿਹੜਾ ਵਰਤਾਰਾ ਦੇਖਦੇ ਹਾਂ, ਖਾਸ ਤੌਰ ਤੇ ਖਾੜਕੂਬਾਦ ਤੋਂ ਬਾਅਦ ਦਾ, 4 ਸਿੰਪਟਮ ਜਿਹੜੇ ਅਸੀਂ ਬਹੁਤ ਇੰਪੋਰਟੈਂਟ ਰੂਪ 'ਚ ਸਾਹਮਣੇ ਆਏ ਨੇ, ਜਿਹੜੇ ਪਹਿਲਾਂ ਸ਼ਾਇਦ ਇਸ ਰੂਪ 'ਚ ਨਹੀਂ ਸੀ ਕਦੇ। ਸਭ ਤੋਂ ਪਹਿਲੀ ਗੱਲ ਇਹ ਹੋਈ ਹੈ ਕਿ ਈਵਨ ਇਹ ਮਿਲੀਟੈਂਸੀ ਤੋਂ ਵੀ ਪਹਿਲਾਂ ਸਟਾਰਟ ਹੋ ਗਈ ਸੀ, ਪਰ ਉਦੋਂ ਬਾਅਦ ਦੇਖਣ ਰਿਹਾ ਕਿ ਸਾਡੇ ਕੁਦਰਤੀ ਸਰੋਤ ਬਿਲਕੁਲ ਖਤਮ ਵਰਗੇ ਨੇ। ਪਾਣੀ ਦਾ ਸਵਾਲ ਹੈ, ਮਿੱਟੀ ਦੀ ਉਪਜਾਊ ਸ਼ਕਤੀ ਦਾ ਸਵਾਲ ਹੈ, ਤੇ ਆਬੋ ਹਵਾ ਦਾ ਸਵਾਲ ਹੈ। ਜਿਹੜੀ ਬਿਮਾਰ ਸੁਸਾਇਟੀ ਪੈਦਾ ਹੋ ਰਹੀ ਹੈ ਇੱਕ ਟਾਈਪ ਦੀ ਸਾਰੇ ਕਿਤੇ, ਇਹਦੇ ਨਾਲ ਸਾਡੀ ਐਗਜ਼ਿਸਟੈਂਸ ਦੀ ਪ੍ਰੋਬਲਮ ਆ ਰਹੀ ਹੈ, ਹੋਂਦ ਦੀ ਪ੍ਰੋਬਲਮ ਹੈ ਸਮੁੱਚੇ ਪੰਜਾਬ ਦੀ, ਪੰਜਾਬੀਅਤ ਦੀ। 5 ਦਰਿਆਵਾਂ ਵਾਲਾ ਜਿਹੜਾ ਪੰਜਾਬ ਹੈ ਉਹ ਪਾਣੀ ਨੂੰ ਤਰਸ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਹੋਰ ਸੰਕਟ ਹੈ। ਅਜੇ ਤੱਕ 2036 ਆਇਆ ਕਿ 36 ਤੱਕ ਬੰਜਰ ਹੋ ਜਾਏਗਾ ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ। ਦੂਜਾ ਸਵਾਲ ਉਦੋਂ ਬਾਅਦ ਆਇਆ ਬਹੁਤ ਵੱਡੇ ਪੱਧਰ ਤੇ, ਜਿਹੜੇ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ, ਵਿਦੇਸ਼ ਫੋਰਸਡ ਮਾਈਗ੍ਰੇਸ਼ਨ ਆਪਣੇ ਆਪ 'ਚ ਕੋਈ ਮਾੜੀ ਗੱਲ ਨਹੀਂ ਹੈ, ਪਰ ਜਦੋਂ ਇੰਨੇ ਧੱਕ ਕੇ ਹਰ ਇੱਕ ਦਾ ਹੀ ਉਸ ਲੈਵਲ ਦਾ ਮਾਹੌਲ ਬਣ ਜਾਏ ਕਿ ਸਾਰਿਆਂ ਨੇ ਚਲੇ ਜਾਣਾ ਹੈ, ਔਰ ਪਹਿਲਾਂ ਪੋਲੀਟੀਕਲ ਅਸਾਈਲਮ ਲਈ ਦੇ ਤਰੀਕੇ ਨਾਲ ਜਾਂਦੇ ਰਹੇ, ਜਦੋਂ ਦਾ ਆਈਲੈਟਸ ਖੋਲ੍ਹਿਆ ਫਿਰ ਹੁਣ ਇਹ ਹੋਰ ਟਾਈਪ ਦੀਆਂ ਚੀਜ਼ਾਂ ਹੋਈਆਂ। ਉਹ ਵੀ ਮਿਲੀਟੈਂਸ ਦਾ ਦੌਰ ਸੀ, ਐਸਕੇਪਿਸਟ ਕੇ ਇੱਥੇ ਜਾਂ ਪੁਲਿਸ ਮਾਰ ਦਊਗੀ ਜਾਂ ਕੋਈ ਹੋਰ ਦੂਸਰਾ ਮਾਰ ਦਊਗਾ, ਉਹ ਮਾਰਨ ਦਾ ਇੱਕ ਤਰੀਕਾਕਾਰ ਸੀ, ਮਾਈਂਡ ਸੈੱਟ ਜਿਹੜਾ ਬਣਿਆ, ਅਗਲਾ ਕਹਿੰਦਾ ਬਾਹਰ ਕੱਢ ਦਿਓ। ਤੀਜਾ ਸਵਾਲ ਕਿਸਾਨ ਤੇ ਮਜ਼ਦੂਰ ਦੀ ਖੁਦਕੁਸ਼ੀ ਦਾ ਰੁਝਾਨ। ਪੰਜਾਬ ਦਾ ਕਿਸਾਨ ਤੇ ਮਜ਼ਦੂਰ ਇਹ ਨਹੀਂ ਹੈ ਕਿ ਪਹਿਲਾਂ ਬਹੁਤ ਢੋਲੇ ਦੀਆਂ ਗਾਉਂਦਾ ਸੀ, ਜਿਹੜਾ ਇੱਕ ਇਹ ਸਮਾਜ ਸਿਰਜਿਆ ਜਾ ਰਿਹਾ ਨੇ, ਪਹਿਲਾਂ ਬਹੁਤ ਵਧੀਆ ਸੀਗਾ। ਔਰ ਪਹਿਲਾਂ ਬਹੁਤ ਵਧੀਆ ਨਹੀਂ ਸੀ, ਇਦੋਂ ਪਹਿਲਾਂ ਅੰਗਰੇਜ਼ ਦੇ ਸਮੇਂ ਵੀ ਜਿੰਨੀਆਂ ਕਿਤਾਬਾਂ ML ਡਾਰਲਿੰਗ ਦੀ ਤਾਂ ਬਹੁਤ ਜ਼ਿਆਦਾ ਕੋਟ ਕੀਤੀ ਜਾਂਦੀ ਆ ਬਾਰ-ਬਾਰ ਕਿ ਪੰਜਾਬ ਦਾ ਕਿਸਾਨ ਕਰਜ਼ੇ 'ਚ ਚੰਮਦਾ, ਕਰਜ਼ੇ 'ਚ ਜਿਉਂਦਾ, ਕਰਜ਼ੇ 'ਚ ਮਰ ਜਾਂਦਾ। ਤੇ ਉਦੋਂ ਹੀ ਇਸੇ ਕਰਕੇ ਸਰ ਛੋਟੂ ਰਾਮ ਨੂੰ ਯਾਦ ਕੀਤਾ ਜਾਂਦਾ ਕਿ ਇੱਕ ਥੋੜ੍ਹੇ ਜਿਹੇ 4 ਸਾਲ ਦੇ ਵਕਫੇ 4-5 ਕਾਨੂੰਨ ਬਣ ਜਾਂਦੇ ਨੇ ਕਰਜ਼ੇ ਦੇ ਖਿਲਾਫ ਜਾਂ ਕੁਰਕੀ ਦੇ ਖਿਲਾਫ ਜਾਂ ਵੱਖ-ਵੱਖ ਥਾਵਾਂ ਦੇ ਉੱਤੇ, ਪਰ ਖੁਦਕੁਸ਼ੀ ਕਿਤੇ ਨਹੀਂ ਸੀ। ਖੁਦਕੁਸ਼ੀ ਦਾ ਵਰਤਾਰਾ, ਇਦੋਂ ਬਾਅਦ ਦਾ ਵਰਤਾਰਾ, ਇਹ ਮੋਰਲ ਕ੍ਰਾਈਸਿਸ ਦਾ ਵਰਤਾਰਾ ਹੈ, ਕੱਲੀ ਆਰਥਿਕਤਾ ਦਾ ਸਵਾਲ ਨਹੀਂ ਹੈ, ਇਹ ਨੈਤਿਕ ਵੈਲਿਊ ਸਿਸਟਮ ਦਾ ਵੀ ਉਹਦੇ ਵਿੱਚ ਹੈ। ਲੜਾਈ ਦੇ ਮਾਦੇ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਸ਼ਾਇਦ ਸਜ਼ਾ ਦੇਣੀ ਸ਼ੁਰੂ ਕਰ ਦਿੰਦੇ ਹੋ, ਕਿਉਂਕਿ ਉਹ ਕਲੈਕਟਿਵ ਨਹੀਂ ਹੁੰਦੀ, ਇੰਡੀਵਿਜੂਅਲ ਹੋ ਜਾਂਦੀ ਹੈ। ਚੌਥੀ ਗੱਲ, ਡਰੱਗ ਦੀ ਇੰਜੈਕਸ਼ਨ, ਜਿਹੜਾ ਨਸ਼ੇ ਦਾ ਸੰਚਾਲਨ ਉਦੋਂ ਬਾਅਦ ਇੱਕ ਡਿਜ਼ਾਈਨ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਆਇਆ ਔਰ ਇੰਜੈਕਟ ਕੀਤਾ ਜਾ ਰਿਹਾ ਇੱਕ ਹਿੱਸੇ ਦੇ ਯੂਥ ਦੇ ਵਿੱਚ। ਤੇ ਇਹਦੇ ਨਾਲ ਇੱਕ ਹੋਰ ਗੱਲ ਬਹੁਤ ਮਹੱਤਵਪੂਰਨ ਵਾਪਰੀ ਉਸੇ ਸਮੇਂ ਦੇ ਦੌਰਾਨ। ਮੈਨੂੰ ਇਹ ਲੱਗਦਾ ਹੁੰਦਾ ਕਿ ਪੰਜਾਬ ਦੀ ਜਿਹੜੀ ਨਵੀਂ ਲੀਡਰਸ਼ਿਪ ਸੀ, ਜਨਰੇਸ਼ਨ ਦੀ ਇੱਕ ਪੈਦਾ ਹੋਈ, ਉਹ ਲੀਡਰਸ਼ਿਪ ਮਾਰੀ ਜਾ ਚੁੱਕੀ ਆ ਉਸ ਮਿਲੀਟੈਂਸੀ ਦੇ ਦੌਰ ਦੇ ਵਿੱਚ। ਚਾਹੇ ਕੋਈ ਖਾਲਿਸਤਾਨੀ ਹੈ, ਚਾਹੇ ਕੋਈ ਖੱਬੇ ਪੱਖੀ ਹੈ, ਚਾਹੇ ਕੋਈ ਉਦਾਰਵਾਦੀ, ਜਿਹੜਾ ਮਰਜ਼ੀ ਹੈ, ਜੇ ਉਹ ਕਿਸੇ ਵੀ ਮੂਵਮੈਂਟ 'ਚ ਆਉਂਦਾ, ਉਹ ਨਾਰਮਲ ਬੰਦੇ ਨਾਲੋਂ ਜ਼ਿਆਦਾ ਆਪਣੀ ਅਪਰੋਚ ਦੇ ਲਈ ਤਿਆਗ ਵੀ ਕਰਦਾ, ਸਮਾਜ ਬਾਰੇ ਸੋਚਦਾ ਵੀ ਹੈ। ਕੁਝ ਪੁਲਿਸ ਨੇ ਮਾਰੇ, ਕੁਝ ਖਾੜਕੂਆਂ ਨੇ ਮਾਰੇ, ਇੱਕ ਬਹੁਤ ਵੱਡਾ ਨੌਜਵਾਨੀ ਦਾ ਵਰਗ
ਜਿਹਦੇ 'ਚ ਲੀਡਰਸ਼ਿਪ ਪੋਟੈਂਸ਼ੀਅਲ ਸੀ ਉਹ ਮਾਰਿਆ ਜਾ ਚੁੱਕਿਆ ਤੇ ਉਹ ਫਿਰ ਉਹ ਲੀਡਰਸ਼ਿਪ ਜਦੋਂ ਉਹ ਮਰਦੀ ਆ ਤਾਂ ਇੱਕ ਕੂੜਾ ਕਰਕਟ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪੋਲੀਟੀਕਲ ਲੀਡਰਸ਼ਿਪ ਔਨ ਦੀ ਹੋਲ ਪੰਜਾਬ ਦੇ ਕੋਲ ਦਿਖਾਈ ਦੇ ਰਹੀ ਹੈ, ਜਿਹਦੇ ਕਰਕੇ ਇਹ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ ਕਿ ਪੋਲੀਟੀਕਲ ਵੈਕਿਊਮ ਅੱਜ ਵੀ ਹੈ, ਖਲਾ ਹੈ ਸਾਡੇ ਸਾਹਮਣੇ ਪੋਲੀਟੀਕਲ ਫੀਲਡ ਦੇ ਵਿੱਚ। ਜਦੋਂ ਨਿਰਾਸ਼ਤਾ ਦਾ ਦੌਰ ਆਉਂਦਾ ਤਾਂ ਉਹਦੇ 'ਚੋਂ ਬਹੁਤ ਬੜਾ ਕਲਚਰਲ ਵੈਲਿਊ ਸਿਸਟਮ ਵੀ ਨਹੀਂ ਉੱਭਰਦਾ, ਸਮਾਜਿਕ ਸਰੋਕਾਰਨ ਨਾਲ ਜੁੜਿਆ ਇੰਟਲੈਕਟ ਵੀ ਬਹੁਤ ਕਮਜ਼ੋਰ ਹੋ ਜਾਂਦਾ ਹੈ ਤੇ ਪੋਲੀਟੀਕਲ ਵੈਕਿਊਮ ਸਾਡੇ ਸਾਹਮਣੇ ਹੈ। ਇਕਨੋਮਿਕਸ 'ਚੋਂ ਫਿਰ ਇਹ ਹੁੰਦਾ ਹੈ ਕੱਲਾ ਬੰਦਾ ਇਕੱਠੇ ਦੀ ਬਜਾਏ ਆਪੋ ਆਪਣੀ ਹੋਣੀ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਮੈਨੂੰ ਲੱਗਦਾ ਐਸਕੇਪਿਸਟ ਰੂਟ ਹੈ, ਕੱਲੇ ਬੰਦੇ ਨੇ ਜੋ ਕੋਸ਼ਿਸ਼ ਕੀਤੀ ਹੈ ਤੋਂ ਬਾਅਦ ਇੰਡੀਵਿਜੂਅਲ ਐਫਰਟ ਦੇ ਤੌਰ ਤੇ ਕਿ ਮੈਂ ਆਪਣਾ ਚਲਾਣਾ ਕੰਮ, ਬਾਕੀ ਦੇਖੀ ਜਾਊਗੀ ਪੰਜਾਬ ਦੀ ਜੋ ਗੱਲ ਬਣਦੀ ਹੈ। ਇਹ ਕ੍ਰਾਈਸਿਸ ਜਿਸ ਲੈਵਲ ਦਾ ਸਾਡੇ ਸਾਹਮਣੇ ਆਇਆ ਔਰ ਉਦੋਂ ਬਾਅਦ ਹੀ 90s ਦੇ ਵਿੱਚ ਨਿਊ ਇਕਨੋਮਿਕ ਪਾਲਿਸੀ ਆਉਂਦੀ ਹੈ ਉਸ ਰੂਪ 'ਚ, 87 'ਚ ਡੰਕਲ ਡਰਾਫਟ ਦਾ ਉਹ ਆਉਂਦਾ, ਇਕਨੋਮੀ ਪੂਰੀ ਖੁੱਲ੍ਹਦੀ ਹੈ ਜਿਹੜੀ ਕਾਰਪੋਰੇਟ ਨੂੰ 100% ਮੌਕਾ ਦੇ ਦਿੰਦੀ ਹੈ ਕਿ ਤੁਸੀਂ ਜੋ ਮਰਜ਼ੀ ਕਬਜ਼ੇ 'ਚ ਕਰ ਲਓ, ਕਬਜ਼ਾ ਲਓ, ਜਿਹੜਾ ਮਰਜ਼ੀ ਚੀਜ਼ਾਂ ਨੇ। ਉਹਨੇ ਸਾਡੀ ਇਕਨੋਮੀ ਨੂੰ ਜਿਹੜੀ ਥੋੜ੍ਹੀ ਜਿਹੀ ਐਗਰੀਕਲਚਰਲ ਇਕਨੋਮੀ ਸੀ, ਇੰਡੀਪੈਂਡੈਂਟ ਇਕਨੋਮੀ ਦੇ ਰੂਪ ਦੇ ਵਿੱਚ ਸਟੇਟਾਂ ਦੇ ਵਿੱਚ ਸੀ, ਉਹਨੇ ਹੋਰ ਜ਼ਿਆਦਾ ਸੱਟ ਮਾਰੀ ਹੈ। ਤੇ ਉਦੋਂ ਬਾਅਦ ਇੱਕ ਦੂਜੀ ਟੈਂਡੈਂਸੀ ਵੀ ਉਦੋਂ ਵੀ ਜ਼ਿਆਦਾ ਚੱਲੀ ਹੈ, ਉਹ ਸੈਂਟਰਲਾਈਜੇਸ਼ਨ ਆਫ ਪਾਵਰ ਸਿਸਟਮ ਸਾਡੇ ਕੰਟਰੀ ਦੇ ਵਿੱਚ ਹੈ। ਜਿਹੜਾ ਪਹਿਲਾਂ ਆਟੋਨਮੀ ਦੀਆਂ ਮੂਵਮੈਂਟਾਂ ਚੱਲਦੀਆਂ ਸੀ ਕਿਸੇ ਸਮੇਂ ਦੇ ਵਿੱਚ, ਇਸੇ ਕਨਸਟੀਟਿਊਸ਼ਨ ਦੇ ਖਿਲਾਫ ਵੀ ਲੋਕਾਂ ਨੇ ਬਹੁਤ ਜ਼ਿਆਦਾ ਉਦੋਂ ਤੋਂ ਵੀ ਸਵਾਲ ਖੜੇ ਕੀਤੇ ਸੀ ਕਿ ਸਟੇਟਾਂ ਨੂੰ ਉਹ ਰਾਈਟਸ ਚਾਹੀਦੇ ਨੇ। ਜੇ ਕੈਬਨਿਟ ਮਿਸ਼ਨ ਯੋਜਨਾ ਦੀ ਗੱਲ ਕਰਦੇ ਹਾਂ, ਜੇ ਸ਼ਾਇਦ ਉਹ ਮੰਨ ਲਈ ਗਈ ਹੁੰਦੀ, ਜਿਹੜੀ ਇਕੱਲਾ ਵੀ ਵਾਰੀ ਮੰਨ ਵੀ ਲਈ ਸੀ ਕਿ ਸਟੇਟਾਂ ਨੂੰ ਆਪਣੇ ਲੈਵਲ ਦੇ ਅਧਿਕਾਰ ਜਿਹੜੇ ਨੇ ਉਹ ਦਿੱਤੇ ਜਾਣਗੇ, ਪਰ ਉਦੋਂ ਬਾਅਦ ਤਾਂ 90s ਤੋਂ ਬਾਅਦ ਸਟੇਟ ਮਿਊਨਿਸਪਲ ਕਮੇਟੀ ਹੈ, ਸਟੇਟ ਦਾ ਟੈਕਸ ਲਾਉਣ ਦਾ, ਟੈਕਸ ਹਟਾਉਣ ਦਾ ਹੱਕ ਚਲਾ ਗਿਆ GST ਤੋਂ ਬਾਅਦ। ਸਟੇਟ ਦੇ ਲਾ ਐਂਡ ਆਰਡਰ 'ਚ ਹੁਣ ਜਿਹੜਾ ਵੀ ਲਾ ਐਂਡ ਆਰਡਰ ਦੀ ਪ੍ਰੋਬਲਮ ਹੈ, ਜਿਹਦੇ ਨਾਲ ਸਾਈਬਰ ਜੁੜ ਗਿਆ, NIA ਜ਼ਬਰਦਸਤੀ ਸਟੇਟਾਂ ਦਾ ਸਾਰੇ ਕੇਸ ਲੈ ਲੈਂਦਾ, ਜਿੱਤੇ ਮਰਜ਼ੀ UAPA ਲਾ ਦੇ, ਜਿਹਦੇ ਤੇ ਮਰਜ਼ੀ ਜੋ ਮਰਜ਼ੀ ਕਰਦੇ, ਸਭ ਦੇ ਸਾਹਮਣੇ ਹੈ। ਔਰ ਉਹੀ ਆ 3 ਖੇਤੀ ਕਾਨੂੰਨ ਵੀ ਇਹੀ ਸੀ ਕਿ ਟੋਟਲ ਖੇਤੀ 'ਚ ਕਾਰਪੋਰੇਟ ਦਾ ਡਾਇਰੈਕਟ ਦਾਖਲ ਉੱਥੇ ਸਾਡੇ ਸਾਹਮਣੇ ਹੋ ਜੇ। ਪਾਵਰ ਦਾ ਐਕਟ ਹੈ ਜਿਹੜਾ ਸੈਂਟਰ ਗੌਰਨਮੈਂਟ 'ਚ, ਉਹ ਪਾਵਰ ਦਾ ਐਕਟ ਸਟੈਂਡਿੰਗ ਕਮੇਟੀ ਕੋਲ ਪਿਆ ਹੈ, ਪਰ ਉਹ 2 ਨੋਟੀਫਿਕੇਸ਼ਨ ਜਿਹੜੇ ਹੋਏ ਨੇ ਉਹਨਾਂ ਦੇ ਸਾਹਮਣੇ ਨੇ, ਉਹ ਬਾਹਰ ਮਰੋੜ ਕੇ ਸਾਡੇ ਕੋਲ ਆ ਰਹੇ ਨੇ ਹੁਣੇ। ਇਸੇ ਤਰੀਕੇ ਨਾਲ ਨੈਸ਼ਨਲ ਪਾਵਰ ਗ੍ਰਿਡ ਤੋਂ ਜੇ ਤੁਸੀਂ ਉਹਨਾਂ ਮੁਤਾਬਕ ਬਿਜਲੀ ਨਹੀਂ ਖਰੀਦਦੇ, ਜਿਹੜੀ 14 ਰੁਪਏ ਪੈਂਦੀ ਆ ਸੋਲਰ એનર્ਜੀ ਦਾ ਸਵਾਲ ਹੈ, ਤਾਂ ਉਹ ਬਿਜਲੀ ਬੰਦ ਕਰ ਦਿੰਦੇ ਨੇ ਉੱਥੋਂ। ਤੁਹਾਡੀ ਕੀ ਕਰੋਗੇ ਤੁਸੀਂ? ਇੱਥੇ ਬਹੁਤ ਬੜਾ ਸੰਕਟ ਹੈ ਤੇ ਇੱਥੇ ਮੁਜ਼ਾਹਰੇ ਹੋਣਗੇ, ਸਭ ਕੁਝ ਹੋਏਗਾ, ਉਹ ਸਾਡੇ ਸਾਹਮਣੇ ਹੈ। ਔਰ ਉਹ ਜਿਹੜਾ ਸੈਂਟਰਲਾਈਜੇਸ਼ਨ ਸੀ, ਇਹਨੇ ਕੁਦਰਤ ਦੀ ਵੰਨ-ਸੁਵੰਨਤਾ ਨੂੰ ਖਤਮ ਕੀਤਾ ਹੈ। ਕੁਦਰਤੀ ਢਾਂਚੇ 'ਚ ਇੱਕ ਡਾਇਵਰਸਿਟੀ ਹੁੰਦੀ ਹੈ, ਇਸੇ ਤਰ੍ਹਾਂ ਸਟੇਟਾਂ ਦੇ ਵਿੱਚ ਵੀ, ਐਡੇ ਵੱਡੇ ਕੰਟਰੀ ਦੇ ਵਿੱਚ ਵੀ ਡਾਇਵਰਸਿਟੀ ਹੈ। ਹਰ ਇੱਕ ਦਾ ਆਪਣਾ ਕਲਚਰ ਹੈ, ਹਰ ਇੱਕ ਦੀ ਆਪਣੀ ਬੋਲੀ ਹੈ, ਆਪਣਾ ਸੱਭਿਆਚਾਰ ਦੇ ਨਾਲ ਨਾਲ ਇੱਕ ਇਤਿਹਾਸਕ ਵਿਰਾਸਤ ਹੈ। ਉਹਦੇ ਮੁਤਾਬਕ ਪਾਲਿਸੀ ਬਣੇ, ਉਹਦੇ ਮੁਤਾਬਕ ਕੰਮ ਚੱਲੇ। ਜਦੋਂ ਖਤਮ ਹੋ ਜਾਏਗਾ, ਬਲਡੋਜ਼ਰ ਚੱਲੇਗਾ, ਇੱਕ ਲੈਂਗੁਏਜ, ਇੱਕ ਪਾਰਟੀ, ਇੱਕ ਧਰਮ, ਇੱਕ ਸੱਭਿਆਚਾਰ, ਉਹ ਸਾਰਾ ਕੁਝ ਹੀ, ਤਾਂ ਇਹਨੇ ਵਿਕਸਿਤ ਕਿਵੇਂ ਹੋਣਾ ਹੈ? ਉਹ ਵਿਕਸਿਤ ਨਹੀਂ, ਉਹ ਨਿਰਾਸ਼ਤਾ ਦੇ ਆਲਮ ਹੈ। ਜਾਂ ਤਾਂ ਉਹਦੇ ਖਿਲਾਫ ਉਹ ਲੜਾਈ ਦੀ ਸਵਾਲ ਹੈ। ਸਾਡੇ ਕੋਲ ਕੋਈ ਇਹੋ ਜਿਹੀ ਪਾਰਟੀ ਨਹੀਂ ਪੰਜਾਬ ਦੇ ਵਿੱਚ ਜਿਹਨੇ ਸਰੈਂਡਰ ਨਾ ਕੀਤਾ ਹੋਵੇ ਇਸ ਡਿਵੈਲਪਮੈਂਟ ਦੇ ਮਾਡਲ ਦੇ ਸਾਹਮਣੇ ਵੱਡੇ ਪੱਧਰ ਤੇ। ਕਈਆਂ ਨੇ ਚੁੱਪ ਤੌਰ ਤੇ ਸਰੈਂਡਰ, ਜਿਹੜਾ ਦੇ ਅਪਰੋਚ ਚਾਹੇ ਉਹਦੇ ਖਿਲਾਫ ਹੈਗੀ ਹੈ, ਪਰ ਉਹ ਉਸ ਸਰਗਰਮ ਪੋਲਿਟਿਕਸ ਦੇ ਵਿੱਚ ਉਹਨਾਂ ਨਹੀਂ ਦਖਲ ਦਿੱਤੀ ਜਾ ਰਹੀ। ਬਾਕੀ ਜਿਹੜੀਆਂ ਮੇਨ ਸਟ੍ਰੀਮ ਧਿਰਾਂ ਨੇ, ਉਹ ਸਾਰੀਆਂ ਹੀ ਇੱਕ ਲੈਵਲ ਦਾ ਨਤਮਸਤਕ ਨੇ ਉਸ ਸਾਰੇ ਮਾਮਲੇ 'ਚ। ਇਸੇ ਕਰਕੇ ਪਾਰਲੀਮੈਂਟ ਦੇ ਵਿੱਚ ਬਿੱਲ ਦੇਖੋ ਜਿੰਨੇ ਸਾਰੇ ਬਣੇ, ਉਹ UAPA ਦਾ ਬਣਿਆ ਹੋਵੇ, GST ਦਾ ਬਣਿਆ ਹੋਵੇ, ਜਿੰਨੇ ਵੀ ਬਣੇ ਨੇ, NIA ਦਾ, ਸਭ ਨੇ ਵੋਟ ਉਹਦੇ ਪੱਖ ਦੇ ਵਿੱਚ ਪਾਈ ਹੈ। ਇੱਥੇ ਚਾਹੇ ਕੋਈ ਬੋਲ ਇੱਧਰ ਉੱਧਰ ਵੀ ਬੋਲਦਾ ਹੋਵੇ, ਜਿਹੜੀਆਂ ਧਿਰਾਂ ਦੇ ਉੱਤੇ ਪਾਰਲੀਮੈਂਟ ਮੈਂਬਰ ਸੀ ਪੰਜਾਬ ਦੇ, ਸਭ ਨੇ ਉਹਦੇ ਪੱਖ 'ਚ ਵੋਟ ਪਾਈ ਹੈ। ਤਾਂ ਜਦੋਂ ਮਾਈਂਡਸੈਟ ਦੇ ਰੂਪ 'ਚ ਅਲਟਰਨੇਟਿਵ ਤੁਹਾਡੇ ਕੋਲ ਕੋਈ ਨਾ ਹੋਵੇ ਤਾਂ ਨਿਰਾਸ਼ਤਾ ਸੁਭਾਵਿਕ ਹੈ। ਨਿਰਾਸ਼ਤਾ ਹਮੇਸ਼ਾ ਉਮੀਦ ਉਦੋਂ ਪੈਦਾ ਹੁੰਦੀ ਹੈ ਜਦੋਂ ਆਪਸ਼ਨਾਂ ਹੁੰਦੀਆਂ ਨੇ, ਜਦੋਂ ਵੱਖ-ਵੱਖ ਟਾਈਪ ਦੇ ਤੁਹਾਡੇ ਕੋਲ ਮੌਕੇ ਹੁੰਦੇ ਨੇ। ਤੇ ਜਦੋਂ ਮੌਕੇ ਖਤਮ ਕਰ ਦਿੱਤੇ ਜਾਂਦੇ ਨੇ ਤਾਂ ਬੰਦੇ ਕੋਲ ਲੰਘਣ ਲਈ ਕੋਈ ਭੀੜੀ ਗਲੀ ਤੋਂ ਬਿਨਾਂ ਬਚਦਾ ਨਹੀਂ ਹੈ, ਤਾਂ ਉਹਦੇ 'ਚੋਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਟਰਾਈ ਕਰਦਾ ਕਿ ਮੈਂ ਬਚ ਜਾ ਸ਼ਾਇਦ, ਕਿਉਂਕਿ ਬਹੁਤੇ ਮੌਕੇ ਹੈ ਨਹੀਂ ਹੈ ਉਸ ਪੱਧਰ ਦੇ ਉੱਤੇ। ਇਸੇ ਕਰਕੇ ਇਕਨੋਮੀ, ਕਲਚਰ, ਸਮਾਜਿਕ ਸਾਰਾ ਪੱਖ ਜਿਹੜੇ ਨੇ ਉਹ ਸਾਡੇ ਉਸ ਲੈਵਲ ਦੇ ਨਹੀਂ ਹੈ ਉਮੀਦ ਦਿੰਦੇ। ਹਾਂ, ਉਮੀਦ ਇਹ ਹੈ ਡੈਮੋਕ੍ਰੇਸੀ ਦਾ ਸੈਟਅਪ ਜਿਹੜਾ ਹੈ ਉਹ ਲਗਾਤਾਰ ਜਿੰਨੀ ਕੁ ਵੀ ਸੀ ਉਹ ਕਰਟੇਲ ਕੀਤੀ ਜਾ ਰਹੀ ਹੈ ਲਗਾਤਾਰ। ਆਏ ਦਿਨ ਕੱਲ ਸੁਪਰੀਮ ਕੋਰਟ ਦੀ ਇੱਕ ਬਹਿਸ ਹੋਈ ਹੈ ਤੇ ਇਲੈਕਸ਼ਨ ਕਮਿਸ਼ਨਰ ਤੇ
ਔਰ ਇਲੈਕਸ਼ਨ ਕਮਿਸ਼ਨ ਕਿਵੇਂ ਚੁਣੇ ਜਾਂਦੇ ਨੇ, ਇਸੇ ਤਰ੍ਹਾਂ CBI ਦਾ ਬੌਸ ਕਿਵੇਂ ਚੁਣਿਆ ਜਾਂਦਾ, ਇਸੇ ਤਰ੍ਹਾਂ ਵੱਖ-ਵੱਖ ਟਾਈਪ ਦੇ ਏਜੰਸੀਆਂ ਦੇ। ਔਰ ਕਿਤੇ ਇੰਸਟੀਚਿਊਸ਼ਨ ਦਾ ਜਿਹੜਾ ਸਾਡਾ ਸੈਟਅਪ ਹੈ, ਇੰਸਟੀਚਿਊਸ਼ਨ 'ਚ ਕਲੈਪਸ ਹੋ ਗਈਆਂ ਨੇ। ਇੰਸਟੀਚਿਊਸ਼ਨ 'ਚ ਐਡੇ ਜੋਗੇ ਬੱਚੀਆਂ ਨਹੀਂ ਜਿਹਨੇ ਖੜ ਕੇ ਕਿਹਾ ਹੋਵੇ ਕਿ ਮੇਰੇ ਕੋਲ ਸੰਵਿਧਾਨਕ ਹੱਕ ਹੈ, ਮੈਂ ਉਹਦੇ ਆਧਾਰ ਤੇ ਬਣੀ ਆ ਤੇ ਮੈਂ ਇੱਥੇ ਸਟੈਂਡ ਕਰਦੀ ਹਾਂ, ਇਨਕਲੂਡਿੰਗ ਸੁਪਰੀਮ ਕੋਰਟ। ਤਾਂ ਜਸਟਿਸ ਸਿਸਟਮ ਕਿੱਥੇ ਹੋਏਗਾ ਉੱਥੇ? ਜਿਹੜੀ ਸੁਸਾਇਟੀ ਦੇ ਵਿੱਚੋਂ ਜਸਟਿਸ ਸਿਸਟਮ ਚਲਾ ਜਾਵੇ, ਚਾਹੇ ਉਹ 84 ਦਾ ਸਵਾਲ ਸੀ, ਚਾਹੇ ਉਹ 2002 ਦਾ ਸਵਾਲ ਹੈ, ਚਾਹੇ ਉਹ ਸਾਡੇ ਜਿੰਨੇ ਵੀ ਮਰਜ਼ੀ ਹੋਰ ਮਾਮਲੇ ਨੇ, ਅਸੀਂ ਪਰਦਾ ਪਾ ਕੇ ਅੱਗੇ ਚੱਲੇ ਹਾਂ ਅਸਲ ਦੇ ਵਿੱਚ। ਚਾਹੇ ਉਹ ਖਾੜਕੂਬਾਦ ਦੇ ਵੇਲੇ ਦੀਆਂ ਮੌਤਾਂ ਨੇ, ਅਸੀਂ ਹਿਸਟਰੀ ਨੂੰ ਵੀ ਐ ਕਹਿੰਦੇ ਹਾਂ ਪਰਦਾ ਪਾ ਦਿਓ ਅੱਗੇ ਚੱਲ ਜਾਓ। ਅਸੀਂ ਉਹਦੇ ਨਾਲ ਅੱਖ ਚੱਕ ਪਾ ਕੇ ਉਹਦਾ ਕਲੋਜ਼ਰ ਕਰਨ ਤੱਕ ਨਹੀਂ ਗਏ ਕਦੇ ਵੀ ਕਿਸੇ ਪ੍ਰੋਬਲਮ ਦੇ ਵਿੱਚ। ਜਿਹੜੀ ਸੁਸਾਇਟੀ ਕਲੋਜ਼ਰ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰਦੀ, ਇੱਕ ਦੂਜੇ ਨਾਲ ਸੰਵਾਦ ਨਹੀਂ ਰਚਾਉਂਦੀ, ਤਾਂ ਉਹਦਾ ਕ੍ਰਾਈਸਿਸ ਖੜਾ ਰਹਿੰਦਾ, ਉਹ ਨਸੂਰ ਬਣ ਜਾਂਦਾ। ਬਲਕਿ ਉੱਪਰੋਂ ਢੱਕ ਕੇ ਤਾਂ ਅੰਦਰ ਜ਼ਖਮ ਰਹਿੰਦਾ ਤੇ ਉੱਪਰੋਂ ਢੱਕ ਕੇ ਕੋਸ਼ਿਸ਼ ਕਰਦੀ ਹੈ ਸੁਸਾਇਟੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਆਸਾਨ ਜਿਹੇ ਤਰੀਕੇ ਨਾਲ ਅੱਗੇ ਵਧਣ ਦੀ। ਇਹ ਸਾਰੇ ਮਾਹੌਲ ਦੇ ਵਿੱਚ ਜਿਹੜਾ ਵੱਡਾ ਨਿਰਾਸ਼ਤਾ ਦਾ ਸਵਾਲ ਹੈ। ਪਰ ਉਮੀਦ ਹਮੇਸ਼ਾ, ਕਿਉਂਕਿ ਉਮੀਦ ਤੇ ਕਾਇਮ ਹੈ ਦੁਨੀਆ, ਤੇ ਲੋਕ ਵੀ ਆਪੋ ਆਪਣੀ ਜਦੋਜਹਿਦ ਕਰਦੇ ਨੇ। ਕਿਸਾਨ ਅੰਦੋਲਨ ਨੇ ਇੱਕ ਬਹੁਤ ਵੱਡੀ ਉਮੀਦ ਦਿੱਤੀ ਸੀ। ਉਹ ਠੀਕ ਹੈ ਕਿ ਹੁਣ ਜਥੇਬੰਦੀਆਂ ਜਿਹੜੀਆਂ ਦਿਖਾਈ ਦੇ ਰਹੀਆਂ ਨੇ ਆਪਸ 'ਚ ਲੜਦੀਆਂ ਨੇ, TV ਚੈਨਲਾਂ ਤੇ ਲੀਡਰ ਇੱਕ ਦੂਜੇ ਨੂੰ ਗਾਲੀ ਗਲੋਚ ਤੱਕ ਚਲੇ ਗਏ ਨੇ ਉਸੇ ਭਾਸ਼ਾ 'ਚ, ਫਲਾਨੀ ਸਰਕਾਰ ਦਾ, ਦੂਜਾ ਫਲਾਨੀ ਸਰਕਾਰ ਦਾ, ਤੀਜਾ ਫਲਾਨਾ ਉਹ ਹੋ ਰਿਹਾ। ਮੈਨੂੰ ਲੱਗਦਾ ਕਿ ਜਿਹੜੀ ਇੱਕ ਪ੍ਰੋਬਲਮ ਆ ਰਹੀ ਹੈ, ਪੰਜਾਬੀ ਬੰਦਾ ਹੁਣ ਸਮਝ ਰਿਹਾ ਸ਼ਾਇਦ ਉਹ ਲੀਡਰਸ਼ਿਪ ਵੀ ਉਹਦੇ ਹਾਣ ਦੀ ਨਹੀਂ ਹੈ। ਜਿੱਡਾ ਵੱਡਾ ਕ੍ਰਾਈਸਿਸ ਹੈ, ਜਿੱਡਾ ਵੱਡਾ ਸੰਕਟ ਆ ਰਿਹਾ, ਪਾਲਿਸੀ ਲੈਵਲ ਦਾ, ਆਈਡੀਓਲੋਜੀ ਲੈਵਲ ਦਾ, ਲੀਡਰਸ਼ਿਪ ਦਾ ਉਹ ਹਾਲ, ਲੀਡਰਸ਼ਿਪ ਐਮਰਜ ਹੋਏਗੀ ਜਾਂ ਐਮਰਜ ਕਰਨੀ ਪਏਗੀ ਕਿਸੇ ਨਵੇਂ 'ਚੋਂ। ਪੰਜਾਬ 'ਚ ਕਈ ਧਰਨੇ ਚੱਲ ਰਹੇ ਨੇ ਜਿਹੜੇ ਕਿਸੇ ਜਥੇਬੰਦੀ ਦੀ ਅਗਵਾਈ 'ਚ ਨਹੀਂ ਚੱਲ ਰਹੇ, ਜਿਹੜੇ ਲੋਕ ਆਪ ਹੀ ਚਲਾ ਰਹੇ ਨੇ। ਜਥੇਬੰਦੀਆਂ ਇਸ ਕਰਕੇ ਉੱਥੇ ਤਾਕਤ ਨਹੀਂ ਝੋਕ ਰਹੀਆਂ ਕਿਉਂਕਿ ਉੱਥੇ ਉਹਨੂੰ ਲੱਗਦਾ ਮੇਰਾ ਨਹੀਂ ਹੈ। ਜੀਰੇ ਦੇ ਵਿੱਚ 100 ਦਿਨ ਤੋਂ ਜ਼ਿਆਦਾ ਹੋ ਗਏ ਮਲਹੋਤਰੇ ਦੀ ਸ਼ਰਾਬ ਦੀ ਫੈਕਟਰੀ ਦੇ ਖਿਲਾਫ ਲੋਕ ਬੈਠੇ ਨੇ, ਫੈਕਟਰੀ ਬੰਦ ਕਰਾ ਕੇ ਬੈਠੇ ਨੇ, ਕੇਵਲ ਸਾਂਝੇ ਮੋਰਚੇ ਰਾਹੀਂ ਬੈਠੇ ਨੇ। ਕੋਈ ਕਮੇਟੀ ਨਹੀਂ, ਕੋਈ ਲੀਡਰਸ਼ਿਪ ਨਹੀਂ, ਕਲੈਕਟਿਵ ਇੱਕ ਸਾਂਝਾ ਮੋਰਚਾ। ਜਥੇਬੰਦੀਆਂ ਟੋਕਨ ਹਾਜ਼ਰੀ ਲਵਾਉਂਦੀਆਂ ਨੇ ਤੇ ਮੁੜ ਆਉਂਦੀਆਂ ਨੇ। ਪਰ ਕਾਰਨ ਇਹ ਹੈ ਵੀ ਅਸੀਂ ਬਹੁਤ ਜ਼ਿਆਦਾ ਫਰੈਗਮੈਂਟ ਹੋ ਕੇ ਮਾਈਂਡਸੈਟ ਦੇ ਰੂਪ ਦੇ ਵਿੱਚ ਈਗੋ ਪ੍ਰੋਬਲਮ 'ਚ ਵੱਖ-ਵੱਖ ਮਾਮਲਿਆਂ 'ਚ ਫਸੇ ਹੋਏ ਆ। ਕਿਉਂ ਨਹੀਂ ਜਾ ਕੇ ਉਹ ਸਾਂਝੇ ਜਿੱਥੇ ਮੋਰਚਾ ਉਹਦੇ ਮੁਤਾਬਕ ਕੰਮ ਕਰਦੇ? ਮੱਤੇਵਾੜਾ ਦਾ ਅੰਦੋਲਨ ਹੈ, ਇਹ ਕਿਹੜੀ ਜਥੇਬੰਦੀ ਨੇ ਲੜਿਆ? ਲੋਕਾਂ ਨੇ ਲੜਿਆ ਅੰਦੋਲਨ ਉਸੇ ਲੈਵਲ। ਇਸੇ ਕਰਕੇ ਲੋਕ ਪੰਜਾਬ ਦੇ ਉਹਦੇ ਤੋਂ ਵੀ ਨਿਰਾਸ਼ ਹੋ ਰਹੇ ਨੇ ਕਿਸੇ ਨਾ ਕਿਸੇ ਰੂਪ 'ਚ। ਜਦੋਂ ਤੁਸੀਂ ਉਹਦੇ ਕੱਦ ਦੇ ਨਹੀਂ ਬਣਦੇ, ਉਹਦੀ ਉਮੀਦ ਦੇ ਮੁਤਾਬਕ ਪੂਰੇ ਨਹੀਂ ਉਤਰਦੇ, ਤਾਂ ਲੋਕ ਆਪਣੇ ਆਪਣੇ ਲੈਵਲ ਤੇ, ਰਾਜਸਥਾਨ ਦੇ ਬਾਰਡਰ ਤੇ ਟੇਲ ਤੇ ਪਾਣੀ ਨਹੀਂ ਜਾਂਦਾ, ਲਗਭਗ 60 ਦਿਨ ਹੋਣ ਵਾਲੇ ਨੇ, ਲਗਾਤਾਰ ਲੋਕ ਬੈਠੇ ਹੋਏ ਨੇ, ਆਪਣੇ ਤਰੀਕੇ ਨਾਲ ਮਤਲਬ ਐਜੀਟੇਸ਼ਨ ਲੜਨ ਦੀ ਟਰਾਈ ਕਰ ਰਹੇ ਨੇ ਉਸ ਪੱਧਰ ਦੇ ਉੱਤੇ। ਪਰ ਕ੍ਰਾਈਸਿਸ ਕੇਵਲ ਇੱਕ ਹੈ, ਇਹ ਇਮੀਡੀਏਟ ਡਿਮਾਂਡ 'ਤੇ ਲੜਾਈ ਹੋ ਰਹੀ ਹੈ। ਪੰਜਾਬ ਦੇ ਵਿੱਚ ਇੱਕ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਥੋੜ੍ਹਾ ਮੁੱਦਿਆਂ 'ਤੇ ਮੋਕਲਾਪਣ ਆਇਆ, ਸੈਕਟੇਰੀਅਨਿਜ਼ਮ ਖਤਮ ਹੋਇਆ। ਪੰਜਾਬ ਦੇ ਜਥੇਬੰਦੀਆਂ ਨੂੰ ਵੀ ਬੰਦਿਆਂ ਨੂੰ ਇੰਨਾ ਪਤਾ ਲੱਗਿਆ ਕਿ ਕਲਾਈਮੇਟ ਦਾ ਕੀ ਰੋਲ ਹੁੰਦਾ ਹੈ, ਇਨਵਾਇਰਨਮੈਂਟ ਕਿੱਡਾ ਵੱਡਾ ਮੁੱਦਾ ਹੋ ਸਕਦਾ ਹੈ, ਕਿੰਨਾ ਵੱਡਾ ਪਾਣੀ ਦੀ ਕਿੰਨੀ ਬੱਚਤ ਦੀ ਲੋੜ ਹੈ, ਕੀ ਕਰਨਾ ਚਾਹੀਦਾ ਹੈ। ਇਹ ਡਿਸਕੋਰਸ ਚੱਲਿਆ, ਇਹ ਵਰਤਾਂਤ ਚੱਲਿਆ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਨਹੀਂ ਸੀ ਉਸ ਪੱਧਰ ਦੇ ਉੱਤੇ। ਕਿਉਂਕਿ ਮੁੱਦਿਆਂ ਦੇ ਉੱਤੇ ਵੀ ਤੁਹਾਨੂੰ ਆਪਣਾ ਦਿਮਾਗੀ ਅਪਰੋਚ ਵੀ ਹੈ ਜਿਹੜੀ ਉਹ ਬਦਲਣੀ ਪੈਂਦੀ ਹੈ। ਇਸੇ ਕਰਕੇ ਇਹ ਬਹੁਤ ਬੜਾ ਸਵਾਲ ਹੈ, ਪੋਲੀਟੀਕਲ ਸਵਾਲ। ਮੈਨੂੰ ਇਹ ਲੱਗਦਾ ਕਿ ਨਹੀਂ ਹੈ ਇਸ ਸਮੇਂ ਪੋਲੀਟਿਕਸ ਇਹੀ ਜੀ ਉਹਦੇ ਹਾਣ ਦੀ ਨਹੀਂ ਕਿ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕਰਦੀ ਹੋਵੇ। ਕਿਸਾਨ ਅੰਦੋਲਨ ਨੇ ਨਾ ਦੋਨਾਂ ਤਿੰਨਾਂ ਚੀਜ਼ਾਂ ਨੂੰ ਚੈਲੰਜ ਕੀਤਾ ਸੀ। ਨੰਬਰ 1 ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨੂੰ ਚੈਲੰਜ ਕੀਤਾ, ਖੇਤੀ 'ਚ ਨਹੀਂ ਵੜਨ ਦੇਣਾ। ਨੰਬਰ 2 ਸੈਂਟਰਲਾਈਜੇਸ਼ਨ ਆਫ ਪਾਵਰ ਨੂੰ ਚੈਲੰਜ ਕੀਤਾ ਕਿ ਤੁਸੀਂ ਕਾਨਸਟੀਟਿਊਸ਼ਨਲੀ ਸਾਡੇ ਤੇ ਕਾਨੂੰਨ ਨਹੀਂ ਬਣਾ ਸਕਦੇ, ਇਹ ਸਟੇਟ ਸਬਜੈਕਟ ਹੈ। ਇਹ ਵੀ ਹੈ। ਨੰਬਰ 3 ਡੈਮੋਕ੍ਰੈਟਿਕ ਵੈਲਿਊ ਸਿਸਟਮ ਸਿਰਜਿਆ। ਜਦੋਂ ਚੰਡੀਗੜ੍ਹ ਦੇ ਵਿੱਚ ਬੈਠ ਕੇ ਲੀਡਰਾਂ ਨੂੰ ਮੌਕਾ ਦਿੱਤਾ ਗਿਆ, ਤੁਸੀਂ ਕੰਪੇਨ ਨਹੀਂ ਕਰੋਗੇ, ਸਾਡੇ ਕੋਲ ਆ ਕੇ ਹਾਜ਼ਰੀ ਲਵਾਓਗੇ। ਇਹ ਕੁਝ ਚੀਜ਼ਾਂ ਪ੍ਰਾਪਤੀਆਂ ਸੀ ਜਿਹਨੂੰ ਸ਼ਾਇਦ ਉਹਨੇ ਪੁਸ਼ ਨਾਲ ਅੱਗੇ ਨਹੀਂ ਵਧਾਇਆ ਜਾ ਸਕਿਆ ਜਿੰਨੀ ਵੱਡੀ ਪ੍ਰਾਪਤੀ ਸੀ ਉਹ। ਔਰ ਜਿੱਡੀ ਵੱਡੀ ਪ੍ਰਾਪਤੀ ਦੇ ਰੂਪ ਦੇ ਵਿੱਚ ਲੋਕਾਂ ਦੀ ਉਮੀਦ ਹੋਰ ਜ਼ਿਆਦਾ ਖੜੀ ਕੀਤੀ ਜਾ ਸਕਦੀ ਸੀ। ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ, ਸਭ ਜਗ੍ਹਾ ਲੋਕਾਂ ਦੀ ਮਾਨਸਿਕਤਾ ਨੂੰ ਇੱਕ ਗੱਲ ਪਤਾ ਲੱਗ ਗਈ ਹੈ ਕਿ ਅੰਦੋਲਨ ਹੈ ਇੱਕ ਜਿਹੜਾ ਸਭ ਨੂੰ ਚੈਲੰਜ ਕਰ ਸਕਦਾ ਹੈ। ਪਰ ਸਾਡੇ ਅਜੇ ਵੱਡਾ ਇੱਕ ਕ੍ਰਾਈਸਿਸ ਇਹ ਹੈ, ਮੇਰਾ ਖਿਆਲ ਹੈ ਅੰਦੋਲਨਕਾਰੀਆਂ ਦਾ ਬਹੁਤ ਵੱਡਾ ਰੋਲ ਹੈ। ਅੰਦੋਲਨ ਤੋਂ ਬਿਨਾਂ ਗੱਲ ਨਹੀਂ ਚੱਲਣੀ। ਪਰ ਜਦ ਸਿਸਟਮ ਚਲਾਉਣ ਦੀ ਵਾਰੀ ਆਏਗੀ ਉਦੋਂ ਕੀ ਕਰਨਾ? ਉਦੋਂ ਵੀ ਅੰਦੋਲਨ ਹੀ ਕਰਨਾ। ਤਾਂ ਉਸ ਗੇਮ ਦੇ ਵਿੱਚ ਫਿਰ ਕਿਹਦੇ ਲਈ ਛੱਡ ਦਿੱਤੀ ਆ ਉਹ ਗੇਮ? ਸਾਰੇ ਉਹਨਾਂ ਲਈ ਹੋ ਜਿਨ੍ਹਾਂ ਲਈ ਲੜਾਈ ਹੈ ਰੋਜ਼। ਜਾਂ ਤਾਂ ਕੋਈ ਮੂਵਮੈਂਟ ਇਹੋ ਜਿਹੀ ਚੱਲਦੀ ਹੋਵੇ, ਸੱਤਾ ਬਦਲਣੀ ਹੈ,
ਅੰਡਰਗਰਾਉਂਡ ਹੋਣਾ, ਆਰਮਡ ਮੂਵਮੈਂਟ ਚੱਲਦੀ ਹੈ, ਅਸੀਂ ਤਾਂ ਉਵੇਂ ਹੀ ਕਰਾਂਗੇ ਜੀ, ਇਸ ਤੋਂ ਬਾਅਦ ਸਾਡਾ ਕੋਈ ਯਕੀਨ ਨਹੀਂ ਹੈ। ਜੇ ਤੁਹਾਡਾ ਯਕੀਨ ਵੀ ਇਸ ਸਿਸਟਮ ਦੇ ਵਿੱਚ ਹੈ, ਡਿਮਾਂਡ ਚਾਰਟਰ ਦੇ ਰੂਪ 'ਚ ਵੱਖ-ਵੱਖ ਰੂਪ ਦੇ ਵਿੱਚ, ਤਾਂ ਉਹ ਸਿਸਟਮ ਦੇ ਵਿੱਚ ਵੀ ਇੱਕ ਸਰਗਰਮ ਸ਼ਮੂਲੀਅਤ ਤੇ ਸਰਗਰਮ ਹਿੱਸੇਦਾਰੀ ਦੀ ਲੋੜ ਹੈ। ਜਿਵੇਂ ਸਪੋਜ਼ ਕਰੋ ਪੇਂਡੂ ਖੇਤਰ ਹੈ, ਹੇਠਾਂ ਸਾਰੇ ਕਹਿੰਦੇ ਨੇ ਕਿ ਚੰਡੀਗੜ੍ਹ ਤੱਕ ਤਾਕਤ ਆਏ, ਫੈਡਰਲਿਜ਼ਮ ਹੋਣਾ ਚਾਹੀਦਾ, ਪਰ ਹੇਠਾਂ ਵੀ ਤਾਕਤ ਜਾਣੀ ਹੈ ਜਾਂ ਨਹੀਂ ਜਾਣੀ। 73rd ਅਮੈਂਡਮੈਂਟ ਹੈ, 74th ਅਮੈਂਡਮੈਂਟ ਹੈ, ਬੇਸਿਕ ਫੰਡਾਮੈਂਟਲ ਯੂਨਿਟ ਹੈ ਗ੍ਰਾਮ ਸਭਾ ਦਾ, ਪਿੰਡ ਦਾ। ਲੋਕ ਤਾਕਤ ਹੋਰ ਕੀ ਹੁੰਦੀ ਹੈ ਜਿੱਥੇ ਹਰ ਬੰਦੇ ਦੀ ਮੈਂਬਰਸ਼ਿਪ ਹੈ ਤੇ ਉਹ ਗੈਰ ਸਰਗਰਮ ਹੈ, ਤੇ ਉਹਦੇ ਤੇ ਕੋਈ ਨਹੀਂ, ਸਭ ਦਾ ਨੈਕਸਸ ਬਣਿਆ ਹੋਇਆ ਹੈ। ਨਾ ਪੋਲੀਟੀਸ਼ੀਅਨ ਚਾਹੁੰਦਾ ਗ੍ਰਾਮ ਸਭਾ ਸਰਗਰਮ ਹੋਵੇ, ਨਾ ਬਿਊਰੋਕਰੇਟ ਚਾਹੁੰਦਾ, ਨਾ ਮੁਲਾਜ਼ਮ ਚਾਹੁੰਦਾ, ਤੇ ਨਾ ਕੋਈ ਵੀ ਹੋਰ ਉਹ ਬੰਦਾ ਜਿਹੜਾ ਪੜ੍ਹਿਆ ਲਿਖਿਆ ਜਿਹਨੂੰ ਲੱਗਦਾ ਮੇਰੀ ਤਾਕਤ ਸਰੈਂਡਰ ਹੋਏਗੀ ਜੇ ਉਹਨਾਂ ਦੇ ਵਿੱਚ ਚਲੀ ਗਈ ਗੱਲ ਉਹ ਸਾਰੇ ਮਾਮਲੇ ਦੇ ਵਿੱਚ। ਪਰੇ 'ਚ ਗੱਲ ਕਰਨਾ, ਕਲੈਕਟਿਵ ਸੰਗਤੀ ਰੂਪ ਦੇ ਵਿੱਚ ਗੱਲ ਕਰਨਾ ਡੈਮੋਕ੍ਰੇਸੀ ਦਾ ਬੁਨਿਆਦੀ ਗੱਲ ਹੈ। ਇਸ ਡੈਮੋਕ੍ਰੈਟਿਕ ਮਾਡਲ ਦੇ ਅਲਟਰਨੇਟਿਵ ਡੈਮੋਕ੍ਰੈਟਿਕ ਮਾਡਲ ਕੀ ਹੋਵੇ, ਇਹਦੇ ਤੇ ਜੇ ਚਰਚਾ ਸਾਡੀ ਨਜ਼ਾਰਤ ਹੈ ਕਿ ਉਹ ਕਿਹੜਾ ਤਰੀਕਾ ਹੋ ਸਕਦਾ ਹੈ। ਕੱਲਾ 5 ਸਾਲ ਬਾਅਦ ਵੋਟ ਦੇਣੀ ਜਾਂ 5 ਸਾਲ ਬਾਅਦ ਫੇਰ ਦੁਬਾਰਾ ਆ ਜਾਣਾ, ਇਹੀ ਡੈਮੋਕ੍ਰੇਸੀ ਨਹੀਂ ਹੈ। ਡੈਮੋਕ੍ਰੇਸੀ ਦੁਨੀਆ ਵੀ ਡਾਇਰੈਕਟ ਔਰ ਇਨਡਾਇਰੈਕਟ ਦੋ ਕਿਸਮ ਦੀ ਡੈਮੋਕ੍ਰੇਸੀ ਤੇ ਡਿਬੇਟ ਕਰ ਰਹੀ ਹੈ। ਕਿੰਨਾ ਅੰਸ਼ ਡਾਇਰੈਕਟ ਡੈਮੋਕ੍ਰੇਸੀ ਦਾ ਹੋ ਸਕਦਾ, ਕਿੰਨਾ ਇਨਡਾਇਰੈਕਟ ਡੈਮੋਕ੍ਰੇਸੀ ਦਾ ਹੋ ਸਕਦਾ, ਕਿਹੜੇ ਪਹਿਲੂ ਸਾਡੇ ਸਿਸਟਮ ਦੇ ਵਿੱਚ ਘੱਟੋ ਘੱਟ ਇੰਪਲੀਮੈਂਟ ਹੋ ਸਕਦੇ ਨੇ, ਸਾਡੇ ਪੰਜਾਬ ਦੇ ਸੰਦਰਭ 'ਚ, ਦੇਸ਼ ਦੇ ਸੰਦਰਭ 'ਚ ਹੋ ਸਕਦੇ ਨੇ। ਉਹ ਜਿਹੜੀ ਇੱਕ ਚਰਚਾ ਹੈ, ਮੇਰਾ ਖਿਆਲ ਹੈ ਇੱਕ ਸੰਵਾਦ ਹੈ, ਉਹ ਮਿਸਿੰਗ ਦਿਖਾਈ ਦਿੰਦਾ ਹੈ। ਉਹ ਸਾਰੇ ਮਾਮਲੇ 'ਚੋਂ ਲੜਾਈ ਹੁੰਦੀ ਹੈ, ਤੁਸੀਂ ਇੱਕ ਦੇ ਖਿਲਾਫ ਲਿਖ ਦਿਓ, ਬੋਲ ਦਿਓ, ਉਹ ਦੂਜੇ ਗਾਲਾਂ ਕੱਢਦੇ ਨੇ ਫੇਸਬੁੱਕ ਤੇ ਸਾਰੇ ਕਿਤੇ, ਦੂਜੇ ਦੇ ਬੋਲ ਦਿਓ ਤਾਂ ਉਹ ਤੀਜਾ ਗਾਲਾਂ ਕੱਢਦਾ। ਇਹ ਮਾਹੌਲ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦਾ ਇੱਕ ਪੋਜ਼ਿਟਿਵ ਪੱਖ ਵੀ ਹੈ, ਪਰ ਸੋਸ਼ਲ ਮੀਡੀਆ ਵੀ ਅੱਜ ਕੱਲ੍ਹ ਮੋਨੋਪਲਾਈਜ਼ ਹੋ ਚੁੱਕਿਆ ਟੋਟਲ, ਔਰ ਟੋਟਲ ਰਿਊਮਰ ਮੌਂਗਰਿੰਗ ਹੋ ਚੁੱਕਿਆ। ਜਿੰਨੀਆਂ IT ਸੈੱਲ ਬਣਾ ਲਏ ਨੇ ਜਿਸ ਲੈਵਲ ਦੇ ਉੱਤੇ, ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕੌਣ ਨੇ, ਜੈਨੂਅਨ ਬੰਦੇ ਨੇ ਜਾਂ ਨਹੀਂ ਜੈਨੂਅਨ ਬੰਦੇ। ਉਹ ਸਾਰਾ ਕੁਝ ਵੀ ਸਾਡੀ ਇੱਕ ਮਾਹੌਲ ਦੇ ਵਿੱਚ ਦਿਖਾਈ ਦੇ ਰਿਹਾ। ਆਹ ਜਿਹੜੇ ਵਰਤਾਰੇ ਪੰਜਾਬ 'ਚ ਆਪਾਂ ਅੱਜ ਕੱਲ੍ਹ ਦੇਖਦੇ ਹਾਂ, ਇਹ ਪੋਲੀਟੀਕਲ ਵੈਕਿਊਮ 'ਚੋਂ ਨਿਕਲੇ, ਖਲਾਅ 'ਚੋਂ ਨਿਕਲੇ ਮੇਰਾ ਖਿਆਲ ਹੈ ਵਰਤਾਰੇ ਨੇ। ਔਰ ਪੰਜਾਬੀਆਂ ਨੇ ਸੋਚ ਕੇ ਜੇ ਪੋਲੀਟੀਕਲ ਖਲਾਅ ਨਾ ਭਰਿਆ ਉਹ, ਤਾਂ ਸ਼ਾਇਦ ਹੋਰ ਜ਼ਿਆਦਾ ਨਿਰਾਸ਼ਤਾ ਦਾ ਮਤਲਬ ਦੌਰ ਜਿਹੜਾ ਦੇਖਣਾ ਪੈ ਸਕਦਾ ਕਿਸੇ ਨਾ ਕਿਸੇ ਰੂਪ। ਥੈਂਕ ਯੂ ਜੀ। ਹੁਣ ਮੈਂ ਅੱਗੇ ਜਸਵੀਰ ਮੰਡ ਜੀ ਤੋਂ ਜਾਣਨਾ ਚਾਹਾਂਗਾ ਕਿ ਤੁਸੀਂ ਇੱਕ ਉੱਘੇ ਸਾਹਿਤਕਾਰ ਹੋ। ਸਾਹਿਤਕਾਰ ਦਾ ਸਮਾਜ ਨੂੰ, ਸੱਭਿਆਚਾਰ ਨੂੰ ਦੇਖਣ ਦਾ ਇੱਕ ਆਪਣਾ ਨਜ਼ਰੀਆ ਹੁੰਦਾ। ਤੁਸੀਂ ਬਤੌਰ ਇੱਕ ਨਾਵਲਕਾਰ ਕਿਸ ਤਰ੍ਹਾਂ ਦਾ ਪੰਜਾਬ ਨੂੰ ਤਸੱਵਰ ਕਰਦੇ ਹੋ? ਤੁਹਾਨੂੰ ਕੀ ਲੱਗਦਾ ਕਿ ਚਾਹੇ ਉਹ ਪੰਜਾਬ ਦੇ ਵਿੱਚ ਹਿੰਸਾ ਦਾ ਵਰਤਾਰਾ ਹੋਵੇ ਜਾਂ ਨਸ਼ੇ ਦਾ, ਨੌਜਵਾਨਾਂ ਦੇ ਆਪਣੇ ਪੱਕੇ ਪੈਰੀ ਹੋਣ ਦਾ ਮਸਲਾ ਹੋਵੇ, ਇੱਕ ਸਾਹਿਤਕਾਰ ਵਜੋਂ ਤੁਸੀਂ ਕੀ ਚੁਣੌਤੀਆਂ ਦੇ ਸਨਮੁਖ ਪੰਜਾਬ ਨੂੰ ਖੜਾ ਦੇਖਦੇ ਹੋ? ਜਸਵੀਰ ਮੰਡ ਜੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੋਂ ਪਹਿਲਾਂ ਦੋਨੋਂ ਵਿਦਵਾਨਾਂ ਨੇ ਪੰਜਾਬ ਦੇ ਆਰਥਿਕ, ਸਮਾਜਿਕ, ਰਾਜਨੀਤਿਕ ਮਸਲਿਆਂ ਬਾਰੇ ਲਗਭਗ ਸਾਰੀਆਂ ਗੱਲਾਂ ਕਰ ਲਈਆਂ, ਅਤੇ ਮੈਂ ਸਮਝਦਾ ਕਿ ਇਹ ਗੱਲਾਂ ਵੀ ਇਹਨਾਂ ਦੀਆਂ ਹੀ ਸਨ, ਇਹਨਾਂ ਗੱਲਾਂ ਬਾਰੇ ਹੀ ਸਨ। ਅਤੇ ਮੇਰਾ ਇਹਨਾਂ ਚੀਜ਼ਾਂ, ਸਮਾਜਿਕ, ਆਰਥਿਕ, ਰਾਜਨੀਤਿਕ ਜਿੰਨੇ ਵੀ ਇਹ ਮਸਲੇ ਆ ਸਾਰੇ, ਇਹ ਜਦ ਸਾਹਿਤ ਕੋਲ ਆਉਂਦੇ ਆ ਤਾਂ ਇਹਨਾਂ ਦਾ ਮੁਹਾਂਦਰਾ ਇਹੋ ਜਿਹਾ ਨਹੀਂ ਰਹਿੰਦਾ ਜਿਹੋ ਜਿਹਾ ਤੁਸੀਂ ਹੁਣ ਸੁਣਿਆ। ਇਹਦੇ ਬਹੁਤ ਸਾਰੇ ਸਰੂਪ ਬਦਲਦੇ ਆ, ਬਹੁਤ ਸਾਰੇ ਇਹਦੇ 'ਚ ਰੰਗ ਬਦਲਦੇ ਆ, ਅਤੇ ਉਹ ਰੰਗ ਜਿਹੜੇ ਕਿ ਤੁਹਾਨੂੰ ਸੁਨਹਿਰੀ ਭਵਿੱਖ, ਚੰਗੇ ਭਵਿੱਖ ਦੀ ਯਾਦ ਦਿਵਾਉਂਦੇ ਆ। ਅਤੇ ਮੇਰੇ ਲਈ ਪੰਜਾਬ ਬਾਰੇ ਸੋਚਣਾ ਆਪਣੇ ਆਪ ਬਾਰੇ ਸੋਚਣਾ ਹੈ, ਅਤੇ ਜਦ ਮੈਂ ਆਪਣੇ ਆਪ ਬਾਰੇ ਸੋਚਦਾ ਤਾਂ ਪੂਰਾ ਖਿੰਡਿਆ ਪੁੰਡਿਆ ਦਿਸਦਾ ਹਾਂ। ਅਤੇ ਇਹੀ ਇੱਕ ਸਾਹਿਤਕਾਰ ਦੀ ਸਭ ਤੋਂ ਵੱਡੀ ਇਮਾਨਦਾਰੀ ਹੈ ਕਿ ਉਹ ਜੋ ਇੱਕ ਲੇਖਕ ਦੀ ਵੀ ਇਹ ਇਮਾਨਦਾਰੀ ਹੁੰਦੀ ਹੈ ਕਿ ਜਦੋਂ ਉਹ ਸਮਾਜ ਨੂੰ ਦੇਖਦਾ ਹੈ ਕਿ ਉਹ ਆਪਣੇ ਆਪ ਨੂੰ ਦੇਖਦਾ ਹੈ। ਜੇ ਉਹ ਆਪਣੇ ਆਪ ਨੂੰ ਨਹੀਂ ਦੇਖਦਾ ਤਾਂ ਸਮਝੋ ਕਿ ਉਹ ਸਮਾਜ ਦੇ ਬਹੁਤ ਵੱਡੇ ਹਿੱਸੇ ਇਹਨੂੰ ਨਹੀਂ ਦੇਖ ਸਕਦਾ, ਕਿਉਂਕਿ ਆਪਣੇ ਆਪ ਜਾਣਨਾ ਜਿਹੜਾ ਹੈ, ਸੁਸਾਇਟੀ ਨੂੰ, ਜਿਹੜਾ ਸਮਾਜ ਨੂੰ ਜਾਣਨਾ, ਉਹ ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ। ਅਤੇ ਇੱਕ ਲੇਖਕ ਜਿੰਨਾ ਕੁ ਆਪਣੇ ਆਪ ਨੂੰ ਜਾਣਦਾ ਹੁੰਦਾ ਆਮ ਤੌਰ 'ਤੇ, ਉਨਾ ਕੀ ਸਮਾਜ ਬਾਰੇ ਮਤਲਬ ਜਾਣ ਸਕਦਾ ਹੁੰਦਾ। ਅਤੇ ਦੂਜਾ, ਆਮ ਤੌਰ 'ਤੇ ਜਿਹੜੇ ਸਿਆਸੀ ਮੇਰੇ ਤੋਂ ਅਲੱਗ ਲੋਕ ਹੈ, ਜਿਹੜੀ ਵੱਡੀ ਸਮੱਸਿਆ ਵੀ ਹੈਗੀ ਹੈ ਪੰਜਾਬ ਦੀ, ਕਿ ਅਸੀਂ ਹਮੇਸ਼ਾ ਸਮੂਹ ਨੂੰ, ਸਮਾਜ ਨੂੰ, ਪੰਜਾਬ ਨੂੰ ਬਦਲਣ ਬਾਰੇ ਬਹੁਤ ਜ਼ੋਰ ਦਿੰਦੇ ਹਾਂ, ਅਤੇ ਇਹ ਭੁੱਲ ਜਾਂਦੇ ਆ ਕਿ ਮੈਂ ਆਪਣੇ ਆਪ ਨੂੰ ਯਾਦ ਹੀ ਨਹੀਂ ਕਰਿਆ। ਜਦ ਕਿ ਸ਼ੁਰੂਆਤ ਜਿਹੜੀ ਹੈ
ਸ਼ੁਰੂਆਤ ਆਪਣੇ ਆਪ ਤੋਂ ਹੋਣੀ ਚਾਹੀਦੀ ਹੈ। ਸਾਹਿਤ ਇਸ ਗੱਲ ਵੱਲ ਜ਼ਿਆਦਾ ਧਿਆਨ ਦਿਵਾਉਂਦਾ ਹੈ ਕਿ ਮੇਰੇ ਨਾਲ ਹੀ, ਇੱਕ ਨਾਲ ਹੀ ਫਿਰ ਅੱਗੇ ਸਮੂਹ ਬਣਨਾ, ਉਹਨੇ ਸਮਾਜ ਨੇ ਬਦਲਣਾ ਸ਼ੁਰੂ ਕਰਨਾ ਹੈ। ਅਤੇ ਸਾਹਿਤ ਦੀ ਇਹ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਆਪ ਤੋਂ ਸ਼ੁਰੂ ਕਰਾਂ, ਆਪਣੇ ਆਪ ਤੋਂ ਬਦਲਣਾ ਸ਼ੁਰੂ ਕਰਾਂ, ਤਾਂ ਜੋ ਮੈਨੂੰ ਇਹ ਸਮਝ ਆਵੇ ਕਿ ਜਦੋਂ ਅਸੀਂ ਬਦਲਣ ਦੀ ਪ੍ਰਕਿਰਿਆ ਵਿੱਚ ਜਾਂਦੇ ਹਾਂ ਤਾਂ ਕਿੰਨਾ ਔਖਾ ਪ੍ਰੋਸੈਸ ਹੈ। ਆਖਰ ਅਸੀਂ ਚਾਹੇ ਕੋਈ ਵੀ ਮਸਲਾ ਹੋਵੇ, ਸਮਾਜਿਕ, ਰਾਜਨੀਤਿਕ, ਆਰਥਿਕ, ਉਹ ਸਿਰਫ ਗੱਲਾਂ ਨਾਲ ਥੋੜ੍ਹੀ ਹੋਣਾ। ਤੁਸੀਂ ਵਕਤੀ ਤੌਰ 'ਤੇ ਜਿਵੇਂ ਕਿਸਾਨ ਮੋਰਚਾ ਚੱਲਦਾ ਸੀ, ਮੈਂ ਉਦੋਂ ਵੀ ਮੈਂ ਬੰਦਿਆਂ ਨਾਲ ਗੱਲ ਕਰਦਾ ਸੀ ਕਿ ਇੰਤਜ਼ਾਰ ਕਰਨਾ ਪਵੇਗਾ। ਹਾਲ ਦੀ ਘੜੀ ਤੁਸੀਂ ਦੇਖੋ, ਹਾਲ ਦੀ ਘੜੀ ਆਖਰ ਉਹਨਾਂ ਲੋਕਾਂ ਨੇ ਵਾਪਸ ਆਉਣਾ ਹੈ ਕਿ ਉਹ ਵਾਪਸ ਜਦੋਂ ਲੋਕ ਆਉਣਗੇ ਕਿ ਬਦਲੇ ਹੋਏ ਹੋਣਗੇ ਜਾਂ ਦੁਬਾਰਾ ਫਿਰ ਸਮਾ ਜਾਣਗੇ ਉਹਦੇ 'ਚ। ਅਤੇ ਬਹੁਤ ਔਖੀ ਪ੍ਰਕਿਰਿਆ ਸੀ ਮਤਲਬ ਇਹ ਬੰਦੇ ਨੂੰ ਬਦਲਣ ਦੀ। ਅਤੇ ਆਮ ਤੌਰ 'ਤੇ ਅਸੀਂ ਜਦੋਂ ਪੰਜਾਬ ਦੀ ਆਪਾਂ 605 ਬਾਰੇ ਸੁਣਦੇ ਹਾਂ, ਸਮਝਦੇ ਹਾਂ, ਅਤੇ ਅਸੀਂ ਸਾਰੀਆਂ ਗੱਲਾਂ ਕਰਦੇ ਹਾਂ, ਬੰਦੇ ਨੂੰ ਬਦਲਣ ਬਾਰੇ ਭੁੱਲ ਜਾਂਦੇ, ਜਦ ਕਿ ਉਹਦੇ ਹੀ ਬਾਰੇ ਗੱਲ ਹੁੰਦੀ ਹੈ। ਮੈਂ ਕਿਉਂਕਿ ਕਿਸਾਨੀ ਦਾ ਬੰਦਾ, ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਕਿਸਾਨੀ ਦੀ ਜਿਹੜੀ 605 ਹੈ, ਮੇਰੇ ਬਾਰੇ ਬਹੁਤ ਇੱਕ ਅਹਿਮ ਸਵਾਲ ਹੈ ਅੱਜ ਕੱਲ੍ਹ ਕਿ ਕੀ ਕਿਸਾਨੀ ਆਪਣਾ ਸਾਹਸ ਗਵਾ ਰਹੀ ਹੈ, ਕਿ ਉਹ ਆਪਣੇ ਸਾਹਸ ਨੂੰ ਸੰਭਾਲ ਰਹੀ ਹੈ, ਜਾਂ ਉਹਦੇ ਕੋਲ ਜਿਹੜੇ ਉਹ ਸੰਭਾਲਣ ਦੇ ਸਾਹਸ ਹੈਗੇ ਸੀ ਕਿ ਕਿਤੇ ਉਹ ਧਰਾਤਲੀ ਤਾਂ ਨਹੀਂ ਚਲੇ ਗਏ ਅਤੇ ਅਸੀਂ ਹਵਾ ਵਿੱਚ ਬੋਲਦੇ ਰਹੀਏ ਕਿ ਤਕੜੇ ਹੋ ਜਾਓ, ਤਕੜੇ ਹੋ ਜਾਓ। ਉਹ ਧਰਾਤਲ ਕਿਹੜੇ ਹੈ? ਆਪਾਂ ਥੋੜ੍ਹਾ ਜਿਹਾ 500 ਸਾਲ ਪਿੱਛੇ ਜਾਈਏ, ਇੱਥੋਂ ਤੋਂ ਗੱਲ ਸ਼ੁਰੂ ਕਰੀਏ। ਕਿਸਾਨੀ ਦਾ ਬਹੁਤ ਹੀ ਗਹਿਰਾ ਸੰਬੰਧ ਹੈ ਕੁਦਰਤ ਨਾਲ, ਅਤੇ ਜਿੰਨੇ ਵੀ ਕੁਦਰਤ ਦੇ ਸਰੋਤ ਹੈ ਸਾਰੇ, ਜਿੰਨੀਆਂ ਵੀ ਤੰਦਾਂ ਹੈ ਸਾਰੀਆਂ, ਉਹ ਸਾਰੀਆਂ ਤੰਦਾਂ ਨੇ ਪੰਜਾਬ ਨੂੰ ਗੁਰੂਆਂ ਨਾਲ ਜੋੜਿਆ। ਅਤੇ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਕੁਦਰਤ ਦੇ ਥਰੂ ਨਾਨਕ ਨੂੰ ਯਾਦ ਕਰਦਾ ਹੈ, ਅਤੇ ਨਾਨਕ ਨੂੰ ਯਾਦ ਕਰਨਾ ਕੁਦਰਤ ਦੁਆਰਾ ਸਭ ਤੋਂ ਸੌਖਾ, ਸਰਲ ਅਤੇ ਬਿਹਤਰੀਨ ਤਰੀਕਾ ਕਿਸਾਨੀ ਨੇ 500 ਸਾਲ ਹੰਢਾਇਆ। ਅਤੇ ਉਹਦੇ ਵਿੱਚ ਉਹੀ ਇੱਕ ਵੱਡਾ ਕਾਰਨ ਹੈ ਜੋ ਮੈਂ ਸਮਝਦਾ ਕਿ ਆਤਮ ਹੱਤਿਆ ਨਹੀਂ ਹੋਈ, ਕਿਉਂਕਿ ਪੰਜਾਬ ਦਾ ਕੁਦਰਤ ਨਾਲ ਸਿੱਧਾ ਸੰਬੰਧ ਦਾ ਜਿਹੜਾ ਉਹ ਸਾਹਸ ਹੈ, ਉਹਨੇ ਬਾਬੇ ਦਾ ਸੰਵਾਦ ਸੁਣਿਆ ਅਤੇ ਬਾਬੇ ਦੀ ਵਰਜਨਾ ਨੂੰ ਵੀ ਯਾਦ ਰੱਖਿਆ। ਅਤੇ ਬਹੁਤ ਸਾਰੀਆਂ ਗੱਲਾਂ ਇਹ ਸਿਰਫ ਇੱਦਾਂ ਹੀ ਨਹੀਂ ਕਿ ਆਪਾਂ ਇਹਨਾਂ ਨੂੰ ਤੁਸੀਂ ਬਹੁਤ ਸਾਰੇ ਪੱਖ ਰੱਦ ਵੀ ਕਰ ਸਕਦੇ। ਮੈਂ ਇੱਕ ਪੱਖ ਲੈ ਰਿਹਾ ਤੁਹਾਨੂੰ ਯਾਦ ਦਿਵਾਉਣ ਵਾਸਤੇ। ਅਤੇ ਜਦੋਂ ਇਹ 80ਵੇਂ 90ਵੇਂ ਵਿੱਚ ਪੰਜਾਬ ਆਉਂਦਾ ਹੈ ਤਾਂ ਪੰਜਾਬ ਦੀ ਜਿਹੜੀ ਕਿਸਾਨੀ ਹੈ ਇਹਦਾ ਕੁਦਰਤ ਨਾਲ ਤਾਂ ਹੌਲੀ ਹੌਲੀ ਸੰਬੰਧ ਟੁੱਟਦਾ, ਅਤੇ ਟੁੱਟਦਾ ਲਗਭਗ ਹੁਣ ਇਹ ਹੋ ਗਿਆ ਕਿ ਜਿਹੜੀ ਕਿਸਾਨੀ ਹੈ ਉਹ ਟੋਟਲੀ ਕੋਈ ਗਹਿਰਾ ਅਨੁਭਵ ਨਹੀਂ ਰਿਹਾ, ਜਾਂ ਉਸ ਦਿਸ਼ਾ ਵੱਲ ਵੱਧ ਰਹੀ ਹੈ ਪੰਜਾਬ ਦੀ ਕਿਸਾਨੀ ਕਿ ਇੱਕ ਸਰੂਰ ਕੰਮ ਕਰਨ ਦਾ ਖਤਮ ਹੋ ਰਿਹਾ, ਉਹਦੇ ਬਰਾਬਰ ਇੱਕ ਪੈਸਾ ਕਮਾਉਣ ਦਾ, ਇੱਕ ਬਹੁਤ ਸਾਰੀਆਂ ਚੀਜ਼ਾਂ ਨੂੰ ਪਾਉਣ ਦਾ, ਅਤੇ ਬਹੁਤ ਸਾਰੀ ਚੀਜ਼ਾਂ ਪਾਉਣ ਤੋਂ ਬਾਅਦ ਸ਼ਹਿਰ ਵਿੱਚ ਉਸਾਰਨ ਦਾ ਵਰਗੇ ਇੱਦਾਂ ਦੇ ਜਿਹੜੇ ਆਰਥਿਕਤਾ ਨਾਲ ਸੰਬੰਧਿਤ ਹੈ, ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜ ਗਈਆਂ। ਅਤੇ ਇਹ ਸਾਰਾ ਜਿਹੜਾ ਧਰਾਤਲ ਹੈ ਉਹ ਲਗਭਗ ਖਤਮ ਹੋ ਚੱਲਿਆ। ਅਤੇ ਉਹ ਜਿਹੜੀ ਬੁਖਲਾਹਟ ਹੈਗੀ ਹੈ ਇਸ ਵਕਤ ਤੁਸੀਂ ਦੇਖਦੇ ਆ ਨੌਜਵਾਨਾਂ 'ਚ ਕਿ ਉਹ ਗੁਰਬਾਣੀ ਨੂੰ ਕਿਵੇਂ ਦੇਖ ਰਹੇ ਆ ਅੱਜ ਕੱਲ੍ਹ, ਅਤੇ ਗੁਰਬਾਣੀ ਨੂੰ ਕਿਵੇਂ ਦੇਖ ਰਹੇ ਹੈ, ਕੁਦਰਤ ਨੂੰ ਕਿਵੇਂ ਦੇਖ ਰਹੇ ਹੈ, ਆਪਣੇ ਗੁਰੂਆਂ ਨੂੰ ਕਿਵੇਂ ਯਾਦ ਕਰ ਰਹੇ ਹੈ, ਆਪਣੀਆਂ ਗੱਡੀਆਂ ਦੇ ਪਿੱਛੇ ਪੋਸਟਰ ਲਾ ਰਹੇ ਹੈ, ਮੂਸੇਵਾਲਾ ਵਰਗੇ ਚਿਹਰੇ ਉਹਨਾਂ ਦੀ ਯਾਦ ਵਿੱਚ ਵੱਸ ਰਹੇ। ਇਹ ਨਹੀਂ ਹੈ ਕਿ ਮੈਂ ਮੂਸੇਵਾਲਾ ਦੀ ਨਿੰਦਿਆ ਕਰ ਰਿਹਾ, ਪਰ ਯਾਦ ਹੀ ਇੰਨਾ ਕਿਉਂ ਆਵੇ, ਹੈਗਾ ਨਾ ਨਾਨਕ ਹਾਲੇ। ਅਤੇ ਇਹ ਸਾਰੇ ਜਿਹੜੇ ਤੱਥ ਹੈਗੇ ਆ, ਇਹਨਾਂ ਤੱਥਾਂ ਨੇ ਜਿਹੜੀ ਮੇਰੀ ਸਮਝ ਬਣੀ ਹੈ ਕਿ ਸਾਡੇ ਕਿਸਾਨੀ ਨੇ ਉਹ ਧਰਾਤਲ ਲਗਭਗ ਗਵਾ ਲਿਆ ਜਿਹੜਾ ਕੰਮ ਕਰਨ ਦੇ ਸਰੂਰ ਵਿੱਚ ਅਤੇ ਕੁਦਰਤ ਨਾਲ ਗਹਿਰੇ ਸੰਬੰਧ ਦੇ ਨਾਲ ਪੈਦਾ ਹੁੰਦਾ ਸੀ। ਅਤੇ ਹੁਣ ਹਾਲ ਦੀ ਘੜੀ ਕਿਸਾਨੀ ਕੋਲ ਕੋਈ ਇੱਦਾਂ ਦੀ ਕੋਈ ਬਾਹਰੀ ਰੂਪ ਕੋਈ ਨਹੀਂ ਹੈ ਜਿਹੜਾ ਉਹਨੂੰ ਸਾਂਭ ਸਕੇ। ਹੋਇਆ ਇਹ ਕਿ ਹੁਣ ਜਿਹੜੀ ਕਿਸਾਨੀ ਹੈ ਉਹਦਾ ਗੁਰੂਆਂ ਨਾਲ ਵੀ ਉਸ ਤਰ੍ਹਾਂ ਦਾ ਰੂਹਾਨੀ ਸੰਬੰਧ ਨਹੀਂ ਰਿਹਾ, ਕਿਉਂਕਿ ਜਿਹੜੀ ਉਹਦੀ ਐਕਸਰਸਾਈਜ਼ ਸੀ ਨਾ ਬਹੁਤ ਵੱਡੀ ਕਿਸਾਨੀ ਦੀ, ਇੱਕ ਬਹੁਤ ਵੱਡੀ ਐਕਸਰਸਾਈਜ਼ ਹੈ ਕਿਸਾਨੀ ਦੀ, ਕੁਦਰਤ ਨਾਲ ਲਗਾਤਾਰ ਜੁੜਨਾ।
ਤੇ ਛੋ ਕੇ ਜਿਉਣਾ, ਛੂ ਕੇ ਜਿਉਣਾ ਕੁਦਰਤ ਨਾਲ। ਉਹ ਜਿਹੜੀ ਐਕਸਰਸਾਈਜ਼ ਸੀ ਕਿਸਾਨੀ ਦੀ ਬਹੁਤ ਵੱਡੀ, ਉਹ ਖਤਮ ਹੋ ਗਈ। ਉਹਦੇ ਨਾਲ ਜਿਹੜਾ ਸੂਖਮ ਪੱਖ ਸੀ ਗੁਰੂਆਂ ਨਾਲ, ਗੁਰਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਦਾ, ਉਹ ਨਹੀਂ ਰਿਹਾ। ਮੋਟੇ ਤੌਰ 'ਤੇ ਲੱਗਦਾ ਹੈ ਸਾਨੂੰ ਕਿ ਬਹੁਤ ਗੂੜਾ ਸੰਬੰਧ ਹੈ। ਤੇ ਹੁਣ ਇੱਕ ਪੱਖ ਜਿਹੜਾ ਮਤਲਬ ਮੈਂ ਜਿਹੜੀ ਗੱਲ ਖਤਮ ਕਰਨ ਲੱਗਿਆ ਕਿ ਮੈਨੂੰ ਲੱਗਦਾ ਕਿ ਇਹ ਜਿੰਨੀਆਂ ਵੀ ਸਮੱਸਿਆਵਾਂ ਹੈਗੀਆਂ ਉਹ ਸਾਰੀਆਂ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੇ ਇੱਕ ਇਹ ਵੀ ਥੋੜ੍ਹਾ ਕਦੇ ਸੋਚ ਲੈਣਾ ਚਾਹੀਦਾ ਹੈ ਕਿ ਕਿਤੇ ਪੰਜਾਬ ਨੂੰ ਥੋੜ੍ਹੀ ਜਿਹੀ ਰੂਹਾਨੀਅਤ ਦੀ ਜ਼ਰੂਰਤ ਵੀ ਤਾਂ ਨਹੀਂ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਰਦਾਰ ਗਿਆਨ ਸਿੰਘ ਜੀ, ਤੁਸੀਂ ਜਿਹੜੀ ਇਹ ਪਿਛਲੀ ਟਿੱਪਣੀ ਦੇ ਵਿੱਚ ਗੱਲ ਵੀ ਕੀਤੀ ਸੀ ਕਿ ਜਿਵੇਂ ਪ੍ਰਵਾਸ ਹੋ ਰਿਹਾ ਤੇ ਰਿਟਰਨ ਇਨਵੈਸਟਮੈਂਟ ਆ ਜਿਹੜੀ ਉਹ ਪੰਜਾਬ ਦੇ ਵਿੱਚ ਨਹੀਂ ਹੋ ਰਹੀ, ਮੈਂ ਇਸੇ ਬਾਰੇ ਜਾਣਨਾ ਚਾਹਾਂਗਾ ਕਿ ਇਹ ਕਿੰਨੇ ਕੁ ਹਾਂ ਮੁਖੀ ਤੇ ਨਾ ਮੁਖੀ ਪੰਜਾਬ ਦੀ ਆਰਥਿਕਤਾ ਦੇ ਉੱਤੇ ਪ੍ਰਭਾਵ ਪਾਊਗੀ ਜੀ? ਜਿਹੜੀ ਪ੍ਰਵਾਸ ਵਾਲੀ ਗੱਲ ਹੈ, ਇਹ ਤਾਂ ਬਹੁਤ ਸਾਰੇ ਪੱਖ ਨੇ। ਜਿਸ ਤਰ੍ਹਾਂ ਪ੍ਰਵਾਸ ਨੂੰ ਇੱਕ ਮੁੱਢੋਂ ਰੱਦ ਕਰਨਾ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ। ਮੈਂ ਸ਼ੁਰੂ 'ਚ ਕਹਿਤਾ ਕਿ ਸਾਨੂੰ ਆਜ਼ਾਦੀ ਦੀ ਮੂਵਮੈਂਟ ਹੈ ਜਿਹੜੀ, ਉਹਦੇ ਵਿੱਚ ਗਦਰ ਮੂਵਮੈਂਟ ਜਾਂ ਰੈਮਿਟੈਂਸਸ ਆਈਆਂ, ਡਿਵੈਲਪਮੈਂਟ ਹੋਈ, ਸਾਰਾ ਕੁਝ। ਪਰ ਅੱਜ ਜਿਹੜਾ ਸੱਤਿਆਨਾਸ਼ ਹੋ ਰਿਹਾ ਪ੍ਰਵਾਸ ਨਾਲ, ਉਹ ਦੇਖਣ ਵਾਲੀ ਗੱਲ ਹੈ। ਮੈਂ USA ਜਾਣਾ ਸੀ ਬਾਇਆ ਲੰਡਨ, 3 ਘੰਟੇ ਦਾ ਟ੍ਰਾਂਜ਼ਿਟ ਟਾਈਮ ਸੀ। ਮੈਂ ਟੋਇਲਟ ਗਿਆ ਤੇ ਇੱਕ ਬੰਦਾ ਜਿਹਦੇ ਪੱਗ ਬੰਨੀ ਹੋਈ ਸੀ, ਦਾੜੀ ਖੁੱਲ੍ਹੀ ਛੱਡੀ ਹੋਈ ਸੀ, ਯੂਰੀਨਲ ਟੱਬ ਸਾਫ਼ ਕਰਦਾ ਸੀ। ਤੇ ਉਹਦੇ ਪਤਾ ਨਹੀਂ ਕਿਵੇਂ ਹੌਲ ਉੱਠਿਆ, ਉਹਨੇ ਦੂਜਾ ਪੱਗ ਵਾਲਾ ਦੇਖ ਲਿਆ, ਕਹਿੰਦਾ ਸਤਿ ਸ਼੍ਰੀ ਅਕਾਲ ਸਰਦਾਰ ਜੀ। ਮੈਂ ਜੀ ਸਤਿ ਸ਼੍ਰੀ ਅਕਾਲ। ਮੇਰੇ ਅੰਦਰੋਂ ਹੀ ਪਤਾ ਨਹੀਂ ਕੀ ਭਾਵਨਾ ਉੱਠੀ। ਮੈਂ ਜੀ ਕੀ ਹਾਲ ਹੈ, ਜਿਹੜਾ ਕਿ ਮੈਨੂੰ ਉੱਥੇ ਨਹੀਂ ਪੁੱਛਣਾ ਚਾਹੀਦਾ ਸੀ। ਕਹਿੰਦਾ ਹਾਲ ਮੇਰਾ ਸੁਆਹ ਹੋਣਾ, ਤੁਹਾਨੂੰ ਦੇਖ ਨਹੀਂ ਰਿਹਾ ਮੈਂ ਕੀ ਕਰ ਰਿਹਾ, ਹੈ ਨਾ। ਉਹਦਾ ਜਵਾਬ ਵੀ ਠੀਕ ਸੀ, ਪਰ ਗੱਲ ਇਹ ਹੈ ਕਿ ਜਦੋਂ ਇੱਥੋਂ ਇਹ ਬ੍ਰੇਨ ਡਰੇਨ ਵਾਲੀ ਪ੍ਰੋਬਲਮ ਹੈ। ਇੱਕ ਰਜਿੰਦਰਪਾਲ ਬਰਾੜ ਉਹਨਾਂ ਨੇ ਪਹਿਲੀ ਵਾਰੀ ਮੈਨੂੰ ਸ਼ਖਸ ਮਿਲਾਇਆ ਸੀ ਜਿਨ੍ਹਾਂ ਨਾਂ ਅਮਰਜੀਤ ਗਰੇਵਾਲ ਹੈਗਾ। ਤੇ ਅੱਜ ਕੱਲ੍ਹ ਉਹ ਪ੍ਰਵਾਸ 'ਤੇ ਗੱਲ ਕਰਦੇ ਹੋਏ ਬ੍ਰੇਨ ਇਨ ਕਹਿੰਦੇ ਬ੍ਰੇਨ ਡਰੇਨ ਦੀ ਗੱਲ ਨਾ ਕਰੋ, ਬ੍ਰੇਨ ਇਨ ਸਰਕੂਲੇਸ਼ਨ ਦੀ ਗੱਲ ਕਰੋ। ਤੇ ਮੈਂ ਤਾਂ ਉਹਨਾਂ ਨੂੰ ਇੱਕੋ ਜਵਾਬ ਦਿੱਤਾ ਸੀ, ਬ੍ਰੇਨ ਔਨ ਸੇਲ ਦੀ ਗੱਲ ਕਰਾਂਗੇ ਫਿਰ ਜੇ ਸਰਕੂਲੇਸ਼ਨ ਦੀ ਗੱਲ ਕਰਨੀ ਹੈ। ਜੇ ਤੁਹਾਨੂੰ ਬ੍ਰੇਨ ਡਰੇਨ ਕੋਈ ਔਖਾ ਲਫ਼ਜ਼ ਲੱਗਦਾ ਹੈਗਾ, ਬ੍ਰੇਨ ਉੱਥੇ ਜਿੱਥੇ ਉਹਦਾ ਮੁੱਲ ਪੈ ਸਕਦਾ ਹੈਗਾ। ਜੇ ਬ੍ਰੇਨ ਇਨ ਸਰਕੂਲੇਸ਼ਨ ਹੋਵੇ, ਉਹ ਤਾਂ ਸਾਨੂੰ ਜ਼ਿਆਦਾ ਲੋੜ ਹੈ, ਇੱਧਰ ਨੂੰ ਆਉਣਾ ਚਾਹੀਦਾ, ਬ੍ਰੇਨ ਤਾਂ ਇੱਧਰ ਨੂੰ ਜ਼ਿਆਦਾ ਆਉਣਾ ਚਾਹੀਦਾ, ਪਰ ਨਹੀਂ। ਤੇ ਜੇ ਸਮਾਜਿਕ ਪੱਖ ਵੱਲ ਦੇਖਾਂ, ਤੇ ਇੱਕ ਜਗ੍ਹਾ ਅਮਰੀਕਾ 'ਚ ਮੈਂ ਤੁਰ ਰਿਹਾ ਸੀ, ਮੇਰੇ ਕੋਲ ਦੀ ਇੱਕ ਕੋਈ ਨੌਜਵਾਨ ਕੁੜੀ ਗਈ, ਠੀਕ ਆ, ਉਹਦਾ ਆਪਦਾ ਕਾਰ ਉਹਨੇ ਰੋਕੀ ਜ਼ੋਰ ਨਾਲ, ਤੇ ਵਾਪਸ ਭੱਜ ਕੇ ਆਈ, ਮੇਰੇ ਕੋਲ ਆ ਕੇ ਰੁਕ ਗਈ। ਕਹਿੰਦੇ ਅੰਕਲ ਸਤਿ ਸ਼੍ਰੀ ਅਕਾਲ। ਮੈਂ ਕਿਹਾ ਬੇਟਾ ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਅੱਗੇ ਨਾਮ ਮੈਂ ਬਦਲ ਰਿਹਾ, ਮੈਂ ਤੁਹਾਡੀ ਸਿੰਮੀ ਫਗਵਾੜੇ ਤੋਂ, ਹੈ ਨਾ। ਤੇ ਮੈਨੂੰ ਵੀ ਵਧੀਆ ਲੱਗਿਆ, ਕੋਈ ਬੱਚਾ ਆਇਆ ਹੈ ਸਿਰਫ ਪੱਗ ਕਰਕੇ, ਉਹਨੂੰ ਪਤਾ ਲੱਗਿਆ ਕਿ ਪੰਜਾਬ ਦਾ, ਉਹਦੇ ਅੰਦਰ ਵੀ ਕਿੰਨੀ ਭੁੱਖ ਹੈ ਕਿ ਉਹ ਜਿਹੜਾ ਹੈਗਾ ਪ੍ਰਵਾਸ 'ਚ ਕੀ ਸੰਤਾਪ ਹੰਢਾ ਰਹੀ ਹੈ। ਮੈਂ ਤੁਹਾਡੀ ਸਿੰਮੀ, ਸੱਚੀਓ ਮੈਨੂੰ ਮੇਰੇ ਲੱਗਦਾ ਮੇਰੀ ਧੀ ਆ ਉਹ, ਹੈ ਨਾ। ਉਹ ਆਪਦਾ ਗੱਲਾਂ ਕਰਨ ਲਈ ਰੁਕੀ, ਉਹਨੇ 15 ਮਿੰਟ ਮੈਨੂੰ ਰੋਕਿਆ, ਆਪਦੀ ਲੋੜ ਨੂੰ ਪੂਰਾ ਕੀਤਾ। ਤੇ ਜਿਹੜੀ ਗੱਲ ਹੁਣ ਰੈਮਿਟੈਂਸਸ ਵਾਲੀ ਹੈਗੀ, ਜਿਹੜੀ ਕਹਿੰਦੇ ਪਿੱਛੇ ਨੂੰ ਕੀ ਆ ਰਿਹਾ, ਉਹਦਾ ਕੀ ਹੋ ਰਿਹਾ, ਇਹ ਇੱਕ ਗੱਲ ਹੈਗੀ। ਜਿੰਨੀ ਤੁਸੀਂ ਘੱਟ ਉਮਰ ਦੇ ਬੈਠੇ ਹੋ, ਸ਼ਾਇਦ ਮੇਰੇ ਤੋਂ ਵੱਡੀ ਉਮਰ ਵਾਲੇ ਜਾਂ ਮੇਰੀ ਬਰਾਬਰ ਦੀ ਉਮਰ ਵਾਲੇ ਤਾਂ ਮੈਨੂੰ ਡਾਕਟਰ ਹਰੀ ਸਿੰਘ ਹੁਣੀ ਉਹ ਦਿਖਦੇ ਨੇ, ਹੋਰ ਤਾਂ ਸ਼ਾਇਦ ਐਡੀ ਵੱਡੀ ਉਮਰ ਦੇ ਨਾ ਹੋਣ। ਇਹ ਅਸੀਂ ਆਪਦੇ ਬਚਪਨ 'ਚ ਅਮਰਵੇਲ ਦੇਖੀ ਹੈ। ਹੁਣ ਜਿਹੜੀ ਕਿਤੇ ਮਿਲਦੀ ਹੈ ਅਮਰਵੇਲ ਪੈਰਾਸਾਈਟਿਕ ਪਲਾਂਟ ਹੈ ਜਿਹੜਾ ਜਾਨ ਕੱਢ ਲੈਂਦਾ। ਜਿਹੜੇ ਸਾਡੇ ਨੌਜਵਾਨ ਬੱਚੇ ਜਾ ਰਹੇ ਨੇ ਇੱਥੋਂ ਵੱਡਾ ਭਵਿੱਖ ਚਿੱਤਰ ਕੇ ਉੱਥੇ ਜਾਂਦੇ ਨੇ, ਬਈ ਉੱਥੇ ਤਾਂ ਜਿਹੜਾ ਹੈਗਾ ਬਸ ਐਸ਼ਾਂ ਹੀ ਐਸ਼ਾਂ ਨੇ, ਸਵਰਗ ਹੈ। ਪਰ ਜਿਹੜੇ ਇੱਥੋਂ ਬੱਚੇ ਜਾਂਦੇ ਨੇ, ਪਹਿਲੀ ਗੱਲ ਤਾਂ ਉਹ +2 ਤੋਂ ਬਾਅਦ ਜਿਹੜਾ ਉੱਥੇ ਕੋਰਸ ਕਰਦੇ ਨੇ ਉਹ ਕੋਈ ਡਿਪਲੋਮਾ ਹੈ। ਬਹੁਤਿਆਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਨਾਮ ਨਹੀਂ ਪਤਾ ਹੁੰਦਾ ਅਸੀਂ ਕਿਹੜਾ ਡਿਪਲੋਮਾ ਕਰ ਰਹੇ, ਜਾਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ। ਡਿਪਲੋਮੇ ਤੋਂ ਬਾਅਦ ਉਹ PR ਦੀ ਐਲੀਜੀਬਿਲਟੀ ਹੈ ਬਹੁਤੇ ਦੇਸ਼ਾਂ 'ਚ, ਉਹ ਸਰ ਜਾਂਦਾ ਹੈਗਾ। ਅਤੇ ਫਿਰ ਜਦੋਂ ਘਰੋਂ ਪੈਸੇ ਕੱਢਦੇ ਨੇ ਜਾਂ ਆਪਦੀਆਂ ਲੋੜਾਂ ਨੇ ਉਹਨੂੰ ਪੂਰਾ ਕਰਨ ਲਈ ਇਹ ਕੰਮ ਕਰਦੇ ਨੇ, ਤਾਂ ਬਹੁਤੀ ਵਾਰੀ ਜਿਹੜੇ ਸਾਡੇ ਇੱਥੋਂ ਗਏ ਹੋਏ ਕੁਛ ਕੁ ਭੈਣ ਭਰਾ ਨੇ ਜਿਹੜੇ NRI ਬਿਜ਼ਨਸ ਦੇ ਵਿੱਚ ਆ ਗਏ, ਕਾਰੋਬਾਰੀ ਹੋ ਗਏ, ਉਹ ਉਹਨਾਂ ਨੂੰ ਨੌਕਰੀਆਂ ਦੇ ਦਿੰਦੇ ਨੇ। ਨੌਕਰੀਆਂ ਦੇ ਕੇ ਕੋਈ ਆਸਾਨ ਨਹੀਂ ਕਰਦੇ, ਸਗੋਂ ਉਹਨਾਂ ਨੂੰ ਅਮਰਵੇਲ ਵਾਲਾ ਰੂਪ ਦਿਖਾਉਂਦੇ ਨੇ। ਜਿੰਨਾ ਮਿਨੀਮਮ ਵੇਜਿਸ ਹੈ ਉਹ ਤੋਂ ਵੀ ਘੱਟ ਵੇਜ ਰੇਟ 'ਤੇ ਕੰਮ ਕਰਾਉਂਦੇ ਨੇ।
ਤੇ ਕਈ ਵਾਰੀ ਇਹ ਹੁੰਦਾ ਕਿ ਲੰਬੇ ਟਾਈਮ ਰਹਿਣ ਤੇ ਢਿੱਡ ਨੂੰ ਇਕੱਠਾਂ ਦੇ ਕੇ 4 ਪੈਸੇ ਜੋੜ ਕੇ ਉਹ ਫਿਰ NRI ਕਈ ਵਾਰੀ ਰਿਸ਼ਤੇਦਾਰ ਵੀ ਹੁੰਦੇ ਨੇ, ਰਿਸ਼ਤੇਦਾਰ ਭਰਮਾ ਲੈਂਦੇ ਵੀ ਤੁਹਾਡੀ ਇਨਵੈਸਟਮੈਂਟ ਕਰਾਉਂਦੇ ਆ, ਤੁਹਾਡੀ ਕਾਇਆ ਕਲਪ ਹੋ ਜੂ, ਮੁੜ ਕੇ ਤੁਹਾਨੂੰ ਪੰਪਾਂ ਦੇ ਨਹੀਂ ਕੰਮ ਕਰਨਾ ਪਊਗਾ, ਤੁਹਾਨੂੰ ਟਰੱਕਾਂ ਦੇ ਨਹੀਂ ਕੰਮ ਕਰਨਾ ਪਊਗਾ। ਪਰ ਫਿਰ ਪਤਾ ਲੱਗਦਾ ਹੈ ਕਿ ਇਹਦਾ ਸਾਰਾ ਜਿੰਨਾ ਪੈਸਾ ਜੋੜ ਕੇ ਦਿੱਤਾ, ਇੱਧਰ ਉੱਧਰੋਂ ਇਕੱਠਾ ਕਰਕੇ ਦਿੱਤਾ, ਫੜ ਕੇ ਦਿੱਤਾ, ਇਹ ਤਾਂ ਵੀਰ ਜੀ ਆਪਦੇ ਨਾਂ ਕਰਾ ਗਏ। ਜਦ ਵੀਰ ਜੀ ਆਪਦੇ ਨਾਂ ਕਰਾ ਜਾਂਦੇ ਨੇ ਫਿਰ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ। ਤੇ ਜਿਹੜਾ ਇੱਕ ਸਰਵੇ ਅਸੀਂ ਸਿਰਫ 5 ਪਿੰਡਾਂ ਦਾ ਕੀਤਾ ਪਟਿਆਲੇ ਦਾ, ਉਹ ਜਦੋਂ ਗੱਲ ਉੱਭਰ ਕੇ ਜਿਹੜੀ ਆਈ ਹੈ, ਮੈਂ ਪਹਿਲਾਂ ਦੱਸਤੀ ਕਿ ਰੈਮਿਟੈਂਸ ਜਿਹੜਾ ਪਿੱਛੇ ਨੂੰ ਪੈਸਾ ਭੇਜਦੇ ਨੇ ਉਹ 34% ਹੈ। ਉਹ 'ਚੋਂ ਵੱਡੀ ਗਿਣਤੀ ਉਹ ਹੈ ਜਿਨ੍ਹਾਂ ਨੇ 4 ਲੱਖ ਤੋਂ ਘੱਟ ਭੇਜਿਆ ਹੈਗਾ, ਤੇ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਭੇਜਣ ਲਈ ਜਿਹੜਾ ਹੈਗਾ ਕਰਜ਼ਾ ਲਿਆ, ਉਹਦੇ ਵਿੱਚ 20 ਤੋਂ 25 ਲੱਖ ਕਰਜ਼ੇ ਵਾਲੇ ਵੀ ਹੈਗੇ। ਇਸ ਲਈ ਜਿਹੜੇ ਪੈਸੇ ਦੇ ਇਕੱਲੇ ਦੇ ਸੰਬੰਧ ਹੈਗਾ, ਪੈਸੇ ਦੇ ਸੰਬੰਧ ਦਾ ਇਹ ਹੈ ਕਿ ਸਾਡਾ ਪੂੰਜੀ ਦਾ ਹੁੰਝਾ ਫਿਰ ਰਿਹਾ ਹੈਗਾ, ਵੱਡੇ ਪੱਧਰ 'ਤੇ ਫਿਰ ਰਿਹਾ ਹੈਗਾ। ਸਿਰਫ ਇੱਥੇ ਤੱਕ ਸੀਮਿਤ ਨਹੀਂ। ਜਿਹੜੀ ਗੱਲ ਮੈਂ ਪਹਿਲਾਂ ਦੱਸੀ ਹੈ ਉਹ ਦੁਬਾਰਾ ਫੇਰ ਕਹਿ ਦਿੰਦਾ ਕਿ ਜਦੋਂ ਉੱਥੇ ਬੱਚੇ ਨੂੰ PR ਮਿਲ ਜਾਂਦੀ ਹੈ, ਉਹ ਫਿਰ ਬਾਪੂ ਨੂੰ, ਜੇ ਬਾਪੂ ਥੋੜ੍ਹਾ ਘੱਟ ਮੰਨਦਾ ਹੋਵੇ, ਫਿਰ ਆਪਦੀ ਬੇਬੇ ਜਾਂ ਮਾਤਾ ਜਾਂ ਮੰਮੀ ਜਿਹੜਾ ਕੁਛ ਕਹਿੰਦਾ ਹੈ ਉਹਨੂੰ ਬਣਾ ਲੈਂਦਾ ਹੈ ਵੀ ਜਲਦੀ ਕਰਕੇ ਵੇਚਣਾ ਸ਼ੁਰੂ ਕਰੋ, ਵੀ ਇੱਥੇ ਆਪਾਂ ਤੁਹਾਨੂੰ ਵੀ ਮੰਗਾਵਾਂਗੇ। ਫਿਰ ਉੱਥੇ ਮੰਗਾ ਕੇ ਜਿਹੜੀ ਰਾਜ ਕਾਕੜੇ ਵਾਲੀ ਗੱਲ ਮੈਂ ਦੱਸੀ ਸੀ ਹੈ ਨਾ, ਸਹੁੰ ਰੱਬ ਦੀ ਬਿਸ਼ਨਪੁਰੇ ਵਾਲੀ, ਉਹ ਉੱਥੇ ਨਜ਼ਾਰੇ ਮਿਲਦੇ ਨੇ। ਜਿਹੜਾ ਬਾਪੂ ਮੈਨੂੰ ਇੰਗਲੈਂਡ ਮਿਲਿਆ ਉਹਦੀ ਲੰਡਨ, ਫਿਰ ਜਾਂ ਬਾਪੂ ਨੂੰ ਜਾਣਾ ਪੈਂਦਾ ਹੈ ਉਸ ਤਰ੍ਹਾਂ ਦੇ ਕੰਮਾਂ 'ਤੇ, ਜਾਂ ਬੇਬੇ ਨੂੰ ਜਾਣਾ ਪੈਂਦਾ ਹੈ ਫਿਰ ਉਸ ਤਰ੍ਹਾਂ ਦੇ ਕੰਮਾਂ 'ਤੇ, ਫਿਰ ਸਾਨੂੰ ਉਹਦਾ ਮੁੱਲ ਦਿਖਦਾ ਵੀ ਕਿੰਨਾ ਆਖਿਆ ਹੈਗਾ। ਤੇ ਜਿਹੜੇ ਪਿੱਛੇ ਰਹਿ ਗਏ ਉਹਦਾ ਵੀ ਦਿਖਦਾ ਹੈਗਾ। ਜਿਹੜੀਆਂ ਰੈਮਿਟੈਂਸਿਸ ਘੱਟ ਹੈ, ਪਰ ਰੈਮਿਟੈਂਸ ਦੇ ਨਾਲ ਇੱਕ ਗੱਲ ਦਾ ਮੈਂ ਜ਼ਿਕਰ ਪਹਿਲਾਂ ਵੀ ਕਰ ਚੁੱਕਿਆ ਕਿ ਇੱਥੇ ਜਿਹੜੇ ਪੂੰਜੀ ਦੇ ਸਾਧਨ ਨੇ, ਉਹ ਜ਼ਮੀਨ ਹੈ ਜਾਂ ਹੋਰ ਚੀਜ਼ਾਂ ਨੇ, ਉਹ ਵੀ ਥੋੜ੍ਹੇ ਲੋਕਾਂ ਦੇ ਹੱਥਾਂ 'ਚ ਕੇਂਦਰਿਤ ਹੋ ਰਹੀਆਂ ਨੇ ਜਿਹੜੇ ਰਿਲੇਟਿਵਲੀ ਪਹਿਲਾਂ ਹੀ ਵੱਧ ਅਮੀਰ ਨੇ। ਇਸ ਲਈ ਇਹ ਜਿਹੜਾ ਪ੍ਰਵਾਸ ਹੈ ਇਹ ਸਿਰਫ ਆਰਥਿਕ ਪੱਖੋਂ ਨਹੀਂ, ਆਰਥਿਕ ਪੱਖੋਂ, ਸਮਾਜਿਕ ਪੱਖੋਂ, ਸੱਭਿਆਚਾਰਕ ਪੱਖੋਂ, ਇੱਕ ਜੇ ਪਿੰਡਾਂ 'ਚ ਜ਼ਿਆਦਾ ਬੱਚੇ ਅਪੀਅਰੈਂਸ ਤੋਂ ਮੈਨੂੰ ਲੱਗਦਾ ਕਿ ਮੇਰੇ ਵਾਲੀ ਕੈਟੇਗਰੀ 'ਚ ਆਉਣਗੇ, ਬਹੁਤੇ ਪਿੰਡਾਂ ਵਾਲੇ ਦੇਸੀ ਬੱਚੇ ਲੱਗਦੇ ਨੇ ਸਾਡੇ ਵਰਗੇ ਹੀ। ਤੇ ਉੱਥੇ ਜਿਹੜਾ ਮਿਡਲ ਇਨਕਮ ਗਰੁੱਪ ਸੀ ਉਹਦਾ ਪ੍ਰੈਸ਼ਰ ਸੀ ਸਕੂਲਾਂ 'ਤੇ, ਹਸਪਤਾਲਾਂ 'ਤੇ, ਹੋਰ ਜਨਤਕ ਸੰਸਥਾਵਾਂ 'ਤੇ। ਪਰ ਜਦ +2 ਤੋਂ ਬਾਅਦ ਵੱਡੀ ਗਿਣਤੀ 'ਚ ਬੱਚਾ ਬਾਹਰ ਜਾ ਰਿਹਾ ਹੈਗਾ ਤਾਂ ਉਹ ਪ੍ਰੈਸ਼ਰ ਘਟਣਾ ਸ਼ੁਰੂ ਹੋ ਗਿਆ ਤੇ ਉਹ ਸੰਸਥਾਵਾਂ ਵੀ ਥੱਲੇ ਨੂੰ ਆਉਣ ਲੱਗ ਗਈਆਂ। ਇਸ ਲਈ ਸਾਡੇ ਸਕੂਲਾਂ ਦਾ, ਹਸਪਤਾਲਾਂ ਦਾ, ਹੋਰ ਜਨਤਕ ਸੰਸਥਾਵਾਂ ਦਾ ਹਾਲ ਹੈ ਜਿਹੜਾ ਉਹ ਦੇਖਾਂਗੇ ਤਾਂ ਥੱਲੇ ਵੱਲ ਨੂੰ ਆ ਰਿਹਾ। ਪਰ ਉਮੀਦ ਤੁਹਾਡੇ ਤੋਂ ਹੈ, ਕਿਉਂਕਿ ਇਹ ਇੱਕ ਮੰਨੀ ਹੋਈ ਗੱਲ ਹੈ ਕਿ ਹਰੇਕ ਆਉਣ ਵਾਲੀ ਪੀੜ੍ਹੀ ਪਿਛਲੀ ਪੀੜ੍ਹੀ ਤੋਂ ਵੱਧ ਸਿਆਣੀ ਹੁੰਦੀ ਹੈ ਤੇ ਵੱਧ ਸਮਰੱਥਾ ਵਾਲੀ ਹੁੰਦੀ ਹੈ। ਸੋ ਤੁਹਾਡੀ ਸਿਆਣਪ, ਤੁਹਾਡੀ ਸਮਰੱਥਾ ਆਪਾਂ ਸਾਰਿਆਂ ਨੂੰ ਬਚਾਊਗੀ ਤੇ ਅਸੀਂ ਚੰਗੇ ਪਾਸੇ ਨੂੰ ਵਧਾਂਗੇ। ਸ਼ੁਕਰੀਆ ਜੀ। ਹੁਣ ਸਰਦਾਰ ਹਮੀਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਲੀਡਰਸ਼ਿਪ ਦਾ ਖਲਾ ਆ ਰਿਹਾ, ਉਸੇ ਹਵਾਲੇ ਨਾਲ ਜਿੰਨਾ ਵੀ ਤੁਸੀਂ ਪੰਜਾਬ ਨੂੰ ਸਮਝਦੇ ਹੋ, ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗਾ ਕਿ ਕੀ ਪੰਜਾਬ ਦੇ ਵਿੱਚ ਸਿਰਫ ਨਿਰਾਸ਼ਾ ਹੀ ਨਿਰਾਸ਼ਾ, ਜਾਂ ਤੁਹਾਨੂੰ ਕੋਈ ਉਮੀਦ ਵੀ ਨਜ਼ਰ ਆਉਂਦੀ ਆ, ਕਿਸੇ ਤਰੀਕੇ ਦਾ ਕੋਈ ਹੱਲ ਵੀ ਨਜ਼ਰ ਆਉਂਦਾ ਕਿ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਸੁਨਹਿਰਾ ਹੋਊਗਾ? ਮੈਨੂੰ ਲੱਗਦਾ ਉਮੀਦ ਇਸ ਗੱਲ ਤੋਂ ਪਰਖੀ ਜਾਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਬੜੇ ਲੰਮੇ ਸਮੇਂ ਤੋਂ ਤਲਾਸ਼ 'ਚ ਨੇ ਕੁਝ ਚੰਗਾ ਹੋਵੇ। ਜੇ ਪੰਜਾਬ ਦੀ ਇਲੈਕਸ਼ਨ ਪ੍ਰੋਸੈਸ ਨੂੰ ਦੇਖੋ, ਪੁਰਾਣਿਆਂ ਨੂੰ ਬਾਰ-ਬਾਰ ਰਿਜੈਕਟ ਕਰਕੇ ਨਵੀਂ ਪਾਰਟੀ ਆਈ ਵੀ ਬਦਲਾਅ ਕਰੂਗੀ ਸ਼ਾਇਦ ਇਸ ਨਾਂ 'ਤੇ, ਜੋ ਵੀ ਉਹਦੇ ਸਾਹਮਣੇ ਆਪਸ਼ਨ ਨੇ ਉਹ 'ਚੋਂ ਹੀ ਚੁਣਨਾ ਨਾ। ਜੇ ਅਲਟਰਨੇਟਿਵ ਵੀ ਕੋਈ ਹੋਰ ਲੈਵਲ ਦਾ ਨਹੀਂ ਆਊਗਾ ਤਾਂ ਉਹ ਕਰਨਗੇ ਕੀ ਨਹੀਂ ਕਰਨਗੇ। ਔਰ ਇਸੇ ਕਰਕੇ ਜਿਹੜੀਆਂ ਪਾਰਟੀਆਂ ਇਹ ਕਹਿੰਦੀਆਂ ਸੀ ਵੀ ਸਾਡਾ ਤਾਂ ਬਹੁਤ ਜ਼ਿਆਦਾ ਇੱਥੇ ਪੂਰੀ ਤਰ੍ਹਾਂ ਹੀ ਕੇਡਰ ਹੈ, ਨੀਚੇ ਤੱਕ ਫਲਾਨਾ, ਪਾਰਟੀਆਂ ਨਾਲੋਂ ਇਮੋਸ਼ਨਲ ਤੌਰ 'ਤੇ ਟੁੱਟ ਚੁੱਕਿਆ ਵਰਕਰ ਹੈ ਕਿਸੇ ਵੀ ਪਾਰਟੀ ਦਾ। ਹੁਣ ਉਨੇ ਕੁ ਵਰਕਰ ਨਾਲ ਨੇ ਜਿਹੜੇ ਕੋਈ ਨਾ ਕੋਈ ਫਾਇਦਾ ਜਾਂ ਬਾਕੀ ਦੀਆਂ ਚੀਜ਼ਾਂ ਨੇ, ਕਿਉਂਕਿ ਪਾਰਟੀਆਂ ਵਿਚਾਰਧਾਰਾ ਸਿੱਧਤ ਪਾਰਟੀਆਂ ਰਹੀਆਂ ਹੀ ਨਹੀਂ ਕੋਈ। ਉਹ ਆਪਣਾ ਜਿਹਨੂੰ ਸੋ ਕਾਲਡ ਪ੍ਰੈਗਮੈਟਿਕ ਪੋਲੀਟਿਕਸ ਜਿਹਨੂੰ ਕਹਿੰਦੇ ਨੇ, ਉਹ ਕਹਿੰਦੇ ਅਸੀਂ ਉਹ ਕਰਦੇ ਹਾਂ। ਉਹ ਤਲਾਸ਼ ਜਿਹੜੀ ਹੁੰਦੀ ਹੈ, ਮੈਨੂੰ ਲੱਗਦਾ ਕਿ ਤਲਾਸ਼ ਕਿਤੇ ਨਾ ਕਿਤੇ ਜਾ ਕੇ ਮੰਜ਼ਿਲ ਵੱਲ ਚਲੀ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਕਿਸਾਨ ਅੰਦੋਲਨ 'ਚ ਵੀ ਤਲਾਸ਼ ਹੀ ਸੀ ਕਿ ਸਾਰੀ ਦੁਨੀਆ ਦੇ ਵਿੱਚ 150 ਕੰਟਰੀ 'ਚ ਬੈਠਾ ਪੰਜਾਬੀ ਵੀ ਇਹਦੇ ਨਾਲ ਜੁੜ ਗਿਆ, ਰੂਹ ਦੇ ਤੌਰ 'ਤੇ ਵੀ, ਔਰ ਸਾਡੇ ਵੀ ਇੱਥੇ ਸਾਰੇ ਕਿਤੇ ਬਾਕੀ ਹੈ। ਔਰ ਇਹ ਮੈਨੂੰ ਲੱਗਦਾ ਕਿ ਅੰਦੋਲਨ ਜਾਂ ਇਹ ਇਕੱਲਾ ਸਾਡਾ ਨਹੀਂ, ਇਹ ਸਾਰੀ ਦੁਨੀਆ ਦੇ ਵਿੱਚ ਇਹਦਾ ਮੈਸੇਜ ਗਿਆ ਸੀਗਾ। ਮੈਸੇਜ ਕੀ ਸੀ? ਇਕੱਲਾ ਸਾਡਾ ਕਿਸਾਨ ਨਹੀਂ ਖੁਦਕੁਸ਼ੀ ਕਰ ਰਿਹਾ, ਦੁਨੀਆ ਦਾ ਇੱਕ ਵੀ ਕੰਟਰੀ ਨਹੀਂ ਜਿੱਥੇ ਕਿਸਾਨ ਖੁਦਕੁਸ਼ੀ ਨਹੀਂ ਕਰ ਰਿਹਾ, ਕਿਉਂਕਿ ਐਗਰੀਕਲਚਰ ਦੇ ਖਿਲਾਫ ਡਿਵੈਲਪਮੈਂਟ ਦਾ ਉਹ ਇਕਨੋਮਿਕ ਮਾਡਲ ਖੜਾ ਹੈ ਬੇਸਿਕਲੀ। ਔਰ ਤੁਸੀਂ ਉਹਨੂੰ ਉਧਰਲੇ ਪਾਸੇ ਲਿਜਾ ਹੀ ਨਹੀਂ ਰਹੇ। ਉਹਨਾਂ ਕੋਲ ਵੀ ਆਪਣੇ ਪੀਰ ਫਕੀਰ ਵੀ ਹੋਣਗੇ, ਸਭ ਚੀਜ਼ਾਂ ਹੋਣਗੀਆਂ, ਪਰ ਉਹ ਟੋਟਲ ਨੂੰ ਜਦੋਂ ਧੱਕ ਕੇ ਤੁਸੀਂ ਦੂਜੇ ਪਾਸੇ ਲੈ ਜਾਂਦੇ ਹੋ, ਸਭ ਕੁਝ ਮਾਰਕੀਟ 'ਤੇ ਛੱਡ ਦਿੰਦੇ ਹੋ, ਤਾਂ ਬਾਕੀ ਚੀਜ਼ਾਂ ਬਚਦੀਆਂ ਨਹੀਂ ਆਪਣੇ ਆਪ ਉਸ ਲੈਵਲ 'ਤੇ ਨਹੀਂ।
ਹੁਣ ਕੁਝ ਲੋਕ ਆਪਣੇ ਆਪ ਐਫਰਟ ਵੀ ਕਰਨ ਲੱਗੇ ਨੇ। ਮੰਨ ਲਓ ਜਿਵੇਂ ਮੰਨ ਸਾਹਿਬ ਨੇ ਕਿਹਾ ਕਿ ਆਪਾਂ ਖੇਤੀ ਬਦਲੀਏ ਜੀ, ਖੇਤੀ ਦਾ ਮਾਡਲ ਬਦਲੀਏ। ਜਿੰਨਾ ਕੁ ਆਪਣੇ ਲੈਵਲ ਤੇ ਕਰ ਸਕਦੇ ਨੇ ਲੋਕ ਇਹ ਵੀ ਕਰਨ ਲੱਗੇ ਨੇ, ਔਰ ਡਿਮਾਂਡ ਵੀ ਕਰਨ ਲੱਗੇ ਨੇ ਕਿ ਮਾਡਲ ਬਦਲੋ ਖੇਤੀ ਦਾ। ਮਾਡਲ ਬਦਲਣ ਦੇ ਲਈ ਜਦੋਜਹਿਦ ਕਰਨੀ ਪਏਗੀ। ਪਾਲਿਸੀ ਬਦਲੇ ਬਿਨਾ ਓਵਰਆਲ ਮਾਡਲ ਨਹੀਂ ਬਦਲਦਾ ਕਈ ਵਾਰ, ਪਰ ਕੋਸ਼ਿਸ਼ ਆਪਣੇ ਤੋਂ ਵੀ ਇੰਡੀਵਿਜੂਅਲ ਸ਼ੁਰੂ ਹੋ ਰਹੀ ਆ। ਉਹ ਕੋਸ਼ਿਸ਼ਾਂ ਨੇ ਜਿਹੜੀਆਂ ਉਮੀਦ ਦਿੰਦੀਆਂ ਨੇ। ਦੂਜੀ ਕੋਸ਼ਿਸ਼ ਇਹ ਹੈ, ਜਿਹੜੇ ਲੋਕ ਮੱਥਾ ਮਾਰੀ ਇਕੱਲਾ ਨਹੀਂ ਕਰਦੇ, ਉਹ ਮੈਦਾਨ 'ਚ ਨਿੱਤਰਨ ਲਈ ਤਿਆਰ ਨੇ। ਹਰ ਜਗ੍ਹਾ ਜਾ ਕੇ ਇਕੱਠੇ ਹੋ ਕੇ ਕਦੇ ਕਿਸੇ ਦਫ਼ਤਰ 'ਚ ਜਾਓ, ਕਿ ਜਿੱਥੇ ਮਰਜ਼ੀ ਜਾਓ, ਤੇ ਉਹਦੇ ਖਿਲਾਫ ਲੜਾਈ ਦਾ ਇੱਕ ਮੁੱਢ ਬਣਦੇ ਨੇ। ਉਹ ਲੜਾਈ ਦਾ ਮੁੱਢ ਹਮੇਸ਼ਾ ਤਬਦੀਲੀ ਵੱਲ ਨੂੰ ਬਾਕੀ ਲੋਕਾਂ ਨੂੰ ਆਰਗੇਨਾਈਜ਼ ਕਰਦਾ, ਚੇਤਨ ਕਰਦਾ। ਔਰ ਸਾਡਾ ਜਿਹੜਾ ਇੱਕ ਲੇਖਣੀ ਦੇ ਵਿੱਚ ਵੀ ਇੰਟਲੈਕਚੁਅਲ ਤਬਕਾ ਵੀ ਉਸ ਪਾਸੇ ਵੱਲ ਮੇਰਾ ਖਿਆਲ ਇਹਦੀ ਲੋੜ ਤੇ ਉਸ ਵੱਲ ਨੂੰ ਅਗਰਸਰ ਹੋ ਰਿਹਾ। ਥੋੜ੍ਹਾ ਬਹੁਤ ਲਿਖਤਾਂ ਦੇ ਰੂਪ ਦੇ ਵਿੱਚ ਵੀ ਵੱਖ-ਵੱਖ ਜਿੰਨੇ ਸੰਵਾਦ ਹੁੰਦੇ ਨੇ ਉਹਨਾਂ ਦੇ ਰੂਪ ਦੇ ਵਿੱਚ ਵੀ, ਜਦੋਂ ਸਮਾਜ ਇੱਕ ਸੰਵਾਦ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਦੇ 'ਚੋਂ ਹੀ ਉਮੀਦ ਨਿਕਲਣੀ ਸ਼ੁਰੂ ਹੁੰਦੀ ਹੈ ਕੋਈ ਨਾ ਕੋਈ। ਚਾਹੇ ਜੇ ਬਹੁਤ ਸਪਸ਼ਟ ਰੂਪ ਦੇ ਵਿੱਚ ਇਹ ਨਹੀਂ ਕਿ ਆਹ ਖੜੀ ਆ ਆਰਗੇਨਾਈਜੇਸ਼ਨ, ਆਹ ਖੜਾ ਏਜੰਡਾ। ਹਜੇ ਸਾਨੂੰ ਏਜੰਡੇ ਦੀ ਇੱਕ ਮਿਨੀਮਮ ਏਜੰਡੇ ਦੀ ਤਲਾਸ਼ ਵੀ ਰਹੂਗੀ ਕਿ ਇਮੀਡੀਏਟ ਕੀ ਕਰ ਸਕਦੇ ਹਾਂ ਇਨ ਦੀ ਲੌਂਗ ਰਨ। ਡਿਵੈਲਪਮੈਂਟ ਦਾ ਮਾਡਲ ਤਾਂ ਇੱਕ ਬੜਾ ਵੱਡਾ ਮਾਮਲਾ ਹੈ, ਇਹ ਦੁਨੀਆ ਦਾ ਵੀ ਆ, ਸਾਡਾ ਵੀ ਆ। ਉਹ ਤਾਂ ਬਹੁਤ ਜ਼ੋਰ ਵੀ ਪਤਾ ਨਹੀਂ ਕਿੰਨਾ ਸਮਾਂ ਲੱਗਣਾ ਉਹਦੇ 'ਚ, ਤਾਂ ਹੌਲੀ ਹੌਲੀ ਕਰਕੇ। ਪਰ ਕਦਮ ਉੱਧਰ ਨੂੰ ਹੀ ਜਾਣ, ਸਾਡੇ ਸਟੈਪ ਬਾਈ ਸਟੈਪ ਉੱਧਰ ਨੂੰ ਜਾਇਆ ਜਾਏ, ਇਹ ਸੰਵਾਦ ਦੀ ਲੋੜ ਹੈ। ਔਰ ਇਹ ਪ੍ਰੈਸ਼ਰ ਹੈ ਜਿਹੜਾ ਜਥੇਬੰਦੀਆਂ ਨੂੰ ਉਦੋਂ ਇੱਕ ਕਰ ਗਿਆ। ਜੇ ਦਿੱਲੀ ਤੋਂ ਵੀ ਮੁੜਨ ਨਹੀਂ ਦਿੱਤਾ ਤੇ ਟੋਟਲ ਪੰਜਾਬੀਆਂ ਦਾ ਤੇ ਆਮ ਲੋਕਾਂ ਦਾ ਪ੍ਰੈਸ਼ਰ ਸੀ ਕਿ ਨਹੀਂ ਤਾਂ 32 ਜਥੇਬੰਦੀਆਂ ਉੱਥੇ ਹੀ ਛਤਰੋ ਛਤਰੀ ਹੋ ਕੇ ਵੀ ਆ ਸਕਦੀਆਂ ਸੀ। ਔਰ ਲੋਕਾਂ ਨੂੰ ਲੱਗਦਾ ਸੀ ਕਿ ਮੇਰੀ ਲੜਾਈ ਹੈ। ਜਦੋਂ ਹੋਣ ਦੇ ਕੁਐਸਚਨ ਆਉਂਦੇ ਨੇ, ਸਾਰੇ ਲੋਕ ਆਪਣਾ ਮਾਈਂਡ ਜੋੜਦੇ ਨੇ, ਦਿਮਾਗ ਜੋੜਦੇ ਨੇ, ਮਟੀਰੀਅਲ ਸਮਰੱਥਾਵਾਂ ਜੋੜਦੇ ਨੇ, ਉਹ ਉਮੀਦ ਪੈਦਾ ਕਰਦੀਆਂ ਨੇ। ਸ਼ਾਇਦ ਹੋਰ ਤਾਂ ਕੋਈ ਸਾਧਨ ਉਸ ਪੱਧਰ ਦਾ ਮੈਨੂੰ ਨਹੀਂ ਲੱਗਦਾ। ਸ਼ੁਕਰੀਆ ਜੀ। ਜਸਵੀਰ ਮੰਡ ਜੀ, ਮੈਂ ਤੁਹਾਡੇ ਤੋਂ ਇੱਕ ਇਹ ਗੱਲ ਵੀ ਜਾਣਨੀ ਚਾਹਾਂਗਾ ਕਿ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਸਾਹਿਤ ਆ ਉਹ ਪੰਜਾਬ ਦਾ ਭਵਿੱਖ ਨੂੰ ਸੁਨਹਿਰਾ ਬਣਾਉਣ ਦੇ ਵਿੱਚ ਆਪਣਾ ਕੀ ਰੋਲ ਅਦਾ ਕਰ ਸਕਦਾ, ਜਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਸਾਹਿਤ ਨੂੰ ਕਿਸ ਤਰੀਕੇ ਦੇਖਦੇ ਨੇ, ਕਿਸ ਤਰੀਕੇ ਪੜ੍ਹਦੇ ਨੇ, ਜਾਂ ਤੁਹਾਡੇ ਅਨੁਸਾਰ ਕਿਸ ਤਰੀਕੇ ਪੜ੍ਹਨਾ ਚਾਹੀਦਾ ਸੀ ਜੋ ਉਹਨਾਂ ਨੇ ਨਹੀਂ ਉਸ ਤਰੀਕੇ ਲਿਆ, ਤਾਂ ਕਿ ਜੋ ਨਿਰਾਸ਼ਾ ਦਾ ਜਿਹੜਾ ਆਲਮ ਆ ਉਹ ਵਾਪਰ ਰਿਹਾ। ਤੇ ਇਸ ਬਾਰੇ ਆਪਣੇ ਵਿਚਾਰ। ਹਾਂਜੀ, ਸਾਹਿਤ ਦਾ ਰੋਲ ਤਾਂ ਮਤਲਬ ਚੇਤਨ ਕਰਨਾ ਤਾਂ ਹੁੰਦਾ ਹੀ ਹੈ। ਤਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਕਮਲ ਸਾਹਿਬ ਦੀ। ਜਦੋਂ ਮੈਂ ਆਖਰੀ ਬਾਬੇ ਲਿਖ ਰਿਹਾ ਸੀ ਤਾਂ ਇੱਕ ਦੋ ਬੰਦਿਆਂ ਨੇ ਉਹਨਾਂ ਨੂੰ ਪੜ੍ਹਿਆ ਬਾਅਦ ਵਿੱਚ। ਤਾਂ ਜਿਹੜੇ ਆਖਰੀ ਬਾਬੇ ਨੂੰ ਨਾ ਸਮਝਣ ਦਾ ਜਿਹੜਾ ਔਖਾ ਲੱਗਦਾ ਆਖਰੀ ਬਾਬੇ, ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜੋ ਮੇਰੀ ਪਿਛਲੀ ਪੀੜ੍ਹੀ ਦੇ ਜਿਹੜੇ ਨਾਵਲਕਾਰ ਸੀ, ਉਹ ਬਾਬੇ ਦੀ ਜਵਾਨੀ ਨੂੰ ਚਿੱਤਰ ਹੀ ਨਹੀਂ ਸਕੇ ਜਦੋਂ ਬਾਬਾ ਜਵਾਨ ਸੀ। ਜੇ ਮੇਰੀ ਪਿਛਲੀ ਪੀੜ੍ਹੀ ਨੇ ਬਾਬੇ ਦੀ ਜਵਾਨੀ ਨੂੰ ਵੱਡੇ ਪੱਧਰ 'ਤੇ ਚਿੱਤਰਿਆ ਹੁੰਦਾ, ਜਿੰਨੀਆਂ ਉਹਨਾਂ ਦੀਆਂ ਸਮੱਸਿਆਵਾਂ ਉਹ ਉਸ ਟਾਈਮ ਫੇਸ ਕਰ ਰਹੇ ਸੀ, ਸਮਝ ਰਹੇ ਸੀ। ਬਾਬਾ ਜਦੋਂ ਜਵਾਨ ਸੀ ਉਦੋਂ ਕਮਲ ਸਾਹਿਬ ਲਿਖ ਰਹੇ ਸੀ, ਰਾਮ ਸਰੂਪ ਅਣਖੀ ਸੀ। ਅਤੇ ਜੇ ਇਸ ਬਾਬੇ ਦੇ ਜਿੰਨੇ ਵੀ ਧਰਾਤਲ ਹੈ ਉਹ ਜਵਾਨੀ ਵਿੱਚ ਸਾਡੇ ਪਿਛਲੇ ਨਾਵਲਕਾਰਾਂ ਨੇ ਗਹਿਰਾਈ ਨਾਲ ਚਿਤਰਿਆ ਹੁੰਦਾ, ਤਾਂ ਮੈਨੂੰ ਲੱਗਿਆ ਸੀ ਕਿ ਆਖਰੀ ਬਾਬੇ ਸਭ ਤੋਂ ਸੌਖਾ ਨਾਵਲ ਲੱਗਣਾ ਸੀ। ਇਹ ਨਹੀਂ ਹੈ ਕਿ ਮੈਂ ਆਪਣੇ ਬਜ਼ੁਰਗਾਂ ਦੀ ਨਿੰਦਿਆ ਕਰ ਰਿਹਾ, ਸਿਰਫ ਇੱਕ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦੱਸ ਰਿਹਾ ਕਿ ਟੋਟਲੀ ਹੁਣ ਤੱਕ ਹੀ ਮਤਲਬ ਪੰਜਾਬ ਦੀ ਜਿਹੜੀ ਕਿਸਾਨੀ ਬਾਰੇ ਕੋਈ ਬਹੁਤ ਵੱਡਾ ਨਾਵਲ ਨਹੀਂ ਆਇਆ ਜਿਹੜਾ ਪੂਰੀ ਕਿਸਾਨੀ ਨੂੰ ਚਿੱਤਰ ਸਕੇ ਅਤੇ ਸਾਨੂੰ ਸਮਝਾ ਸਕੇ ਅਤੇ ਭਵਿੱਖ ਬਾਰੇ ਵੀ ਕੁਝ ਦੱਸ ਸਕੇ। ਇਹ ਤਾਂ ਮੈਂ ਖਾਲੀ ਇੱਕ ਉਦਾਹਰਨ ਦਿੱਤੀ ਹੈ ਕਿ ਪੰਜਾਬ ਦੀ ਕਿਸਾਨੀ, ਖਾਸ ਕਰਕੇ ਜਿਹੜੀ ਕਿਸਾਨੀ ਦੀ ਗਹਿਰਾਈ ਹੈ, ਉਹ ਪੰਜਾਬੀ ਸਾਹਿਤ ਵਿੱਚੋਂ ਗਾਇਬ ਰਹੀ ਹੈ। ਉਹਦਾ ਜਿਹੜਾ ਮੂਲ ਸੁਭਾਅ ਹੈ ਕਿਸਾਨੀ ਦਾ, ਉਹ ਗਾਇਬ ਰਿਹਾ। ਜ਼ਿਆਦਾ ਰੋਮਾਂਸ ਵੱਲ ਧਿਆਨ ਰਿਹਾ ਅਤੇ ਉਹ ਬਹੁਤ ਕੁਝ ਜਿਹੜਾ ਵਿਸਰ ਗਿਆ। ਉਹ ਦ੍ਰਿਸ਼ ਜਿਹੜੇ ਸਿਰਫ ਕਮਲ ਸਾਹਿਬ ਹੀ ਦੇਖ ਸਕਦੇ ਸੀ, ਰਾਮ ਸਰੂਪ ਅਣਖੀ ਦੇਖ ਸਕਦਾ ਸੀ, ਉਹ ਸਾਰੇ ਦ੍ਰਿਸ਼ ਮਤਲਬ ਨਹੀਂ ਆਏ ਮਤਲਬ ਲਿਟਰੇਚਰ 'ਚ। ਅਤੇ ਇਹ ਜਿਹੜੇ ਇੱਦਾਂ ਦੀਆਂ ਪੇਸ਼ਕਾਰੀਆਂ ਹੁੰਦੀਆਂ ਜਿਹੜੀਆਂ ਵਿਰਾਸਤ ਵਿੱਚ ਪਈਆਂ ਹੁੰਦੀਆਂ, ਇਹ ਬਹੁਤ ਗਹਿਰਾ ਅਸਰ ਕਰਦੀਆਂ। ਜਦੋਂ ਅਗਲਾ ਸਮਾਂ ਆਉਂਦਾ, ਉਹ ਸਾਰਾ ਦ੍ਰਿਸ਼, ਉਹ ਸਾਰੇ ਦ੍ਰਿਸ਼ਾਂ ਦਾ ਚਿੱਤਰਨ, ਉਹ ਦ੍ਰਿਸ਼ਾਂ ਦੀ ਜਿਹੜੀ ਮਾਨਸਿਕਤਾ ਹੈ, ਉਹ ਮਾਨਸਿਕਤਾ ਦੇ ਥਰੂ ਅਸੀਂ ਵਰਤਮਾਨ ਨੂੰ ਮਤਲਬ ਸਮਝਦੇ ਹਾਂ। ਸਾਹਿਤ ਦਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਤਾਂ ਉਹ ਵਰਤਮਾਨ ਸਮਾਜ ਦਾ ਜਾਂ ਪਿਛਲੇ ਸਮਾਜ ਦੀ ਮਾਨਸਿਕਤਾ ਨੂੰ ਹੀ ਮਤਲਬ ਸਮਝਾਉਣਾ ਹੁੰਦਾ ਹੈ।
ਇਸ ਤੋਂ ਵੱਡਾ ਕੰਮ ਮੇਰਾ ਖਿਆਲ ਹੈ ਸ਼ਾਇਦ ਕਰ ਵੀ ਨਹੀਂ ਸਕਦਾ। ਤੇ ਕੋਈ ਵੀ ਸ਼ਾਇਦ ਕੋਈ ਵੀ ਖਾਸ ਕਰਕੇ ਮੈਂ ਕਿਸਾਨੀ ਦਾ ਬੰਦਾ, ਮੈਂ ਸਮਝਦਾ ਕਿ ਜੇ ਮੈਂ ਕਿਸਾਨੀ ਦੀ ਮਾਨਸਿਕਤਾ ਨੂੰ, ਉਹਦੇ ਸੁਭਾਅ ਨੂੰ, ਉਹਦੀਆਂ ਜਿਹੜੀਆਂ ਪ੍ਰਵਿਰਤੀਆਂ ਹੈ, ਖਾਸ ਕਰਕੇ ਕਿਸਾਨੀ ਵਿੱਚ ਜਿਹੜਾ ਹਿੰਸਕ ਸੁਭਾਅ ਹੈ ਕਿਸਾਨੀ ਦਾ, ਉਹ ਕਿਉਂ ਇਦਾਂ ਦਾ ਗੁਸੈਲਾ ਹੈ, ਇਹ ਸਾਰੀਆਂ ਚੀਜ਼ਾਂ ਨੂੰ ਸਹਿਜ ਰੂਪ ਵਿੱਚ ਸਾਹਿਤ ਮਤਲਬ ਸਮਝਾਉਂਦਾ ਹੈ। ਹੋਰ ਮੇਰਾ ਨਹੀਂ ਖਿਆਲ ਕਿ ਬੰਦੇ ਨੂੰ ਸਮਝਾਉਣ ਤੋਂ ਬਿਨਾਂ ਮਤਲਬ ਸਾਹਿਤ ਵਿੱਚ ਕੋਈ ਹੋਰ ਵੱਡਾ ਕੰਮ ਹੋ ਸਕਦਾ। ਬੰਦੇ ਨੂੰ ਸਮਝਣਾ ਤੇ ਬੰਦੇ ਨੂੰ ਸਮਝਾ ਜਾਣਾ ਸਾਹਿਤ ਦਾ ਮਤਲਬ ਸਭ ਤੋਂ ਵੱਡਾ ਉਪਰਾਲਾ ਹੁੰਦਾ ਹੈ। ਹੁਣ ਆਪਣਾ ਤਕਰੀਬਨ ਸਮਾਂ ਸਮਾਪਤੀ ਦੇ ਨੇੜੇ ਆ, ਇਸ ਕਰਕੇ ਦਰਸ਼ਕਾਂ ਦੇ ਵਿੱਚੋਂ, ਸਾਹਮਣੇ ਬੈਠੇ ਮੇਰੇ ਵਿਦਿਆਰਥੀ ਦੋਸਤਾਂ ਦੇ ਵਿੱਚੋਂ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਆਪਣਾ ਸਵਾਲ ਪੁੱਛ ਸਕਦੇ ਨੇ। ਸਰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਰ ਮੇਰਾ ਸਵਾਲ ਇਹ ਹੈ ਵੀ ਜਿਹੜਾ ਪੰਜਾਬ ਹੈ, ਇਹਦੀ ਜਿਹੜੀ ਨੌਜਵਾਨੀ ਆ, ਉਹ ਪੰਜਾਬ ਦੇ ਵਿੱਚ ਇੱਥੇ ਰਹਿ ਕੇ ਜਿਵੇਂ ਉੱਥੇ ਨਿਡਰਤਾ ਨਾਲ ਕੰਮ ਕਰਦੇ ਨੇ, 16 ਘੰਟੇ ਕੰਮ ਕਰਦੇ ਨੇ, ਇੱਥੇ ਪੰਜਾਬ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਰਹਿੰਦੇ ਆਂਗੇ, ਆਪਾਂ ਦੇਖਦੇ ਹਾਂ ਉੱਥੇ ਸਿੱਧੀ ਜੀ ਗੱਲ ਇਹ ਹੈ ਵੀ ਮੈਨੂੰ ਇਹ ਲੱਗਦਾ ਵੀ ਜਿਹੜੇ ਪੰਜਾਬ ਦੀ ਨੌਜਵਾਨੀ ਆ ਉੱਥੇ ਖੇਤਾਂ ਦੇ ਵਿੱਚ ਕੁੱਲ 1 ਮਹੀਨਾ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਰਹਿਣਾ ਸਾਰਾ ਸਾਲ ਹੈ, ਖਾਣਾ ਸਾਰਾ ਸਾਲ ਹੈ, ਅਤੇ ਕੰਮ 12 ਘੰਟੇ ਮਤਲਬ 12 ਮਹੀਨੇ ਕਿਉਂ ਨਹੀਂ ਕਰਦੇ। ਇੱਥੇ ਤੁਸੀਂ ਪੰਜਾਬ ਦੇ ਵਿੱਚ, ਮੈਂ ਇੱਕ ਰਿਪੋਰਟ ਪੜ੍ਹੀ ਸੀ, ਸ਼ਾਇਦ ਹੋ ਸਕਦਾ ਵੀ ਸਹੀ ਨਾ ਹੋਵੇ, ਪਰ ਅੰਦਾਜ਼ਨ ਵੀ ਹਰ ਇੱਕ 13ਵੇਂ ਘਰ ਦੇ ਵਿੱਚ ਬੁਲਟ ਹਿੱਸੇ ਆਉਂਦਾ ਅਤੇ ਇੰਨਾ ਡਰ ਕਿਉਂ ਆ? ਮਤਲਬ ਪੰਜਾਬ ਦੇ ਵਿੱਚ ਅਸੀਂ ਵੀ ਰਹਿੰਦੇ, ਇੱਥੇ 2.25 ਕਰੋੜ ਆਬਾਦੀ ਹੋਰ ਰਹਿੰਦੀ ਹੈ, ਤਾਂ ਕਿੰਨੇ ਕੁ ਲੋਕ ਜਿਹੜਾ ਵਿਦੇਸ਼ ਆ ਕਿੰਨੇ ਕੁ ਨੂੰ ਵੋਟੂਗਾ, ਜਿਹੜੇ ਬਾਕੀ ਨੇ ਉਹ ਕੀ ਕਰਨ? ਅਤੇ ਉਹ ਜਿਹੜਾ ਡਰ ਹੈਗਾ, ਉਹ ਜਿਹੜੇ ਵਧੀਆ ਕਰਨੇਗੇ ਉਹ ਵੀ ਬਾਹਰ ਜਾ ਰਹੇ ਨੇ, ਜਿਨ੍ਹਾਂ ਕੋਲ ਮਤਲਬ ਉਹ ਸੰਸਾਧਨ ਵੀ ਨੇ, ਜ਼ਮੀਨ ਜਾਇਦਾਦ ਵੀ ਹੈ, ਸਭ ਕੁਛ ਹੈ, ਉਹਦੇ ਬਾਵਜੂਦ ਵੀ ਉਹ ਡਰ ਕਿਉਂ ਆ ਜੀ? ਇਹ ਨੌਜਵਾਨ ਦੋਸਤ ਨੇ ਜਿਹੜੀ ਗੱਲ ਕਹੀ ਹੈ ਨਿਡਰਤਾ ਵਾਲੀ, ਉਹਦੇ ਨਾਲ ਮੇਰੀ ਇਹ ਸਹਿਮਤੀ ਹੈ। ਇਹ ਸੰਵਾਦ ਦਾ ਹਿੱਸਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਜਿਹੜੇ ਬੱਚੇ ਨੇ ਉੱਥੇ ਨਿਡਰਤਾ ਨਾਲ ਕੰਮ ਕਰਦੇ ਆ, ਇੱਥੇ ਨਹੀਂ ਕਰਦੇ। ਇੱਕ ਪ੍ਰੋ ਕਾਰਪੋਰੇਟ ਇਕੋਨੋਮਿਸਟ ਹੈ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਜਦੋਂ ਤੱਕ ਦੁਨੀਆ 'ਚ ਇਹ ਖੇਤੀਬਾੜੀ ਦੀਆਂ ਸਮੱਸਿਆਵਾਂ ਰਹਿਣਗੀਆਂ ਉਦੋਂ ਤੱਕ ਉਹਦਾ ਕੰਮ ਇੰਪੋਰਟੈਂਟ ਰਹੂਗਾ, ਅਤੇ ਉਹਦਾ ਨਾਂ ਹੈਗਾ ਸ਼ੋਲਜ ਕਹਿੰਦਾ ਕਿ ਸਾਡੇ ਵਰਗੇ ਦੇਸ਼ਾਂ, ਭਾਰਤ ਵਰਗੇ ਦੇਸ਼ਾਂ 'ਚ ਕਿਸਾਨ ਇਸ ਲਈ ਘੱਟ ਕੰਮ ਨਹੀਂ ਕਰਦੇ ਕਿ ਉਹ ਵਿਹਲੇ ਨੇ, ਨਿਕੰਮੇ ਨੇ, ਜਾਂ ਹੋਰ ਮਾੜੇ ਆਸਪੈਕਟ ਹੈ, ਉਹ ਇਸ ਲਈ ਘੱਟ ਕੰਮ ਕਰਦੇ ਨੇ ਕਿ ਕੰਮ ਕਰਨ 'ਤੇ ਉਹਦੇ ਪੱਲੇ ਘੱਟ ਪੈਂਦਾ ਹੈਗਾ। ਜਿਹੜੀ ਗੱਲ ਤੁਸੀਂ ਉੱਥੇ ਨਿਡਰਤਾ ਵਾਲੀ ਕਹੀ ਹੈ, ਮੈਂ ਤਾਂ ਅਮਰਵੇਲ ਦੀ ਗੱਲ ਦੱਸੀ ਹੈ ਕਿ ਕੰਮ ਤਾਂ ਉਹ ਕਰਦੇ ਨੇ, ਨਿਡਰ ਹੋ ਕੇ ਨਹੀਂ ਕਰਦੇ, ਡਰ ਕੇ ਕਰਦੇ ਹੈ। ਜਿਸ ਤਰ੍ਹਾਂ ਡਰਦਾ ਮਾਰਿਆ ਹੋਇਆ ਕੋਈ ਜਾਨਵਰ ਤੁਸੀਂ ਦੇਖਿਆ ਹੋਊਗਾ, ਖਾਸ ਕਰਕੇ ਜੇ ਅਸੀਂ ਕੁੱਤੇ ਦੀ ਗੱਲ ਕਰੀਏ ਤਾਂ ਉਹਦੀ ਹਾਲਤ ਕੀ ਹੁੰਦੀ ਹੈ ਜਦੋਂ ਉਹਨੂੰ ਮਿਨੀਮਮ ਵੇਜਸ ਵੀ ਨਹੀਂ ਦੇਣੀਆਂ, $8 ਨੇ, $7 ਨੇ ਜਿੰਨੇ ਹੈਗੇ, ਉਸ ਤੋਂ ਵੀ ਉਹਦਾ ਗਲਾ ਘੁੱਟਣਾ। ਫਿਰ ਜੇ ਉਹਨੇ ਢਿੱਡ ਨੂੰ ਗੱਠਾਂ ਦੇ ਕੇ ਇਹ 2 ਨੇ 4 ਨੇ ਇਕੱਠੇ ਕਰਕੇ ਪੈਸੇ ਤੇ ਉਹਨੂੰ ਵੀ NRI ਅਮਰਵੇਲ ਖਾ ਜਾਂਦੀ ਹੈ, ਫਿਰ ਨਿਡਰਤਾ ਕਿੱਥੇ ਰਹਿ ਗਈ? ਗੱਲ ਤਾਂ ਇੱਥੇ ਹੈਗੀ ਕਿ ਇੱਥੇ ਨਿਡਰਤਾ ਨਾਲ ਕੰਮ ਹੋਊਗਾ, ਪਰ ਮੇਰੀ ਉਮੀਦ ਸਿਰਫ ਤੁਹਾਡੇ ਤੋਂ ਹੈ, ਨੌਜਵਾਨ ਪੀੜ੍ਹੀ ਤੋਂ ਹੈ, ਜਿਹੜੀ ਬੌਧਿਕ ਰੂਪ ਵਿੱਚ ਵੀ ਸਾਡੇ ਨਾਲ ਅੱਗੇ ਹੈ, ਸਮਰੱਥਾ ਦੇ ਰੂਪ ਵਿੱਚ ਤਾਂ ਬਹੁਤ ਹੀ ਜ਼ਿਆਦਾ ਅੱਗੇ ਹੈਗੀ। ਅਸਲ 'ਚ ਇਹਦੇ 'ਚ ਹੀ ਮੈਂ ਇੱਕ ਐਡੀਸ਼ਨਲ ਗੱਲ ਇਹ ਕਰਨਾ ਚਾਹੁੰਦਾ, ਇੱਕ ਤਾਂ ਪੰਜਾਬ ਦੇ ਵਿੱਚ ਜਿਹੜੀ ਡਾਇਵਰਸਿਟੀ ਹੈ ਐਗਰੀਕਲਚਰ ਦੀ, ਉਹ ਖਤਮ ਹੋ ਗਈ। 2 ਕ੍ਰੌਪ ਪੈਟਰਨ ਹੈ, ਉਹ ਗੌਰਮੈਂਟ ਆਫ ਇੰਡੀਆ ਦੀ ਪਾਲਿਸੀ ਨਾਲ ਆਇਆ, ਉਹ ਟੋਟਲ ਮੈਕਨਾਈਜ਼ਡ ਹੋ ਚੁੱਕਿਆ। ਉਹਦੇ 'ਚ ਇੰਡੀਵਿਜੂਅਲ ਕੰਮ ਕਰਨ ਦਾ ਸਕੋਪ ਵੀ ਕੀ ਹੈ, ਜਿਵੇਂ ਖੇਤ 'ਚ ਬੈਠਾ ਵੀ ਰਹੇ ਕੀ ਕਰੂਗਾ ਉਹਦੇ ਨਾਲ ਜਾ ਕੇ। ਜਦੋਂ ਡਾਇਵਰਸੀਫਿਕੇਸ਼ਨ ਆਫ ਐਗਰੀਕਲਚਰ ਹੋਏਗੀ, ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਸਬਜ਼ੀਆਂ, ਬਾਗਬਾਨੀ, ਬਾਕੀ ਚੀਜ਼ਾਂ ਜਿੱਥੇ ਬਹੁਤ ਜ਼ਿਆਦਾ ਕੰਮ ਵੀ ਕੰਟੀਨਿਊ ਹੈ ਅਤੇ ਬਾਕੀ ਚੀਜ਼ਾਂ ਵੀ ਉਸ ਲੈਵਲ 'ਤੇ ਹੋਣਗੀਆਂ। ਇੱਕ ਤਾਂ ਇਹ ਵੀ ਐਗਰੀਕਲਚਰ ਦਾ ਮਾਡਲ ਵੀ ਹੈ ਉਹ ਜਿਹੜਾ ਉਹ ਨਹੀਂ ਕਰਦਾ। ਦੂਜੀ ਗੱਲ ਇਹ ਹੈ ਕਿ ਸਾਡੇ ਚਾਹੇ ਕਿਰਤ ਕਰੋ ਵੰਡ ਛਕੋ ਨਾਮ ਛਪੋ ਦਾ ਮਾਡਲ ਹੈਗਾ, ਪਰ ਕਿਰਤ ਅਤੇ ਕਿਰਤੀ ਦੀ ਵੈਲਿਊ ਕੀ ਹੈ? ਨਾ ਉਹਨੂੰ ਪੈਸੇ ਮਿਲਦੇ ਨੇ, ਨਾ ਉਹਦੀ ਇੱਜ਼ਤ ਕਰਦਾ ਕੋਈ, ਨਾ ਉਹਦਾ ਬਾਕੀ ਚੀਜ਼ਾਂ ਨੇ, ਅਤੇ ਉਹਨੂੰ ਡਿਮੋਰਲਾਈਜ਼ ਕਰਦਾ ਬੰਦਾ। ਇੱਕ ਵਾਈਟ ਕਾਲਰ ਜੌਬ ਵਾਲਾ ਬੰਦਾ ਜਿੰਨੇ ਪੈਸੇ ਕਮਾਉਂਦਾ ਹੈ ਉਹਦੇ ਮੁਕਾਬਲੇ ਕਿਰਤ ਕਰਨ ਵਾਲਾ ਉਹ ਬੰਦੇ ਨੂੰ ਮਿਲਦਾ ਕੀ ਹੈ? ਉੱਥੇ ਤਾਂ ਕੰਮ ਕਰਦਾ ਜਾ ਕੇ, ਉਹ ਕਹਿੰਦਾ $16 ਤਾਂ ਪੱਕੇ ਪਏ ਨੇ ਨਾ, ਜਿਹੜੇ ਮਰਜ਼ੀ ਕੰਮ 'ਚ ਜਾਈਏ। ਉੱਥੇ ਤਾਂ ਸਾਨੂੰ ਲੱਗਦਾ ਫਲਾਨਾ ਪੋਲੀਟੀਸ਼ੀਅਨ ਆਪਦੀ ਟੇਚੀ ਆਪ ਚੱਕੀ ਜਾਂਦਾ ਜੀ, ਫਲਾਨਾ ਬਿਊਰੋਕਰੇਟ ਆਪਣਾ ਕੰਮ ਆਪ ਕਰਦਾ, ਕਿਉਂਕਿ ਜੇ ਉਹਨੇ ਪਲੰਬਰ ਵੀ ਬੁਲਾ ਲਿਆ, ਜੇ ਉਹਨੇ ਰੋਟੀ ਪਕਾਉਣ ਵਾਲਾ ਵੀ ਕੋਈ ਬੁਲਾ ਲਿਆ, ਉਨੇ ਹੀ ਪੈਸੇ ਉਹਨੂੰ ਦੇਣੇ ਪੈਣਗੇ। ਉਹਦੇ 'ਚ ਡਿਸਪੈਰਿਟੀ ਘੱਟ ਹੈ, ਮਤਲਬ ਪੈਸੇ ਦੇ ਲੈਣ ਦੇਣ ਦੇ ਵਿੱਚ। ਸਾਡੇ ਲੇਬਰ ਦਾ ਸਸਤਾ ਕਰ ਦੇਣਾ, ਉਹਦੀ ਵੈਲਿਊ ਨਾ ਰੱਖਣਾ, ਇਹ ਡਿਸਹਾਰਟਡ ਕਰਦਾ ਅਤੇ ਇਹ ਨਿਰਾਸ਼ ਕਰਦਾ ਬੰਦੇ ਨੂੰ, ਕੰਮ ਕਰਨ ਤੋਂ ਤੋੜਦਾ ਹੋਰ ਜ਼ਿਆਦਾ।
ਜਿਸ ਤਰ੍ਹਾਂ ਮੰਚ ਤੇ ਬਿਰਾਜਮਾਨ ਵਿਦਵਾਨ ਤੇ ਸਾਹਿਤਕਾਰਾਂ ਨੇ ਇੱਕ ਨੌਜਵਾਨ ਪੀੜ੍ਹੀ ਤੋਂ ਉਮੀਦ ਰੱਖੀ ਆ ਪੰਜਾਬ ਦੇ ਸਮਕਾਲੀ ਹਾਲਾਤ ਨੇ ਜਿਹੜੇ ਉਹਨਾਂ ਦੇ ਸੰਬੰਧੀ, ਤਾਂ ਮੈਂ ਇਹ ਨੌਜਵਾਨ ਪੀੜ੍ਹੀ ਦੇ ਵੱਲੋਂ ਆਪ ਜੀ ਨੂੰ ਉਮੀਦ ਤੇ ਪੰਜਾਬ ਦੀ ਸੁਹਿਰਦਤਾ ਪ੍ਰਤੀ ਇਹ ਵਾਅਦਾ ਵੀ ਕਰਦਾ ਕਿ ਅਸੀਂ ਇਸ ਜਿਹੜੇ ਹੈਗੇ ਮੌਜੂਦਾ ਹਾਲਾਤ ਨੇ ਜਿਹੜੇ ਉਹਨਾਂ ਪ੍ਰਤੀ ਸੁਹਿਰਦਤ ਵੀ ਹਾਂ। ਔਰ ਨਾਲ ਇੱਕ ਸੁਝਾਅ ਇੱਕ ਹੋਰ ਵੀ ਅਸੀਂ ਇੱਕ ਆਪ ਜੀ ਨੂੰ ਇੱਕ ਤੁਹਾਡੇ ਸੁਝਾਵਾਂ ਦੇ ਨਾਲ ਇੱਕ ਐਡ ਕਰਨਾ ਚਾਹਾਂਗੇ ਕਿ ਮੈਂ ਉਦਾਹਰਨ ਦੇ ਤਹਿਤ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਕ ਦਰਖਤ ਜਿਹੜਾ ਹੈਗਾ ਇੱਕ ਵੱਡਾ ਦਰਖਤ ਬਣ ਜਾਂਦਾ, ਸਾਹਿਤਕਾਰ ਲਾ ਲਓ, ਵਿਦਵਾਨ ਲਾ ਲਓ, ਅਸੀਂ ਅਰਥ ਸ਼ਾਸਤਰੀ ਲਾ ਲਓ, ਤਾਂ ਉਹਦੇ ਪਰਛਾਵੇਂ ਨੀਚੇ ਉਹਦੇ ਜਦੋਂ ਬੀਜ ਪੈਂਦੇ ਨੇ ਪੱਕਦੇ ਆ ਤਾਂ ਨਵੀਂ ਪਨੀਰੀ ਉੱਗਦੀ ਆ। ਉਹ ਪਨੀਰੀ ਜਿਹੜੀ ਜਦ ਉੱਗਦੀ ਆ ਬੇਸ਼ੱਕ ਉਹ ਦਰਖਤ ਉਹਦੀ ਰੱਖਿਆ ਕਰਦਾ ਧੁੱਪ ਤੋਂ ਵੀ ਔਰ ਕੋਰੇ ਤੋਂ ਵੀ, ਕਈ ਵਾਰ ਉਹਦੇ ਵਧਣ ਫੁੱਲਣ ਲਈ ਉਹਦਾ ਸੌੜਾ ਮਾਰਨ ਲੱਗ ਜਾਂਦਾ। ਤਾਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਜੇ ਉਹਨੂੰ ਉਸ ਵੱਡੇ ਦਰਖਤ ਨੂੰ ਲੋੜ ਪੈਂਦੀ ਆ ਆਪਣੇ ਆਪ ਦੀ ਸ਼ੰਗਾਈ ਕਰਨ ਦੀ ਤਾਂ ਉਹ ਸ਼ੰਗਾਈ ਕਰੇ ਤਾਂ ਕਿ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਵਧਣ ਫੁੱਲਣ ਦਾ ਮੌਕਾ ਮਿਲੇ। ਬਹੁਤ ਧੰਨਵਾਦ ਸਰ। ਮੇਰੇ 3 ਕੁ ਸਵਾਲ ਨੇ। ਪਹਿਲਾ ਸਵਾਲ ਇਹ ਹੈ ਕਿ ਜਦੋਂ ਅਸੀਂ ਗੱਲ ਕੀਤੀ ਕਿ ਜਿਹੜੀ ਪੀੜ੍ਹੀ ਆ ਉਹ ਬਾਹਰ ਜਾ ਰਹੀ ਹੈ, ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਜਾਂ ਕਿ ਓਨੀ ਪੀੜ੍ਹੀ ਬਾਹਰ ਜਾ ਰਹੀ ਹੈ, ਮੈਨੂੰ ਸ਼ਾਇਦ ਇਹ ਲੱਗਦਾ ਕਿ ਉਦੋਂ ਵੱਧ ਇੱਥੇ ਹੈਗੀ ਹੈ। ਉਹ ਕਿ ਓਨੀ ਪੀੜ੍ਹੀ ਬਾਹਰ ਜਾ ਰਹੀ ਹੈ ਜਿਸ ਨਾਲ ਸਾਨੂੰ ਇੰਨਾ ਨਿਰਾਸ਼ ਹੋਣਾ ਚਾਹੀਦਾ ਹੈ ਕਿ ਸਾਨੂੰ ਇਹ ਮਤਲਬ ਇਹ ਕਹਿਣ ਦੀ ਲੋੜ ਹੈ ਕਿ ਹੁਣ ਤਾਂ ਸਾਰੇ ਹੀ ਬਾਹਰ ਭੱਗ ਗਏ, ਹੁਣ ਇੱਥੇ ਕੌਣ ਹੈਗਾ। ਅਤੇ ਦੂਜੀ ਗੱਲ ਇਹ ਹੈ ਕਿ ਇੱਕ ਇਹ ਸਵਾਲ ਬਣਦਾ ਕਿ ਜਦੋਂ ਅਸੀਂ ਕਿਸਾਨ ਅੰਦੋਲਨ ਦੇਖਿਆ, ਲੋਕ ਸਾਂਝੇ ਰੂਪ ਦੇ ਵਿੱਚ ਉੱਥੇ ਲੜੇ, ਤਾਂ ਕੀ ਕਮੀ ਰਹੀ ਕਿ ਜਿਹੜੇ ਉਹੀ ਕਿਸਾਨ ਸੀ ਜਦੋਂ ਚੋਣਾਂ ਦੇ ਵਿੱਚ ਆਏ ਤਾਂ ਉਹਨਾਂ ਨੂੰ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ, ਜਾਂ ਕੀ ਕਾਰਨ ਰਹੇ ਇਸ ਗੱਲ ਦੇ ਕਿ ਉਹ ਜਿਹੜਾ ਪੋਲੀਟੀਕਲ ਏਜੰਡਾ ਉੱਥੋਂ ਲੈ ਕੇ ਚੱਲੇ ਸੀਗੇ, ਜੋ ਉਸ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਸੀ ਇੱਕ ਵੇਵ ਦੀ ਤਰ੍ਹਾਂ ਚੱਲ ਰਿਹਾ ਸੀ, ਜੋ ਪੋਲੀਟੀਕਲ ਏਜੰਡਾ ਸੀਗਾ, ਉਹ ਮਤਲਬ ਇੱਥੇ ਆ ਕੇ ਮਤਲਬ ਇੰਪਲੀਮੈਂਟ ਕਿਉਂ ਨਹੀਂ ਹੋ ਸਕਿਆ। ਤੀਜਾ, ਕੀ ਤੁਸੀਂ ਇਹ ਸੋਚਦੇ ਹੋ ਕਿ ਸਾਂਝੇ ਘੋਲ ਨੇ ਜਿਹੜੇ ਲੋਕਾਂ ਦੇ ਉਹ ਜਥੇਬੰਦੀਆਂ ਦੇ ਨਾਲ ਜਾਂ ਇੱਕ ਮਿਨੀਮਮ ਪੋਲੀਟੀਕਲ ਏਜੰਡੇ ਦੇ ਨਾਲ ਤੇ ਕੁਝ ਡੈਮੋਕ੍ਰੇਟਿਕ ਲੋਕਾਂ ਦੇ ਨਾਲ ਰਲ ਕੇ ਜਿਹੜੇ ਸਾਂਝੇ ਘੋਲ ਨੇ ਉਹ ਪੰਜਾਬ ਦੇ ਲਈ ਸਾਰਥਕ ਸਿੱਧ ਹੋ ਸਕਦੇ ਨੇ, ਜਾਂ ਬਦਲਾਅ ਲਈ ਜਿਹੜੇ ਸਾਰਥਕ ਸਿੱਧ ਹੋ ਸਕਦੇ ਨੇ? ਨੌਜਵਾਨ ਦੋਸਤਾ, ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਕਿ ਇਹ ਕਿਹਾ ਜਾ ਰਿਹਾ ਕਿ ਸਾਰੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਹੈ, ਇਹ ਤਾਂ ਸ਼ਾਇਦ ਇਹਨਾਂ ਤਿੰਨਾਂ ਸੱਜਣਾਂ 'ਚੋਂ ਕਿਸੇ ਨੇ ਵੀ ਨਹੀਂ ਬੋਲਿਆ ਜਿਹੜੇ ਇੱਥੇ ਬੈਠੇ ਨੇ। ਇਹ ਕਿਹਾ ਕਿ ਮਿਡਲ ਇਨਕਮ ਗਰੁੱਪ, ਅਪਰ ਮਿਡਲ ਇਨਕਮ ਗਰੁੱਪ, ਉਹ ਤੇ ਖਾਸ ਕਰਕੇ ਜਨਰਲ ਕਾਸਟ, ਰੂਰਲ ਏਰੀਆ 'ਚੋਂ ਜਨਰਲ ਕਾਸਟ 'ਚੋਂ ਵੀ ਜੱਟ ਕਾਸਟ ਹੈ ਜਿਹੜੀ, ਇਹ ਉਹਨਾਂ 'ਚੋਂ ਵੱਡੀ ਗਿਣਤੀ ਜਾ ਰਹੇ ਨੇ, ਜਿਹਦਾ ਸਭ ਤੋਂ ਵੱਡੇ ਜਿਹੜੇ ਘਾਟੇ ਨੇ ਉਹ ਬੌਧਿਕ ਹੁੰਜਾ ਵੀ ਹੈ, ਉਹ ਪੂੰਜੀ ਦਾ ਹੁੰਜਾ ਵੀ ਹੈ, ਡੈਮੋਗ੍ਰਾਫਿਕ ਡਿਵੀਡੈਂਡ ਦਾ ਲਾਸ ਵੀ ਹੈ, ਸਮਾਜਿਕ ਵਿਗਾੜ ਵੀ ਨੇ। ਪਰ ਜਿਹੜਾ ਸਮਾਜਿਕ ਵਿਗਾੜ ਹੈ ਉਹਨਾਂ 'ਚ ਇਹ ਹੈ ਕਿ ਇਹੀ ਗਰੁੱਪ ਸੀ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਹੈਗੇ ਪਿੰਡ ਦੀਆਂ ਜਨਤਕ ਸੰਸਥਾਵਾਂ 'ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕੰਮ ਕਰਨ ਲਾਉਂਦੇ ਸੀ, ਉਹਨਾਂ ਨੂੰ ਜਵਾਬਦੇਹ ਬਣਾਉਂਦੇ ਸੀ। ਅਤੇ ਇਸ ਕਰਕੇ ਇਹ ਨਹੀਂ ਕਿਹਾ ਕਿ ਸਾਰੀ ਨੌਜਵਾਨ ਪੀੜ੍ਹੀ ਜਾ ਰਹੀ ਹੈ, ਖਾਲੀ ਹੋ ਰਹੀ ਹੈ। ਅਤੇ ਉੱਧਰ ਵੀ ਨਹੀਂ ਮੈਂ ਜਾਂਦਾ ਕਿ ਇੱਥੇ ਬਿਹਾਰ ਬਣ ਜਾਊਗਾ, ਇੱਥੇ ਯੂਪੀ ਬਣ ਜਾਊਗੀ, ਕਿਉਂਕਿ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਆਹ ਸਾਡਾ ਜਿਹੜਾ ਬਰਾਂਮਟਨ ਦਾ ਏਰੀਆ ਹੈਗਾ ਇਹ 25-25 ਮੀਲ ਨਵਾਂ ਪੰਜਾਬ ਹੈ। ਨਹੀਂ, ਨਾ ਤਾਂ ਉੱਥੇ ਨਵਾਂ ਪੰਜਾਬ ਹੈ, ਨਾ ਇੱਥੇ ਕੋਈ ਉੱਤਰ ਪ੍ਰਦੇਸ਼ ਬਣ ਰਿਹਾ, ਨਾ ਇੱਥੇ ਕੋਈ ਬਿਹਾਰ ਬਣਦਾ ਹੈ। ਇਹ ਮਾਈਗ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਜਿਹੜੇ ਆਉਣਗੇ ਉਹਦਾ ਰਹਿਣ ਦਾ ਹੱਕ ਹੁੰਦਾ, ਉਹਨਾਂ ਨੇ ਕਰਨਾ ਹੈਗਾ। ਕਿਸਾਨ ਸੰਘਰਸ਼ ਵਾਲੀ ਗੱਲ, ਸਾਡੇ ਲੀਡਰਾਂ ਨੇ ਤਾਂ ਦਿੱਲੀ ਤੋਂ ਪਹਿਲਾਂ ਹੀ ਗੋਡੇ ਟੇਕ ਲਏ ਸੀ। ਇਹ ਤਾਂ ਤੁਹਾਡਾ ਪ੍ਰੈਸ਼ਰ ਹੈ ਨੌਜਵਾਨ ਪੀੜ੍ਹੀ ਦਾ, ਜਿਹੜੇ ਧੱਕ ਕੇ ਉਹਨਾਂ ਨੂੰ ਉੱਥੇ ਤੱਕ ਲੈ ਗਏ ਸੀ ਅਤੇ ਇੰਨਾ ਲੰਬਾ ਸਮਾਂ ਉਹਨਾਂ ਨੂੰ ਉੱਥੇ ਬਿਠਾਈ ਰੱਖਿਆ। ਉਹਨਾਂ ਨੇ ਤਾਂ ਬਾਰ-ਬਾਰ ਹੌਲ ਉੱਠਦਾ ਸੀ, ਸਾਰਿਆਂ ਦੇ ਨਹੀਂ, ਉਹਨਾਂ ਵਿੱਚੋਂ ਜਿਨ੍ਹਾਂ ਨੇ ਮੁੜ ਕੇ ਜ਼ਮਾਨਤਾਂ ਵੀ ਜ਼ਬਤ ਕਰਾਈਆਂ, ਇਹ ਮਾੜੇ ਹਾਲਾਤ ਵੀ ਦੇਖੇ, ਉਹਨਾਂ ਦਾ ਬਾਰ-ਬਾਰ ਹੌਲ ਉੱਠਦਾ ਸੀ ਕਦੋਂ ਜਾਈਏ। ਅਤੇ ਉਹ ਕਹਿ ਵੀ ਰਹੇ ਸੀ ਉਹਨਾਂ 'ਚੋਂ ਕੁਛ ਇੱਕ ਕਿ ਪਿੱਛੋਂ ਤਾਂ ਆਵਾਜ਼ ਆ ਰਹੀ ਹੈ, ਉਹ ਤਾਂ ਚਾਹੁੰਦੇ ਨੇ ਵੀ ਚੀਫ ਮਿਨਿਸਟਰ ਮੈਨੂੰ ਜਾਂ ਸਾਨੂੰ ਬਣਨਾ ਚਾਹੀਦਾ ਹੈਗਾ, ਹੈ ਨਾ। ਆਵਾਜ਼ ਸ਼ਾਇਦ ਉਹਨਾਂ ਦਾ ਭੁਲੇਖਾ ਸੀ, ਉਹਨੂੰ ਆਪਦੇ ਰਾਤ ਨੂੰ ਆਪਦੇ ਕੰਨ ਗੂੰਜਦੇ ਸੀ ਕਿ ਉਹਨਾਂ ਨੂੰ ਆ ਰਹੇ ਸੀ। ਅਤੇ ਤੀਜਾ ਕੁਐਸਚਨ ਤੁਹਾਡਾ ਕੀ ਹੈ? ਹਾਂ, ਸਾਂਝੇ ਘੋਲ, ਸਾਂਝੇ ਸੰਘਰਸ਼। ਇਹ ਸਾਡੇ ਪਹਿਲਾਂ ਤਾਂ ਇੱਕ ਲੌਂਗ ਮਾਰਚ ਸੀ ਕਿਸਾਨਾਂ ਦਾ, ਜਿਹਨੇ ਸਾਨੂੰ ਸੇਧ ਦਿੱਤੀ ਸੀ, ਪਰ ਸਭ ਤੋਂ ਵੱਡੀ ਸੇਧ ਸਾਨੂੰ ਇਸ ਕਿਸਾਨ ਸੰਘਰਸ਼ ਨੇ ਦਿੱਤੀ ਹੈ ਕਿ ਜੇ ਸਾਡੇ ਸੰਘਰਸ਼ ਸ਼ਾਂਤਮਈ ਅਤੇ ਲੋਕਤੰਤਰਕ ਢੰਗ ਨਾਲ ਹੋਣਗੇ ਤਾਂ ਉਹ ਸਾਰਥਕ ਹੋਣਗੇ, ਉਹਨਾਂ 'ਚੋਂ ਰਿਜ਼ਲਟ ਚੰਗੇ ਮਿਲਣਗੇ ਅਤੇ ਅੱਗੇ ਲਈ ਚੰਗੀ ਸੇਧ ਮਿਲੂਗੀ। ਇਸ ਲਈ ਜੇ ਅਸੀਂ ਉਸ ਤਰ੍ਹਾਂ ਦਾ ਸੰਘਰਸ਼ ਕਰਾਂਗੇ ਤਾਂ ਅੱਗੇ ਜਾਵਾਂਗੇ, ਜੇ ਉਦੋਂ ਇੱਧਰ ਉੱਧਰ ਕਰਾਂਗੇ ਤਾਂ ਉਹਦੇ ਅਲਾਂਭੇ ਵੀ ਮਿਲਣਗੇ। ਜਿਵੇਂ ਅੱਜ ਕੱਲ੍ਹ ਅਲਾਂਭੇ ਵੀ ਮਿਲ ਰਹੇ ਨੇ, ਛੋਟੀ ਛੋਟੀ ਗੱਲ 'ਤੇ ਲੋਕਾਂ ਨੂੰ
ਇਨਕਨਵੀਨੀਅੰਸ ਦੇਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹਦੇ ਵੀਡੀਓਜ਼ ਵੀ ਆ ਰਹੀਆਂ ਨੇ, ਸੁਨੇਹੇ ਵੀ ਆ ਰਹੇ ਨੇ, ਲੋਕਾਂ ਦੇ ਵਿਊ ਪੁਆਇੰਟ ਵੀ ਆ ਰਿਹਾ। ਇਸ ਲਈ ਸਾਡੇ ਸ਼ਾਂਤਮਈ ਅਤੇ ਲੋਕਤੰਤਰਕ ਢੰਗ ਵਾਲੇ ਜਿਹੜੇ ਹੈਗੇ ਸੰਘਰਸ਼ ਉਹ ਹਮੇਸ਼ਾ ਹੀ ਚੰਗੇ ਪਾਸੇ ਜਾਣਗੇ ਤੇ ਉਹਨਾਂ ਨਾਲ ਹੀ ਸਾਡੀਆਂ ਸਮੱਸਿਆਵਾਂ ਹੱਲ ਹੋਣਗੀਆਂ। ਮੈਂ ਸੰਖੇਪ 'ਚ ਹੀ ਇਹਨਾਂ ਤੇ ਗੱਲ, ਜਿਹੜਾ ਪਹਿਲਾ ਸਵਾਲ ਹੈ ਕਿ ਕਿੰਨੇ ਬੱਚੇ ਜਾ ਰਹੇ ਨੇ, ਇੱਕ ਜਨਰਲ ਅੰਡਰਸਟੈਂਡਿੰਗ ਹੈ ਕਿ 5,36,000 ਸਟੂਡੈਂਟ ਹਰ ਸਾਲ ਆਈਲੈਟਸ ਦੇ ਐਗਜ਼ਾਮ 'ਚ ਬੈਠਦਾ ਹੈ ਤੇ ਆਲਮੋਸਟ ਐਵਰੇਜ 1.5 ਲੱਖ ਜਾਣ ਲੱਗ ਗਿਆ ਪਿਛਲੇ 5 ਸਾਲਾਂ 'ਚ। ਪੰਜਾਬ ਛੋਟਾ ਜਿਹਾ, ਬਹੁਤ ਵੱਡਾ ਨਹੀਂ ਹੈ, ਪਰ ਬਾਕੀ ਜੇ 5,36,000 ਬੈਠਾ, ਜਿਹੜੇ ਉਹਦੇ ਭੈਣ ਭਰਾ ਪਿੱਛੇ ਨੇ ਉਹਨਾਂ ਹੀ ਪਰਿਵਾਰਾਂ 'ਚੋਂ, ਉਹਦੀ ਮੋਟੀਵੇਸ਼ਨ ਕੀ ਹੈ? ਉਹਦੀ ਮੋਟੀਵੇਸ਼ਨ ਦਾ ਲੈਵਲ ਪਹਿਲਾਂ ਹੀ ਉਹਦਾ ਡਾਇਰੈਕਸ਼ਨ ਚੇਂਜ ਹੋ ਗਈ। ਇਹ ਸਭ ਤੋਂ ਬੜਾ ਸਵਾਲ ਹੁੰਦਾ। ਇਹ ਨਹੀਂ ਹੈ ਕਿ ਕਿੰਨੇ ਚਲੇ, ਗਿਣਤੀ ਕਈ ਵਾਰ ਉਸ ਰੂਪ 'ਚ ਮੈਟਰ ਨਹੀਂ ਕਰਦੀ, ਤੁਹਾਡੇ ਦਿਮਾਗ ਦਾ ਡਾਇਰੈਕਸ਼ਨ ਤੈਅ ਕਰ ਦਿੰਦੀ ਹੈ ਜਿਹੜੀ ਚੀਜ਼, ਉਹ ਨੈਰੇਟਿਵ ਸਿਰਜ ਦਿੰਦੀ ਹੈ, ਉਹ ਉਦੋਂ ਵੀ ਜ਼ਿਆਦਾ ਅਸਰਅੰਦਾਜ਼ ਹੁੰਦੀ ਹੈ ਸਮਾਜ ਦੇ ਉੱਤੇ। ਇਸ ਲਈ ਆਸਾਨੀ ਸੌਖੇ ਤਰੀਕੇ ਨਾਲ ਲੈਣ ਵਾਲਾ ਸਵਾਲ ਨਹੀਂ ਹੈ ਕਿ ਫਿਰ ਕੀ ਹੋ ਗਿਆ ਜੇ ਇੰਨੇ ਜਾਂਦੇ ਨੇ, ਔਰ ਇਹ ਬੜਾ ਸਵਾਲ ਹੈ। ਹਾਲਾਂਕਿ ਦੂਜੇ ਵਰਗ 'ਚੋਂ ਵੀ ਜਾਂਦੇ ਨੇ, ਸਾਨੂੰ ਇਕੱਲਾ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਦਿੰਦਾ ਹੈ। ਲਗਭਗ 50% ਬੰਦੇ ਜਿੱਥੇ PR ਨਹੀਂ ਮਿਲਦੀ, ਅਰਬ ਕੰਟਰੀ 'ਚ ਜਾਂਦੇ ਨੇ, ਉਹ ਵੀ 50% ਗਿਣਤੀ ਆ ਜਿਹੜੇ ਟੋਟਲ ਬਾਕੀ ਜਗ੍ਹਾ ਗਏ ਹੋਏ ਨੇ। ਉੱਥੋਂ ਤਾਂ ਉਹਨਾਂ ਨੇ ਦਿਹਾੜੀ ਕਮਾ ਕੇ ਵਾਪਸ ਹੀ ਆਉਣਾ ਹੈ। ਉਹ ਵਿਚਾਰੇ ਗਰੀਬ ਨੇ, ਗਰੀਬ ਦੇਸ਼ਾਂ 'ਚ ਉਹਨਾਂ ਦੇਸ਼ਾਂ 'ਚ ਜਾਂਦੇ ਨੇ ਜਿੱਥੇ ਰਹਿਣਾ ਨਹੀਂ। ਉਹਨਾਂ ਦੀ ਗੱਲ ਵੀ ਘੱਟ ਹੁੰਦੀ ਹੈ ਕਿ ਉਹਨਾਂ ਦਾ ਵੀ ਰੋਲ ਹੈ ਇਸ ਸਮਾਜ ਦੇ ਵਿੱਚ, ਕਿਸ ਲੈਵਲ ਦੀ ਗੱਲ ਹੈ। ਔਰ ਇਹਦੇ ਨਾਲ ਦੂਜੀ ਗੱਲ ਜਿਹੜੇ ਕਿਸਾਨੀ ਅੰਦੋਲਨ ਦੀ ਹੈ, ਮੈਨੂੰ ਲੱਗਦਾ ਕਿ ਉੱਥੋਂ ਵੀ ਜਾਂ ਉੱਥੋਂ ਆ ਕੇ ਵੀ, ਇੱਕ ਤਾਂ ਸਾਨੂੰ ਸਭ ਨੂੰ ਪਤਾ ਕਿ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਉਹ ਆਪਣੇ ਆਪ 'ਚ ਖਲਾਚ ਜਥੇਬੰਦੀ ਨਹੀਂ ਹੈ। ਉਹ ਕਿਸੇ ਨਾ ਕਿਸੇ ਵਿਚਾਰਧਾਰਕ ਬੈਕਗਰਾਊਂਡ ਤੋਂ ਉਹਦੀ ਚਾਬੀ ਕੱਸੀ ਜਾਂਦੀ ਹੈ ਤੇ ਢਿੱਲੀ ਕੀਤੀ ਜਾਂਦੀ ਹੈ। ਕੋਈ ਹਰ ਜਥੇਬੰਦੀ ਕਿਸੇ ਨਾ ਕਿਸੇ ਆਈਡੀਓਲੋਜੀ ਨਾਲ, ਵਿਚਾਰਧਾਰਾ ਨਾਲ ਜੁੜੀ ਹੋਈ ਹੈ। ਵਿਚਾਰਧਾਰਾ ਹੋਣੀ ਕੋਈ ਮਾੜੀ ਗੱਲ ਨਹੀਂ, ਪਰ ਕੱਟੜਵਾਦ ਹੋ ਜਾਣਾ ਕਿ ਇੱਕ ਦੂਜੇ ਨੂੰ ਬਲੇਮ ਹੀ ਕਰਨ ਲੱਗ ਜਾਣਾ। ਜੇ ਕੋਈ ਚੋਣ 'ਚ ਚਲਾ ਗਿਆ ਉਹ ਗਦਾਰ ਹੋ ਗਿਆ, ਜਿਹੜਾ ਚੋਣ ਤੋਂ ਬਾਹਰ ਬੈਠਾ ਉਹ ਸਾਧ ਹੋ ਗਿਆ ਕਿ ਉਹਨੂੰ ਕੋਈ ਲਾਲਚ ਨਹੀਂ ਹੈ, ਤੇ ਜੇਕਰ ਕੋਈ ਬਾਹਰ ਬੈਠਾ ਉਹ ਗਦਾਰ ਹੋ ਗਿਆ ਜਿਹਨੇ ਚੋਣ ਲੜ ਲਈ, ਉਹ ਚੰਗਾ ਬੰਦਾ ਹੋ ਗਿਆ, ਉਹਦੀ ਅਕਲ ਜ਼ਿਆਦਾ ਹੋ ਗਈ। ਇਹ ਇਲਜ਼ਾਮਬਾਜ਼ੀ ਗਲਤ ਹੈ। ਦੋਨਾਂ ਦਾ ਆਪਣਾ ਆਪਣਾ ਨਜ਼ਰੀਆ ਹੋ ਸਕਦਾ, ਦੋਨੇ ਧਿਰਾਂ ਦਾ। ਉਹਨੂੰ ਲੱਗਦਾ ਕਿ ਆਹ ਤਰੀਕਾ ਸਾਡੇ ਲਈ ਜਿਹੜਾ ਬੈਟਰ ਹੈ, ਦੂਜੇ ਨੂੰ ਲੱਗ ਸਕਦਾ ਆਹ ਸਾਡਾ ਤਰੀਕਾ ਹੈ। ਸੰਵਾਦਤਾ ਹੋਵੇ ਨਾ, ਜਿਹੜੀ ਫਤਵੇਬਾਜ਼ੀ ਹੈ, ਉਹ ਫਤਵੇਬਾਜ਼ੀ ਪਰਸਨਲ ਰਿਲੇਸ਼ਨ ਵੀ ਖਰਾਬ ਕਰਦੀ ਹੈ ਤੇ ਉਹ ਅਗਲਾ ਜਿਹੜਾ ਬੈਠਣ ਦਾ ਸਬੱਬ ਹੁੰਦਾ ਉਹਨੂੰ ਵੀ ਖਤਮ ਕਰ ਦਿੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਜਿਹੜੀ ਤੀਜੀ ਗੱਲ ਸਾਂਝੇ ਸੰਘਰਸ਼ਾਂ ਦੀ ਹੈ, ਸਾਂਝਾ ਸੰਘਰਸ਼ ਆਪਦੇ ਆਪ 'ਚ ਮੈਨੂੰ ਲੱਗਦਾ ਅਜੇ ਉਹਦੀ ਮਰਿਆਦਾ ਹੋਰ ਖਿੱਚਣੀ ਪਏਗੀ ਦੂਰ। ਕਿਸਾਨ ਅੰਦੋਲਨ ਜਿੱਡਾ ਵੱਡਾ ਮਰਜ਼ੀ ਅੰਦੋਲਨ ਸੀ, ਉੱਥੇ ਬੈਨਰ ਤੇ ਵੀ ਕਿਸਾਨ ਮਜ਼ਦੂਰ ਲਿਖਿਆ ਹੋਇਆ ਹੈ। ਮਜ਼ਦੂਰ ਤਬਕਾ ਉਹਦੇ 'ਚੋਂ ਮਿਸਿੰਗ ਸੀ। ਅਜੇ ਵੀ ਕਿਸਾਨ ਲੀਡਰਾਂ ਦਾ, ਜਿਹੜੇ ਐਕਟਿਵਿਸਟ ਨੇ, ਉਹ ਵਿਹੜਿਆਂ 'ਚ ਜਾ ਕੇ ਮਜ਼ਦੂਰ ਨਾਲ ਉਸ ਹੈਸੀਅਤ 'ਚ ਜਾ ਕੇ ਉਹਨੂੰ ਬਰਾਬਰ ਦੀ ਅਹਿਮੀਅਤ ਦੇ ਕੇ ਨਾਲ ਖੜਨ ਲਈ ਤਿਆਰ ਨਹੀਂ ਹੈ। ਜਿੰਨਾ ਚਿਰ ਇਸ ਰਿਐਲਿਟੀ ਨੂੰ ਨਹੀਂ ਮੰਨਿਆ ਜਾਂਦਾ, ਹਕੀਕਤ ਨੂੰ ਨਹੀਂ ਮੰਨਿਆ ਜਾਂਦਾ, ਤਾਂ ਉਹ ਪੰਜਾਬ ਦਾ ਸਾਂਝਾ ਸੰਘਰਸ਼ ਨਹੀਂ ਹੋਣਾ, ਉਹ ਕਿਸਾਨੀ ਦਾ ਸਾਂਝਾ ਸੰਘਰਸ਼ ਹੋਏਗਾ। ਜੇ ਪੂਰੇ ਪੇਂਡੂ ਭਾਈਚਾਰੇ ਦੇ ਸਾਂਝੇ ਸੰਘਰਸ਼ ਦੀ ਗੱਲ ਕਰਨੀ ਹੈ ਤਾਂ ਉਹ ਸਾਰੇ ਤਬਕੇ ਨੇ ਉੱਥੇ। 37% ਦਲਿਤ ਹੈ ਪਿੰਡਾਂ ਦੇ ਵਿੱਚ, ਕਿਸਾਨੀ ਤਾਂ 19% ਤੋਂ ਜ਼ਿਆਦਾ ਨਹੀਂ ਹੈ, 19-20% ਹੈ ਉਸ ਪੱਧਰ 'ਤੇ ਜੇ ਗਿਣਤੀ ਦੀ ਗੱਲ ਕਰਦੇ ਹਾਂ। ਔਰ ਉਹ ਸਵਾਲਾਂ ਨੂੰ ਟੱਕਰਨਾ ਹੋਏਗਾ, ਉਹਨਾਂ ਨੂੰ ਸੱਥ ਦੇ ਵਿੱਚ ਬੈਠ ਕੇ ਚਰਚਾ ਕਰਨੀ ਪਏਗੀ, ਤਾਂ ਵਿਸ਼ਾਲ ਗਰਾਊਂਡ ਵਾਲਾ ਸਾਂਝਾ ਸੰਘਰਸ਼ ਹੋਏਗਾ। ਉਹ ਪੋਲੀਟੀਕਲ ਅਲਟਰਨੇਟਿਵ ਦੇ ਸਕਦਾ ਉਹ ਸੰਘਰਸ਼ ਜਿਹੜਾ ਕਿਸੇ ਵੀ ਰੂਪ 'ਚ। ਇੱਕ ਸਵਾਲ ਮੈਂ ਪੁੱਛਦਾ ਕਿ ਮੰਡ ਹੋਰੀ, ਤੁਹਾਨੂੰ ਸ਼ਾਇਦ ਪਤਾ ਹੋਊਗਾ ਕਿ ਜਾਪਾਨ ਰਹੇ ਨੇ ਲਗਭਗ 2 ਦਹਾਕੇ। ਮੇਰਾ ਸਵਾਲ ਹੈ ਵੀ ਇਹ ਕਿਉਂ ਛੱਡ ਕੇ ਆ ਗਏ ਜਦੋਂ ਸਾਰੇ ਉੱਧਰ ਨੂੰ ਜਾ ਰਹੇ ਨੇ ਤੇ ਪੰਜਾਬ ਵਾਪਸ ਆ ਗਏ? ਉਹ ਕਿਸ ਤਰ੍ਹਾਂ ਦੇ ਹਾਲਾਤ ਸੀ, ਕਿਸ ਤਰ੍ਹਾਂ ਦੀ ਮਾਨਸਿਕਤਾ ਸੀ? ਹੈਲੋ, ਜਿਹੜਾ ਮੈਂ ਬਾਰ-ਬਾਰ ਜ਼ੋਰ ਦੇ ਰਿਹਾ ਬੰਦੇ ਨੂੰ ਬਦਲਣ ਦਾ, ਉਹਦੇ ਵਿੱਚੋਂ ਹੀ ਉਹੀ ਇਹਦਾ ਉੱਤਰ ਹੈ ਅਸਲ ਵਿੱਚ ਨਾ, ਕਿ ਜਿਸ ਦੇਸ਼ ਵਿੱਚ ਮੈਂ ਰਹਿ ਕੇ ਆਇਆ ਉਹ ਦੇਸ਼ ਦੇ ਵਿੱਚ ਇਹ ਕਹਾਵਤ ਹੈ ਕਿ ਓਸਾਕਾ ਦੁਨੀਆ ਦਾ ਤੀਜੇ ਚੌਥੇ ਨੰਬਰ ਦਾ ਸ਼ਹਿਰ ਹੈ। ਕਿ ਜਾਪਾਨ ਦੀ ਕਹਾਵਤ ਹੈ ਕਿ ਓਸਾਕਾ ਨਾ ਜਾਈ, ਮਾਂ ਕਹਿੰਦੀ ਆਪਣੇ ਪੁੱਤ ਨੂੰ ਵੀ ਓਸਾਕਾ ਨਾ ਜਾਈ, ਬੰਦੇ ਉੱਥੇ ਘੋੜੇ ਨੂੰ ਤੁਰਦੇ ਤੁਰਦੇ ਖਾ ਲੈਂਦੇ ਆ। ਇਹ ਨਹੀਂ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸੰਸਕਾਰ ਹੈ ਉਹ ਇੱਥੇ ਹੀ ਹੈ, ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਦੇ ਪ੍ਰਭਾਵ ਹੈਗੇ। ਜਿਹੜਾ ਮੇਰਾ ਆਉਣਾ ਹੈ, ਮੇਰਾ ਆਉਣਾ ਮੇਰਾ ਆਪਣੇ ਆਪ ਨਾਲ ਸੰਵਾਦ ਦਾ ਅਨੁਭਵ ਹੈ। ਇਸੇ ਕਰਕੇ ਮੈਂ ਬਾਰ-ਬਾਰ ਜ਼ੋਰ ਦਿੰਦਾ ਹੈ ਕਿ ਬੰਦਾ ਬਦਲਣਾ ਬਹੁਤ ਜ਼ਰੂਰੀ ਹੈ। ਗੱਲ ਆਪਣੇ ਆਪ ਤੋਂ ਸ਼ੁਰੂ ਕਰਨੀ ਬਹੁਤ ਜ਼ਰੂਰੀ ਹੈ। ਜਾਪਾਨ 'ਚ
ਦੇ ਲੰਬੇ ਇਤਿਹਾਸ ਵਿੱਚ ਜਿਹੜੇ 30-40 ਸਾਲ ਦਾ ਉੱਥੇ ਸਮਾਂ ਸੀ, ਮੇਰੇ ਵਾਂਗ ਕੋਈ ਭਰਿਆ ਭਰਾਇਆ ਛੱਡ ਕੇ ਨਹੀਂ ਆਇਆ। ਇਹ ਬਹੁਤ ਹੀ ਔਖਾ ਕੰਮ ਸੀ। ਅਤੇ ਮਤਲਬ ਜਦੋਂ ਮੈਂ ਉੱਥੋਂ ਆਉਣ ਦਾ ਪ੍ਰੋਗਰਾਮ ਲੱਗਿਆ ਆਪਣੇ ਬੰਦਿਆਂ ਨੂੰ ਦੱਸਣ, ਦੋਸਤਾਂ ਨੂੰ, ਤਾਂ ਮਤਲਬ ਮੈਂ ਇੱਕ ਸਾਲ ਉਹ ਮੈਨੂੰ ਮਖੌਲ ਕਰਦੇ ਰਹੇ ਕਿ ਇੱਥੇ 30 ਸਾਲ ਹੋ ਗਏ, ਬੰਦੇ ਬੁੜੇ ਹੋ ਕੇ ਮਰ ਗਏ, ਉਹ ਇੱਦਾਂ ਹੀ ਕਹਿੰਦੇ ਹੁੰਦੇ। ਅਤੇ ਹੋਰ ਕੋਈ ਕ੍ਰਿਸ਼ਮਾ ਨਹੀਂ ਹੈ ਮੇਰਾ ਆਉਣ ਦਾ। ਆਪਣੇ ਆਪ ਨੂੰ ਸਮਝਣਾ, ਆਪਣੇ ਆਪ ਦੀ ਨਜ਼ਰਸਾਨੀ, ਆਪਣੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਆਪ ਨੂੰ ਦੇਖਣ ਦਾ ਹੀ ਕ੍ਰਿਸ਼ਮਾ ਹੈ ਇਹ। ਇਸ ਕਰਕੇ ਇਹ ਜਿਹੜਾ ਮੈਂ ਬਾਰ-ਬਾਰ ਕਹਿੰਦਾ ਹੈ ਕਿ ਬੰਦੇ ਸੋਸਾਇਟੀ ਵਿੱਚ ਸਭ ਤੋਂ ਵੱਡਾ ਕ੍ਰਿਸ਼ਮਾ ਹੀ ਆਪਣੀ ਨਜ਼ਰਸਾਨੀ ਹੈ ਅਤੇ ਆਪਣੇ ਆਪ ਨੂੰ ਦੇਖਣ ਦਾ ਹੈ। ਉਸੇ ਅਨੁਭਵ ਵਿੱਚ ਮੈਂ ਆਇਆ ਅਤੇ ਉਸੇ ਅਨੁਭਵ ਵਿੱਚ ਮੈਂ ਪੰਜਾਬ ਦਾ ਫਿਕਰ, ਪੰਜਾਬ ਦਾ ਜਿਹੜਾ ਜ਼ਿਕਰ ਕਰ ਰਿਹਾ ਸੀ, ਉਸੇ ਸੰਦਰਭ ਵਿੱਚ ਕਰ ਰਿਹਾ ਸੀ। ਹਾਂਜੀ, ਇੱਕ ਪ੍ਰਸ਼ਨ ਹੋਰ ਸੀ ਮੇਰਾ ਖਿਆਲ। ਸਰ, ਮੇਰਾ ਜਸਬੀਰ ਮੰਡ ਸਰ ਜੀ ਨੂੰ ਹੈ ਇੱਕ ਸਵਾਲ ਹੈ ਕਿ ਉਹਨਾਂ ਨੇ ਆਖਰੀ ਬਾਬੇ ਨਾਵਲ ਲਿਖਿਆ, ਮੈਂ ਪੜ੍ਹਿਆ ਹੈ। ਉਹਦੇ ਵਿੱਚ ਉਹਨਾਂ ਨੇ ਪੁਰਖਿਆਂ ਦੇ ਜੀਵਨ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜਾ ਪੇਸ਼ ਕੀਤਾ ਆ। ਸਰ, ਤੁਸੀਂ ਕਿਹਾ ਸੀ ਕਿ ਤੁਸੀਂ ਉਹ ਨਾਵਲ ਲਿਖਿਆ ਕਿਉਂਕਿ ਪਹਿਲਾਂ ਦੇ ਜਿਹੜੇ ਨਾਵਲਕਾਰ ਸੀ ਉਹਨਾਂ ਨੇ ਨਹੀਂ ਸੀ ਲਿਖਿਆ ਇੱਦਾਂ ਦਾ ਕੁਛ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹੀ ਵਜ੍ਹਾ ਸੀ ਜਾਂ ਫਿਰ ਇਹ ਨਾਵਲ ਲਿਖਣ ਦੇ ਲਈ ਤੁਹਾਡੇ ਦਿਮਾਗ ਦੇ ਵਿੱਚ ਕਿਉਂ ਖਿਆਲ ਆਇਆ? ਕੀ ਵਜ੍ਹਾ ਸੀ ਇਸ ਨਾਵਲ ਨੂੰ ਲਿਖਣ ਦੀ? ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਇੱਦਾਂ ਦਾ ਪਹਿਲਾਂ ਕਿਸੇ ਨੇ ਲਿਖਿਆ ਨਹੀਂ। ਮੈਂ ਕਹਿੰਦਾ ਸੀ ਕਿ ਮੈਨੂੰ ਕੋਈ ਸਹਾਰਾ ਮਿਲਦਾ। ਮੈਂ ਤਾਂ ਸਹਾਰਾ ਭਾਲਦਾ ਸੀ ਕਿ ਜਿਸ ਬਜ਼ੁਰਗ ਦੇ 80-90 ਸਾਲ ਦੇ ਬਜ਼ੁਰਗ ਬਾਰੇ ਮੈਂ ਲਿਖ ਰਿਹਾ ਸੀ ਨਾ, ਮੈਂ ਕਹਿੰਦਾ ਸੀ ਕਿ ਮੈਂ ਉਹਦਾ ਇੱਕ ਧਰਾਤਲ, ਜਦੋਂ ਜਵਾਨ ਸੀ ਉਦੋਂ ਦੇ ਨਾਵਲਕਾਰਾਂ ਨੇ ਉਸ ਸਮੇਂ ਜਦੋਂ ਬਾਬਾ ਜਵਾਨ ਸੀ ਨਾ, ਕਿ ਉਸ ਜਵਾਨ ਬੰਦੇ ਦਾ ਚਿੱਤਰਨ ਨਹੀਂ ਹੈ, ਤਾਂ ਹੋ ਸਕਦਾ ਮੈਨੂੰ ਬਾਬਾ ਜ਼ਿਆਦਾ ਸਮਝ ਆਉਂਦਾ, ਕਿਉਂਕਿ ਮੈਂ ਬਾਬੇ ਦੀ ਜਵਾਨੀ ਦੇ ਟਾਈਮ ਨਹੀਂ ਸੀ। ਮੈਂ ਜਿਹੜਾ ਜਿਸ ਬਾਬੇ ਬਾਰੇ ਲਿਖ ਰਿਹਾ ਹੈ ਉਹ ਮੇਰਾ ਹੀ ਹੈ, ਮੇਰੇ ਘਰ ਦਾ ਹੀ ਹੈ, ਮੇਰੇ ਆਲੇ ਦੁਆਲੇ ਦਾ ਹੀ ਮਤਲਬ ਬਾਬਾ ਹੈ, ਅਤੇ ਉਹਦੇ ਨਾਲ ਹੀ ਮੇਰੇ ਸਾਰੇ ਅਨੁਭਵ ਰਹੇ। ਪਰ ਮੈਂ ਕਮਜ਼ੋਰ ਪੈ ਰਿਹਾ ਸੀ ਇਸ ਗੱਲੋਂ ਕਿ ਮੈਨੂੰ ਇਹਦੀ ਜਵਾਨੀ ਬਾਰੇ ਕਿਉਂ ਨਹੀਂ ਪਤਾ ਲੱਗ ਰਿਹਾ। ਉਹ ਜਦੋਂ ਇਹ ਜਵਾਨੀ ਵੀ ਸੀ, ਉਦੋਂ ਦਾ ਲਿਟਰੇਚਰ ਜਿਹੜਾ ਉਸ ਟਾਈਮ ਦਾ ਨਾਵਲ ਹੈ, ਉਸ ਟਾਈਮ ਦੇ ਨਾਵਲ 'ਚ ਬਾਬੇ ਦੀ ਜਵਾਨੀ ਕਿਤੇ ਨਹੀਂ ਸੀ ਚਿਤਰੀ ਗਈ। ਇਸ ਕਰਕੇ ਉਹ ਮੇਰੇ ਵਾਸਤੇ ਹੋ ਸਕਦਾ ਮੈਂ ਹੋਰ ਵਧੀਆ ਲਿਖਦਾ, ਕਿਉਂਕਿ ਮੇਰੇ ਕੋਲ ਕੋਈ ਧਰਾਤਲ ਨਹੀਂ ਸੀ ਹੈ। ਬਾਕੀ ਤਾਂ ਮੈਂ ਸਾਰੇ ਜਿੰਨੇ ਵੀ ਮੇਰੇ ਬਜ਼ੁਰਗ ਨਾਵਲਕਾਰ ਹੈ ਉਹਨਾਂ ਤੋਂ ਮੈਂ ਮਾਫੀ ਮੰਗਦਾ, ਚਾਹੇ ਉਹ ਇਸ ਦੁਨੀਆ 'ਚ ਨਹੀਂ ਵੀ ਹੈ। ਮੇਰੇ ਕਹਿਣ ਦਾ ਭਾਵ ਬਿਲਕੁਲ ਨਹੀਂ ਹੈ। ਉਹਨਾਂ ਤੋਂ ਹੀ ਸਿੱਖਿਆ, ਉਹਨਾਂ ਤੋਂ ਹੀ ਕਮਲ ਸਾਹਿਬ ਤੋਂ ਸਿੱਖਿਆ, ਰਾਮ ਸਰੂਪ ਅਣਖੀ ਤੋਂ ਸਿੱਖਿਆ, ਹੋਰ ਜਿਹੜੇ ਪਿਛਲੇ ਬਜ਼ੁਰਗ ਸੀ ਸਭ ਉਹਨਾਂ ਤੋਂ ਸਿੱਖਿਆ। ਹੋਰ ਉੱਦਾਂ ਦੀ ਕੋਈ ਭਾਵਨਾ ਮਤਲਬ ਨਹੀਂ ਹੈ। ਮੇਰੇ ਬਜ਼ੁਰਗ ਹੈ, ਅਸੀਂ ਹਮੇਸ਼ਾ ਉਹਨਾਂ ਤੋਂ ਸਿੱਖਦੇ ਰਹਾਂਗੇ। ਅਤੇ ਜਦੋਂ ਮੈਂ ਬਜ਼ੁਰਗ ਹੋਵਾਂਗਾ, ਮੈਂ ਵਿਦਾ ਹੋ ਜਾਵਾਂਗਾ, ਤਾਂ ਅਗਲੀ ਪੀੜ੍ਹੀ ਇੱਦਾਂ ਹੀ ਕਹੇਗੀ। ਬਹੁਤ ਬਹੁਤ ਸ਼ੁਕਰੀਆ।